अस्सलाम वालेकुम। वालेकुम सलाम। लानी साहब अजे किसी ਨੂੰ ਉੱਤੇ ਨਾ ਚੁੱਕਣਾ ਜਰਾ ਮੈਂ ਗੱਲ ਕਰਨੀ ਜਿਹੜੇ ਥੱਲੇ ਵੀ ਬੈਠੇ ਨੇ ਸਾਰੇ ਜ਼ਰੂਰ ਤੁਸੀਂ ਇਕੱਲੇ ਹੀ ਕਰੋ ਕੋਈ। ਇਹਨਾਂ ਨੂੰ ਮੈਂ ਬੜੀ ਬੁਲੰਦ ਆਵਾਜ਼ 'ਚ ਗੱਲ ਕੀਤੀ ਹੈ ਕਿ ਮੇਰੇ ਮਾਂ-ਬਾਪ ਫੌਤ ਹੋ ਗਏ ਨੇ। ਉਹ ਮੇਰੇ ਲਈ ਹਰ ਕਿਸਮ ਦੀ ਸ਼ਖਸੀਅਤ ਤੋਂ ਮੁਕਰਬ ਔਰ ਮੁਹਤਰਮ ਨੇ, ਜਿਨ੍ਹਾਂ ਮੈਨੂੰ ਪੈਦਾ ਕੀਤਾ, ਜਿਨ੍ਹਾਂ ਨੇ ਮੈਨੂੰ ਪਾਲਿਆ ਹੈ। ਬੇਸ਼ੱਕ ਬੇਸ਼ੱਕ। ਅਗਰ ਕਿਸੇ ਨੇ ਆਪਣੇ ਕਾਬਰੀਨ ਦੀ ਉਹਨਾਂ ਦੀ ਤੋਹੀਨ ਕਰਾਣੀ ਹੈ ਤੇ ਉਹ ਮੇਰੇ ਮਾਂ-ਬਾਪ ਤੇ ਮੁਗਲਜ਼ਾਤ ਬਕ ਸਕਦੇ ਨੇ ਨਾ। ਹਾਂ ਬੇਸ਼ੱਕ। ਕਿਉਂਕਿ ਮੈਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦਾ, ਨਾ ਉਹ ਮੈਨੂੰ ਜਾਣਦੇ, ਨਾ ਉਹਨਾਂ ਨੇ ਮੈਨੂੰ ਦੇਖਿਆ, ਨਾ ਮੈਂ ਉਹਨਾਂ ਨੂੰ ਦੇਖਿਆ। ਮੈਂ ਮੇਰੇ ਲਈ ਮੁਹਤਰਮ ਮੁਕਰਮ ਮੇਰੇ ਮਾਂ-ਬਾਪ ਨੇ, ਜਿਨ੍ਹਾਂ ਨੇ ਮੈਨੂੰ ਪਾਲਿਆ, ਜਿਹੜਾ ਮੇਰੀ ਪਰਵਰਿਸ਼ ਕੀਤੀ, ਜਿਹੜਾ ਮੈਨੂੰ ਐਡਾ ਵੱਡਾ ਕੀਤਾ ਹੈ। ਬਹੁਤ ਜ਼ਿਆਦਾ। ਇਹ ਜਿੰਨੇ ਥੱਲੇ ਮੁਸਲਮਾਨ ਇਹ ਉਹ ਬੈਠੇ ਨੇ ਜਿਹੜੇ ਮੇਰੇ ਮਾਂ-ਬਾਪ ਦੇ ਉੱਤੇ ਤਨ ਤਸ਼ਨੀ ਕਰਦੇ ਨੇ, ਉਹਨਾਂ ਨੂੰ ਇਹ ਵਾਰਨਿੰਗ ਹੈ। ਇਹ ਮੈਂ ਅੱਗੇ ਵੀ ਨਮੂਨਾ ਦਿਖਾਉਂਦਾ ਰਿਹਾ ਤੇ ਹੁਣ ਵੀ ਦਿਖਾਵਾਂਗਾ ਜਦੋਂ ਕਰਨਗੇ। ਜਦੋਂ ਤੁਸੀਂ ਮੇਰੇ ਮਾਂ-ਬਾਪ ਫੌਤਸ਼ੁਦਾ ਮਾਂ-ਬਾਪ ਨੂੰ ਬੁਰਾ ਭਲਾ ਕਹੋਗੇ, ਮੇਰੀ ਮਾਂ ਨੂੰ ਕਹੋਗੇ, ਤੇ ਆਪਣੇ ਤੁਸੀਂ ਕਾਬਰੀ ਨੂੰ ਬਚਾ ਲੈਣਾ। ਉਹ ਮੇਰੇ ਕੋਲ ਨਹੀਂ ਬਚ ਸਕਦੇ। ਲੌਜੀਕਲ ਸਾਇੰਟੀਫਿਕ ਔਰ ਰੀਜ਼ਨੇਬਲ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ। ਇਸ ਤਰ੍ਹਾਂ ਹੀ ਗੱਲ ਹੈ। ਇੱਕ ਗੱਲ ਮਿਰਜ਼ਾ ਸਾਹਿਬ ਨੇ ਲੇਖ ਰਾਮ ਨੂੰ ਕਹੀ ਹੈ, ਉਹ ਪੇਸ਼ ਕੀਤਾ ਗਿਆ ਹਵਾਲਾ। ਮੇਰਾ ਖਿਆਲ ਹੈ ਕਿ ਮਿਰਜ਼ਾ ਸਾਹਿਬ ਨੇ ਅੱਜ ਖੁਦ ਕੋਈ ਗਾਲ ਪਹਿਲ ਨਹੀਂ ਕੀਤੀ ਲੇਖ ਰਾਮ ਦੇ ਨਾਲ। ਲੇਖ ਰਾਮ ਦਰਅਸਲ ਗਾਲਾਂ ਕੱਢਦਾ ਆ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ, ਤੇ ਉਹਦੇ ਜਵਾਬ ਵਿੱਚ ਉਹਨਾਂ ਨੇ ਉਹ ਸਖਤ ਜ਼ੁਬਾਨ ਉਹਦੇ ਵਾਸਤੇ ਇਸਤੇਮਾਲ ਕੀਤੀ ਹੈ। ਤੇ ਉਹਦਾ ਮੁਲਜ਼ਮ ਤੇ ਉਹੀ ਹੁੰਦਾ ਨਾ ਜਿਹਨੇ ਬਿਲਕੁਲ ਬਿਲਕੁਲ। ਥੱਲੇ ਅਬੂ ਬਕਰ ਮੀਰ ਲਿਖ ਰਿਹਾ ਕਿ ਮੈਂ ਨਹੀਂ ਲੈ, ਇੱਕ ਹੈਗਾ ਕੋਈ 2-3 ਆਈਡੀਆਂ ਨੇ ਮੇਰੀ ਮਾਂ ਨੂੰ ਗੰਦੀਆਂ ਗੱਲਾਂ ਲਿਖੀਆਂ ਨੇ। ਔਰ ਇਸ ਗੱਲ ਇਹ ਹੈ ਰਾਣਾ ਸਾਹਿਬ, ਜਿਹੜੇ ਬੰਦੇ ਨਾਂ ਛੁਪਾ ਕੇ ਗਾਲਾਂ ਲਿਖਦੇ ਨੇ ਉਹਨਾਂ ਨਾਲ ਉਲਝਣਾ ਨਹੀਂ ਚਾਹੀਦਾ। ਉਹਦੇ ਤੋਂ ਉਹਨਾਂ ਦੀ ਬੁਜ਼ਦਿਲੀ ਦਾ ਔਰ ਉਹਨਾਂ ਦੇ ਤੁਸੀਂ ਫਾਲੋਅਰ ਵੀ ਦੇਖੋ ਤੇ ਜ਼ੀਰੋ ਹੋਣਗੇ, 1-2। ਹੁਣ ਆਹ ਦੇਖੋ, ਆਹ ਥੱਲੇ ਇੱਕ ਗਲੀਜ਼ ਆਦਮੀ ਕੀ ਲਿਖ ਰਿਹਾ। ਜੇ ਮੈਂ ਹੁਣ ਇੱਕ ਹੋਰ ਗੱਲ ਕਰਾਂ ਤੇ ਫਿਰ ਇਹਨਾਂ ਦੇ ਨਾ ਉੱਤੋਂ ਲੈ ਕੇ ਥੱਲੇ ਤੱਕ ਹਰ ਸ਼ੈ ਸੜ ਜਣੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਮੇਰੀ ਕੋਈ ਲਿਮਟ ਨਹੀਂ ਹੈਗੀ। ਮੈਂ ਨਹੀਂ ਕਹਿੰਦਾ ਮੈਂ ਕਿਸੇ ਦਾ ਦਿਲ ਦੁਖਾਵਾਂ, ਪਰ ਅਗਰ ਇਹ ਐ ਨਾ ਕਰ ਹਰਕਤਾਂ ਤੋਂ ਬਾਅਦ ਬੜਾ ਤੁਸੀਂ ਲਿਮਟ ਵਿੱਚ ਰਹਿ ਕੇ ਤੁਸੀਂ ਬੜੇ ਅੱਛੇ ਪੈਰਾਮੀਟਰ ਬਣਾਏ ਨੇ ਕਿ ਜਿਹੜਾ ਇਸ ਤਰ੍ਹਾਂ ਕਰੇ ਉਹਨੂੰ ਤੁਸੀਂ ਗਾਲਾਂ ਦਿਓਗੇ। ਇਹ ਠੀਕ ਹੈ, ਤੁਹਾਡੀ ਗੱਲ ਬਿਲਕੁਲ ਸਹੀ। ਇਸ ਤਰ੍ਹਾਂ ਹੀ ਗੱਲ ਹੈ। ਉਹ ਮੇਰੇ ਕਾਬਰ ਹੁਸੈਨ ਸਾਹਿਬ ਮੇਰੇ ਮਾਂ-ਬਾਪ ਨੇ, ਆਪਣੇ ਕਾਬਰ ਬਚਾਣੇ ਨੇ, ਤੇ ਲਿਮਟ 'ਚ ਰਹਿ ਕੇ ਗੱਲ ਕਰੋ। ਉਹ ਅਸਲ 'ਚ ਜਿਹੜੇ ਦੋਸਤ ਆਏ ਨਾ ਗੱਲ ਕਰਨ, ਉਹਨਾਂ ਨੇ ਕੋਈ ਪੁਰਾਣੇ ਕਿਸੇ ਛੋੜ ਕੇ ਤੇ ਗਾਲਾਂ ਤੋਂ ਸ਼ੁਰੂ ਕੀਤਾ, ਤੰਦ ਹੀ ਇਹੋ ਜਿਹੀ ਪਾਈ ਉਹਦੇ ਨਾਲ। ਫਿਰ ਉਹ ਸਾਰਾ ਕੰਮ ਬਸ ਇਹੋ ਕੁਛ ਹੀ ਰਿਹਾ, ਖੋ ਖੁਆਈ ਤੇ ਗਾਲ ਮੁਆਲ ਹੀ ਰਹੀ ਹੈ। ਉਹਦੀ ਨਿਸਬਤ ਜਿਹੜਾ ਕੋਈ ਝੱਟ ਪਵੇ ਬੰਦਾ ਤੇ ਕੋਈ ਚੰਗੀ ਗੱਲ ਹੀ ਅਕਲ ਇਲਮ ਦੀ ਵੀ ਕਰ ਸਕਦਾ ਉਸੇ ਅਸਨਾਜ। ਉਸ ਵਕਤ ਨੂੰ ਜ਼ਾਇਆ ਕਰਨ ਦੀ ਬਜਾਏ ਅਸੀਂ ਅੱਛਾ ਉਹਨੂੰ ਇਸਤੇਮਾਲ ਕਰ ਸਕਦੇ ਹਾਂ। ਲੇਕਿਨ ਇਹ ਹੈ ਕਿ ਇਜਾਜ਼ਤ ਨਹੀਂ ਦਿੰਦੇ ਦੋਸਤ। ਮੈਂ ਹਜੇ ਵੀ ਰੁਕ ਜਨਾ। ਜੋ ਹੈ ਨਾ ਥੱਲੇ ਆ ਕੋਈ ਮਿਰਜ਼ਾ ਸਾਹਿਬ ਆਈਡੀ ਨਾਮ ਹੈਗਾ, ਯਕੀਨ ਕਰ ਤੇਰੇ ਕੰਨਾਂ 'ਚੋਂ ਨਾ ਧੂੰਆਂ ਕੱਢ ਦੇਵਾਂ ਨਾ तो फिर कहीं राणा साहब ये साहबा का गुलाम है जो आमिर नजीर का खास शागिर्द है, न्यूयॉर्क वाला। साहबा का गुलाम के नाम से आता है ये आमिर नजीर का खास वो पुत्र बना हुआ न्यूयॉर्क में होता है। कि जेड़े बंदे जिन्हां दी आइडियां अजे ते मैं लिमिट च रह के गल निक्की जी कर देना, अगे उत्ते नहीं जांदा। अजे मैं ਇਹਦੇ ਬਾਪ ਤੇ ਦੀ ਮਾਂ ਕੋ ਨਹੀਂ ਸੀ ਗਿਆ ਕਿ ਪੈਦਾ ਨਾ ਹੋ ਜਾਏ, ਪਰ ਕੋਈ ਮਹੱਲੇ ਵਾਲਾ ਗੇਮ ਪਾ ਗਿਆ ਤੇ ਜੰਮ ਪਿਆ ਨਾ ਗਲੀਜ਼ ਔਲਾਦ ਨਾ। ਹਜੇ ਮੈਂ ਉੱਤੇ ਨਹੀਂ ਗਿਆ, ਮੈਂ 14 ਸਾਲ ਪਿੱਛੇ ਵੀ ਜਾ ਸਕਦਾ। ਇਹੋ ਜਿਹੇ ਅਲਫਾਜ਼ ਮੈਨੂੰ ਬੜੇ ਆਉਂਦੇ ਨੇ, ਯਾਦ ਰੱਖਣਾ। ਮੈਨੂੰ ਕੋਈ ਕਿਸੇ ਦਾ ਲਿਹਾਜ਼ ਨਹੀਂ ਹੈਗਾ। ਜਿਹੜੇ ਮੇਰੇ ਮਾਂ ਬਾਪ ਤੇ ਜਾਏਗਾ ਉਹਦੀ ਮੈਂ ਤੁੰਨ ਕੇ ਰੱਖ ਦਾਂਗਾ ਉਹਨੂੰ ਪੂਰਾ। ਮੈਨੂੰ ਕਿਸੇ ਦਾ ਲਿਹਾਜ਼ ਨਹੀਂ ਜੀ। ਮੇਰੇ ਕਾਬਰ ਮੇਰੇ ਮਾਂ ਬਾਪ ਨੇ, ਉਹਦੇ ਬਾਅਦ ਕੋਈ ਹੋਰ ਹੋਏਗਾ। ਮੈਂ ਨਹੀਂ ਕਿਸੇ ਨੂੰ ਜਾਣਦਾ। ਜੇ ਮੈਂ ਆਪਣੇ ਮਾਂ ਬਾਪ ਦੀ ਇੱਜ਼ਤ ਨਹੀਂ ਕਰਵਾ ਸਕਦਾ, ਮੈਂ ਲਾਹਨਤ ਹੈ ਮੇਰੇ ਜੰਮਣ ਦੇ ਉੱਤੇ। ਫਿਰ ਤੇ ਬਹੁਤ ਆਲਾ ਜੋਗਰਾਫੀ ਹੈ ਜੀ। ਉਹ ਮਲਕ ਸਾਹਿਬ ਵੀ ਆਏ, ਫਿਰ ਉਹ ਇੱਕ ਵਾਰੀ ਬਦਲੀ ਕੀਤੇ ਨੇ ਤੇ ਉਹ ਕਿਧਰੇ ਪਰਾਂ ਹੀ ਨਿਕਲ ਗਏ ਨੇ। ਮਲਕ ਮੁਸ਼ਤਾਕ ਅੱਛਾ ਜਿਹੜੇ ਲਾਹੌਰ ਜਮਾਤ ਵਿਰਾਸਤਾ ਮੁਲਤਾਨ ਨੇ। ਅੱਛਾ
ਮੈਂ ਉੱਤੇ ਤੁਹਾਨੂੰ ਉਹ ਅਲਾਮਾ ਸਾਹਿਬ ਨੇ ਦੱਸਿਆ ਆ ਵੀ ਉਹ ਬੰਦੇ ਨੇ, ਤੇ ਆਉਣਗੇ ਤੇ ਪੁੱਛਾਂਗੇ ਉਹਨਾਂ ਕੋਈ ਇਮਾਨ ਅਫਰੋਜ਼ ਦਾ ਸਥਾਨ ਉਹਨਾਂ ਦੇ ਮੁਸਲਮਾਨ ਹੋਣ ਦੀ, ਤੇ ਜ਼ਰੂਰ ਫਾਇਦਾ ਉਠਾਵਾਂਗੇ ਉਹਦੇ ਤੋਂ, ਤੇ ਲੋਕਾਂ ਨੂੰ ਵੀ ਤਾਰੀਖ ਹੋਏਗੀ। ये तो गल है। हुसैनी साहब माशाल्लाह इतनी प्यारी प्यारी दलीलें देते हैं आपके अलामा साहब, तो लाजमन ये तो बहुत जल्दी 3-4 दिनों तक पूरी जमात को कर जाएंगे मुसलमान। इतनी 4 घंटे उन्होंने लगाए हैं और माशाल्लाह वो नस्ल की प्यारी प्यारी गाली दी है कि मुसलमान असली मुसलमान का नमूना पेश कर दिया। तो इंशाल्लाह लोग चाहेंगे कि जल्द से जल्द ऐसे मुसलमान हों। बेशक जोक दर जोक आएंगे जी। ਬਿਲਕੁਲ ਗੁਜਰੇ ਨੂੰ ਮਨਾ ਕਰੋ। ਇਹ ਮੈਨੂੰ ਪ੍ਰਵੋਕ ਕਰਨ ਰਿਹਾ, ਫਿਰ ਤੁਸੀਂ ਸਾਰਿਆਂ ਨੂੰ ਰੋਣਾ। ਮੈਂ ਤੁਹਾਡਾ ਸਭ ਦਾ ਲਿਹਾਜ਼ ਕਰਦਾ, ਮੈਂ ਨਹੀਂ ਕਰਨਾ ਚਾਹੁੰਦਾ ਕੁਝ ਵੀ ਇਹੋ ਜਿਹਾ ਕੰਮ। ਇਹਦੀ ਗੱਲ ਕਰਦੇ ਹੋ ਥੱਲੇ ਗੁਜਰ ਨੂੰ ਉਹਨੂੰ ਮਨਾ ਕਰਨ ਨੇ, ਜ਼ਾਹਦ ਜਮੀਲ ਨੇ ਮਨਾ ਕੀਤਾ ਕਿ ਤੂੰ ਇਹੋ ਜਿਹਾ ਕੰਮ ਨਾ ਕਰਨਾ। ਬਿਲਕੁਲ। ਹੁਣ ਰਾਜਾ ਮਨਾਨ ਦੀ ਆਈਡੀ ਆਈ ਆ, ਉਹ ਵੀ ਇਹਨੂੰ ਨਾ ਕਾਪੀ ਪੇਸਟ ਕਰਨ ਰਹੀ ਹੈ। ਇਹ ਮਤਲਬ ਕਿ 2 ਨੰਬਰ ਆਈਡੀਆਂ ਬਣਾ ਬਣਾ ਕੇ ਤੁਰੇ ਫਿਰਦੇ ਨੇ ਤੇ ਥੱਲੇ ਨਾ, ਇੱਥੋਂ ਇਹਨਾਂ ਦੀਆਂ ਨਸਲਾਂ ਦਾ ਪਤਾ ਲੱਗਦਾ। क्या करना है? नहीं दो वापस कर दो। मैं ये सब नापाक जानवर के पैरोकार और काम ही कोई नहीं इन्होंने। जी लो जी, कश्मीरी साहब आ गए। बिस्मिल्लाह। अस्सलाम वालेकुम। वालेकुम सलाम तो भी मौका नहीं मिलता आजकल। 6 बार बरात देख चुकी है। बड़ी बड़ी लव यू कश्मीरी, ऑलवेज लव यू। वालेकुम अस्सलाम कश्मीरी साहब। यार राणा बरात ही नहीं खलन दे रहे यार आज। ਅਸਲ ਵਿੱਚ ਗਾਲੀਆਂ ਦੇ ਸਬਕਤ ਲੈ ਜਾਣ ਦਾ ਜਿਹੜਾ ਨਾ ਕੁਰਾਨ ਕਰੀਮ ਦੇ ਵਿੱਚ ਇੱਕ ਸਬਕਤ ਲੈ ਜਾਣ ਵਾਸਤੇ ਇੱਕ ਤਾਲੀਮ ਹੈ, ਜਿਹਦੇ ਵਿੱਚ ਫਰਮਾਇਆ ਗਿਆ ਹੈ ਕਿ ਫਸਤਬਿकुल ਖੈਰਾਤ ਵਾਲੇ ਕੁੱਲ ਵਿਜਤਨ ਹੁਵਾ ਮੁਵੱਲੀਹਾ। ਹਰ ਇੱਕ ਵਾਸਤੇ ਅੱਲਾਹ ਤਾਲਾ ਨੇ ਇੱਕ ਰਾਹ ਅਮਲ ਮੁਤੱਈਨ ਆਪਣੇ ਵਾਸਤੇ ਕੋਈ ਹਦਫ ਮੁਕਰਰ ਕਰਦਾ ਹੈ, ਤੇ ਤੁਹਾਡੇ ਵਾਸਤੇ ਇਹ ਹੈ ਕਿ ਫਸਤਬਿकुल ਖੈਰਾਤ, ਤੁਸੀਂ ਨੇਕੀਆਂ ਦੇ ਵਿੱਚ ਅੱਗੇ ਵਧੋ। ਤੇ ਇੱਥੇ ਅੱਗੇ ਵਧਣ ਵਿੱਚ ਉਹ ਕਹਿੰਦੇ ਨੇ ਗਾਲਾਂ ਵਿੱਚ ਅੱਗੇ ਵਧੋ। ਮਤਲਬ ਫਸਤਬਿकुल ਖੈਰਾਤ ਲੈਣ ਲਈ, ਸਦਕਾ ਖੈਰਾਤ ਲੈਣ ਲਈ ਅੱਗੇ ਵਧੋ। ਇਹ ਮਤਲਬ ਖੈਰਾਤ ਲੈਣ ਲਈ ਅੱਗੇ ਵਧੋ, ਇਹੀ ਨਹੀਂ ਫਸਤਬਿकुल ਖੈਰਾਤ। ਇਹ ਉਹ ਅੱਗੇ ਵਧਣਾ ਹੈ ਜਿਹਨੂੰ ਕਹਿੰਦੇ ਨੇ ਲੀਡ ਕਰਨਾ। ਲੀਪ ਫਾਰਵਰਡ ਇੱਕ ਪ੍ਰੋਗਰਾਮ ਹੁੰਦਾ ਹੈ ਜਿਹਦਾ ਉਰਦੂ ਤਰਜਮਾ ਆ नुसरत जहाँ आगे बढ़ो स्कीम है जी। ਮੈਨੂੰ ਤਾਂ ਸੈਨ ਸਰ ਲੱਗਦਾ ਜਾਂ ਇਹਨਾਂ ਨੂੰ ਮਿਊਟ ਕਰ ਦਿਓ। ਆਪ ਮਿਰਜ਼ਾ ਸਾਹਿਬ ਦੀ ਆਈਡੀ ਜਿਹੜੀ ਹੈਗੀ ਜਾਂ ਮੈਂ ਫਿਰ ਅਨਲਿਮਟਿਡ ਹੋਣ ਲੱਗਾ ਜੇ। ਫਿਰ ਇਹ ਅੱਛਾ ਮੈਂ ਦੇਖਣਾ ਕਿੱਥੇ ਹੈ ਉਹ। ਹਾਂਜੀ ਹੁਣੇ ਦੇਖ ਲੈਣੇ ਆ। मैं तो राणा साहब आमिर नजीर को 2 गालें कटे एकदम चुप करेगा। वो तो है ये आमिर नजीर का पुत्र है, मुंह बोला बेटा है। आप उसको 2 गालियां दें, ये एकदम चुप कर जाएगा। ਇਹ ਹੁਣ ਜ਼ਬਰਦਸਤੀ ਇਹਦੇ ਨਾਲ ਛੇੜ ਕੇ ਦੂਸਰੇ ਪਾਸੇ ਨਾ ਲੈ ਜਾਓ, ਪਰ ਉੱਥੇ ਹੀ ਰਹਿਣ ਦਿਓ। ਜਿਹੜਾ ਬੰਦਾ ਹੈ ਉਹ ਮੌਜੂਦਗੀ ਚ ਕੌਣ ਲੋਕ ਤੁਸੀਂ ਲੱਸੀ ਨੂੰ ਵਧਾਣਾ ਜਿਹੜਾ ਹੈ ਉਹ ਨਹੀਂ ਚੰਗਾ। ਸਾਹਿਬ ਦੇ ਵਕੀਲੇ ਆਲਾ ਨੇ ਜੀ, ਇਹਨਾਂ ਨੂੰ ਜੋ ਮਰਜ਼ੀ ਕਹਿ ਲਓ, ਉਹਨਾਂ ਨੂੰ ਕੁਝ ਕਹੋਗੇ ਨਾ, ਉਹਨਾਂ ਦੀ ਚਲੋ ਜੀ ਕੋਈ ਵੀ ਉਹਨਾਂ ਨੂੰ ਚੀਜ਼ ਕਹੋ, ਲਿਆ ਕੇ ਤੁਸੀਂ ਸਮਝੋ, ਬਿਸਮਿਲ੍ਲਾ ਉਹਨਾਂ ਨੂੰ ਕਹੋ। ਮੈਂ ਤੇ ਸਮਝਾ ਰਿਹਾ ਹੁਸੈਨ ਭਾਈ, ਨਹੀਂ ਮੈਂ ਨਹੀਂ ਤੇ ਮੈਂ ਇਹਨਾਂ ਨੂੰ ਸਮਝਾ ਕਹਿੰਦਾ ਰਿਹਾ। ਉਹਨਾਂ ਨਾਲ ਤੁਸੀਂ ਗੱਲ ਕਰਨੀ ਤੇ ਬੁਲਾ ਲੈਂਦੇ ਆ, ਕਰ ਲਓ ਗੱਲ ਉਹਨਾਂ ਨਾਲ। ਜੇ ਉਹਨਾਂ ਦੇ ਨਾਲ ਤੇ ਮੇਰੇ ਨਾਲ ਗੱਲ ਕਰ। ਮੇਰਾ ਤੇ ਮਕਸਦ ਸਿਰਫ ਇਤਨਾ ਹੈ ਮੈਂ ਕਿਸੇ ਤਰੀਕੇ ਨਾਲ ਰੌਲਾ ਨਾ ਪਾਓ ਤੇ ਕੋਈ ਇਲਮੀ ਗੁਫ਼ਤਗੂ ਕਰ ਲਓ, ਕੋਈ ਹੋਰ ਅਕਲੀ ਗੱਲਾਂ ਕਰ ਲਓ। ਨਹੀਂ अगर गल करनी है तो हुसैनी साहब ते, अगर गाल करनी है तो फिर अलामा साहब। ਹੁਸੈਨੀ ਸਾਹਿਬ, ਮੈਂ ਇੱਕ ਗੱਲ ਕੀਤੀ ਸੀ ਜਦੋਂ ਮੇਰੀ ਉਹਦੇ ਨਾਲ ਗੱਲਬਾਤ ਆਇਆ ਸੀ। ਮੈਂ ਕਿਹਾ ਤੂੰ ਇਹ ਦਜਾਲ ਕਜ਼ਾਬ ਜੋ ਕੁਝ ਕਹਿੰਦਾ ਰਹਿਣਾ ਤੇਰਾ ਠੀਕ ਹੈ, ਤੂੰ ਉਹਨੂੰ ਸਮਝਦਾ ਹੋਏਗਾ, ਤੇਰੇ ਦਿਲ 'ਚ ਇਹ ਗੱਲ ਹੋਏਗੀ।
ਅਗਰ ਆ ਕੇ ਕਹਿੰਦਾ ਸਾਡਾ ਕੀਤਾ ਅਸੀਂ ਬਿਆਨ ਕਰਨਾ, ਮੈਂ ਕਿਹਾ ਤੂੰ ਇਹੀ ਇਜਾਜ਼ਤ ਯਹੂਦੀਆਂ ਨੂੰ, ਈਸਾਈਆਂ ਨੂੰ, ਹਿੰਦੂਆਂ ਨੂੰ, ਸਿੱਖਾਂ ਨੂੰ ਦਿੰਦਾ ਕਿ ਤੇਰੇ ਨਬੀ ਦੇ ਬਾਰੇ 'ਚ ਆ ਕੇ ਉਹ ਇਹੋ ਜਿਹੇ ਅਲਫਾਜ਼ ਜੋ ਸਮਝਦੇ ਨੇ ਪਹਿਲਾਂ ਬਿਆਨ ਕਰਨ, ਮੈਂ ਕਿੱਦਾਂ ਆਪਣਾ ਬਿਆਨ ਕਰਾਂ ਫਿਰ ਮੈਂ ਗੱਲ ਕਰਾਂਗਾ, ਮੈਂ ਤੂੰ ਇਸ ਚੀਜ਼ ਦੀ ਇਜਾਜ਼ਤ ਦੇ ਸਕਦਾ? ਕਿਉਂ ਤੁਸੀਂ ਇੰਤਸ਼ਾਰ ਪਾਉਣ ਰਹੇ ਹੋ? ਤੇ ਅੱਗੋਂ ਫਿਰ ਉਹਨੇ ਜੋ ਕੁਝ ਮੇਰੇ ਮਾਂ-ਬਾਪ ਨੂੰ ਕਿਹਾ ਉਹ ਮੈਂ ਜਾਣਦਾ ਜਾਂ ਮੇਰੀ ਜ਼ਾਤ ਜਾਣਦੀ ਹੈ। ਤੇ ਇਸ ਲਈ ਇਹਨਾਂ ਦਾ ਜਿਹੜਾ ਇਹ ਬਿਹੇਵੀਅਰ ਹੈ ਨਾ, ਇਹ ਅਗਲੇ ਬੰਦੇ ਨੂੰ ਉਕਸਾਉਂਦਾ ਹੈ ਕਿ ਤੁਸੀਂ ਨਬੀ ਨੂੰ ਗਾਲਾਂ ਕੱਢੋ, ਕਿਉਂਕਿ ਇਹਨਾਂ ਨੂੰ ਨਬੀ ਨੂੰ ਬਿਨਾਂ ਕਿਸੇ ਨਾਲ ਪਿਆਰ ਪੂਰ ਕੋਈ ਨਹੀਂ ਹੈਗਾ। ਇਹ ਦੁਨਿਆਵੀ ਕੀੜੇ ਨੇ ਜਿਹੜੇ ਆਪਣੀ ਸ਼ੋਹਰਤ ਚਾਹੁੰਦੇ ਨੇ, ਔਰ ਇਹਨਾਂ ਨੂੰ ਕੋਈ ਐਸਾ ਦੀਨ ਦੇ ਨਾਲ ਲਗਾਓ ਨਹੀਂ ਹੈ ਕਿ ਕੋਈ ਸਿੱਧੇ ਰਸਤੇ ਤੇ ਆ ਜਾਏ ਜਾਂ ਕੋਈ ਕੁਝ ਸਿੱਖ ਲਵੇ ਕੁਝ ਨਾ। ਇਹਨਾਂ ਦਾ ਸਿਰਫ ਹੈ ਕੰਮ ਹੈ ਕਿ ਬਦਕਲਾਮੀ ਕਰਨੀ, ਅੱਗੋਂ ਨਬੀਆਂ ਦੀ ਤੋਹੀਨ ਸੁਣਨੀ ਔਰ ਉਹਨਾਂ ਦੀ ਉਮਹਾਤ ਤੇ ਤੋਹੀਨ ਸੁਣਨੀ ਔਰ ਇਹ ਰਿਕਾਰਡਿੰਗਾਂ ਕਰਨੀਆਂ ਔਰ ਉਹਨਾਂ ਨੂੰ ਪਲੇ ਕਰਨਾ। ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈਗਾ। ਜਿਹੜਾ ਕਿਸੇ ਅਕਾਬਰ ਦੀ ਆਪਣੀ ਇੱਜ਼ਤ ਕਰਦਾ ਨਾ, ਦੂਸਰੇ ਦੇ ਲਈ ਜ਼ੁਬਾਨ ਖੋਲਣ ਲੱਗਾ 10 ਵਾਰੀ ਸੋਚਦਾ ਯਾਰ ਇਹ ਪਲਟ ਕੇ ਮੇਰੇ ਵੱਡਿਆਂ ਨੂੰ ਨਾ ਕੁਝ ਕਹਿ ਦੇਵੇ, ਲੇਕਿਨ ਇਹਨਾਂ ਨੂੰ ਇਹ ਹਿਜਾ ਸ਼ਰਮ ਹੀ नहीं है। ये खुले आम लगे गवाह हो। ये हकीकत बात ये है कि ये एक हुसैनी साहब की वजह से हम सब इज्जत करते हैं, जैसे कि ताहिर भाई कह रहे हैं, ये एक गुंडा है और बदमाश है, चरकटा। और गुंडा बदमाश भी वो गलियों में जो होते नहीं, लूले लंगड़े किस्म के बदमाश, हर बंदे को थ्रेट करता है मैंने तेरी वीडियो ऑडियो पाकिस्तान भेज दी है, पाकिस्तान आओ। तू खुद जो है इटली में बैठा हुआ है, दूध दा तो ट्रक चलाना है, और ऐसे लगता है कि पूरी गवर्नमेंट ऑफ सऊदी अरेबिया, सारे मुल्क इंक्लूडिंग पाकिस्तान इसकी फिंगर टिप्स पे है कि जी मौलाना हजरत आला आमिर नजीर जैसे इशारा करेंगे तो लब्बैक सारी हुकूमतें इकट्ठी हो जाएंगी। और यार कोई शर्म करके आप भी दी का शोरबा। तूने कितनी दफा पूरी दुनिया को थ्रेट करता है, उनकी वीडियो भेजता, तो क्या पट ली है तूने? ये गुंडा है, वो कहते हैं तुम्हें जानता नहीं है, जिनकी औकात इसको एक चपेड़ परी हो ना, फेस टू फेस मिले, ये उठन जोगा ना रहे। ये सब माइक के बदमाश है जितने भी हैं ये। अभी आज मुझे कहता है मैंने तेरी ऑडियो भेज दी है पाकिस्तान, तो मैं क्या पहली दफा भेजी है तूने ऑडियो मेरी पाकिस्तान है? मैंने कहा कि हज़रत मसीह मौद जो है वो नबी करीम सल्लल्लाहु अलैहि वसल्लम के सिल और ब्रूज है। कहता नहीं वो तो किसी जीरे ब्लेड के सिल और ब्रूज है। मैंने कहा तूने नबी करीम सल्लल्लाहु अलैहि वसल्लम को ये कहा नाउज़ुबिल्लाह का वो जीरा ब्लेड है? कहता तूने रसूल अल्लाह को गाली निकाली ना। ये यानी कि जो मर्जी कहें वो ठीक है, साथ ही जी रसूल अल्लाह को तूने गाली निकाली, गाली निकाली, यानी कि ये इस हद तक गिर चुके हैं। ऐसे अगला भी करे। जमील भाई, कल की बात ही है ना, जब हुसैनी साहब का नाम लेकर ब्राड चलाई गई और मैं धोखे से उसमें चला गया, राइट? और उसके बाद फिर मैंने देखा आप भी मौजूद थे, आमन वो भी, इनके हुसैनी भाई के अलामा साहब भी मौजूद थे और इनके चहीते वहाँ पे मौजूद थे। जो ज़ुबान उन्होंने इस्तेमाल की, मैं तो उससे उतर आया, मुझे एहसास हो गया। मैंने हुसैनी भाई को आवाज़ें दी, पता चला मैंने जब आपको देखा तो मैं भी क्या, मैं हुसैनी साहब भी ब्रॉड है, लेकिन वो जब ये गालियां निकाल रहा है, ये गालियां निकाल रहा है मसीह को, ब्रॉड गिर नहीं रही, वो फौरन क्लू होता है इस चीज का कि ये हुसैनी साहब की ब्रॉड नहीं है। और ये इतना बेशर्म आदमी है कि एक बंदा तेरी इतनी इज्जत करता है, हुसैनी साहब, उनका नाम बदनाम कर रहे हैं। ऐसा जलील आदमी यार। ਮੈਂ ਉਸ ਬਰਾੜ ਤੇ ਜਾਣ ਤੋਂ ਪਹਿਲਾਂ ਮੈਂ ਉਹਨੂੰ ਕਲਿੱਕ ਕਰਕੇ ਦੇਖ ਲੈਣਾ ਇਹਦੇ ਫਾਲੋਅਰ ਕਿੰਨੇ ਨੇ, ਮੈਨੂੰ ਪਤਾ ਰਹਿੰਦਾ 2 ਨੰਬਰ ਹੈਗੀ ਨਾ, ਕਿਉਂਕਿ ਜਿਸ ਗੱਲਾਂ ਹੋ ਰਹੀਆਂ ਨਹੀਂ ਉਹ ਸਾਡੀ ਬਰਾੜ ਤੇ ਨਹੀਂ ਹੋ ਸਕਦੀਆਂ। ਮੈਂ ਉਹਨਾਂ ਨੂੰ ਕਲਿੱਕ ਕਰਕੇ ਦੇਖ ਲੈਣਾ ਕਿੰਨੇ ਇਹਦੇ ਮੈਂਬਰ ਕਿੰਨੇ ਨੇ ਨਾ, ਫਾਲੋਅਰ ਕਿੰਨੇ ਨੇ, ਫਿਰ ਮੈਂ ਉੱਤਰ ਜਾਣਾ। ਉਹਨੇ ਉਹ ਗੱਲ ਠੀਕ ਹੈ, ਲੇਕਿਨ ਮੈਂ ਜਮੀਲ ਭਾਈ ਨੂੰ ਦੇਖ ਕੇ ਆ ਗਿਆ, ਜਮੀਲ ਭਾਈ ਮੈਨੂੰ ਦੇਖ ਕੇ ਆ ਗਿਆ, ਤੇ ਹੁਸੈਨੀ ਭਾਈ ਦਾ ਨਾਮ ਲਿਖਿਆ ਤੇ ਉਹ ਮੌਸੂਫ ਮੌਜੂਦ ਸੀ, ਤੇ ਇੰਜ ਲੱਗਦਾ ਨਾ ਕਿ ਮਤਲਬ ਇਹ ਉਹੀ ਬਰਾੜ ਹੋਏਗੀ ਤੇ ਅਸੀਂ ਆ ਜਾਂਦੇ। ਹੁਣ ਜਮੀਲ ਭਾਈ ਇਹਨਾਂ ਨੂੰ ਕੁਛ ਨਾ ਕਿਹਾ ਜਾਏ, ਸਿਰਫ ਆਇਨਾ ਇਹਨਾਂ ਦੇ ਸਾਹਮਣੇ ਰੱਖਤਾ ਜਾਏ ਨਾ, ਇਹਨਾਂ ਦੀ ਹਰ ਸ਼ੈ ਸੜ ਜਾਂਦੀ ਕਿ ਜੋ ਕੁਛ ਤੁਸੀਂ ਅਹਿਮਦੀਆਂ ਦੇ ਨਬੀ ਦੇ ਬਾਰੇ 'ਚ ਕਿਹਾ ਹੈ, ਉਹਨਾਂ ਦੇ ਅਕਾਬਰੀਨ ਦੇ ਬਾਰੇ 'ਚ ਕਿਹਾ, ਉਹੀ ਸਭ ਕੁਛ ਜਿਸ ਜੋਸ਼ੋ ਖਰੋਸ਼ ਨਾਲ ਤੁਸੀਂ ਜੋ ਕੁਛ ਵੀ ਕਿਹਾ ਉਹ ਤੁਸੀਂ ਆਪਣੇ ਅਕਾਬਰੀਨ ਲਈ ਵਾਪਸ ਲੈ ਜਾਓ। ਇਹ ਦੱਸਾਂ ਸ਼ਾਤਮੀਅਤ ਹੋ ਗਈ। ਉਠੋ ਤੁਹਾਡੀ ਅਸੀਂ ਇਹ ਗੁੰਡੇ ਨੇ। ਟੋਨੀ ਗੱਲ ਦੱਸਾਂ ਕੀ ਹੈ, ਉਹ ਹੁਸੈਨੀ ਸਾਹਿਬ ਦੇ ਪਿਆਰ 'ਚ ਇੱਥੇ ਨਹੀਂ ਆਂਦਾ। ਇਹਦੀ ਬਰਾੜ ਤੇ ਇਹਨੂੰ ਸਵਾਏ ਉਹ ਇੱਕ ਦਰੀਸ ਸਾਹਿਬ ਨੇ, ਉਹਨਾਂ ਤੋਂ ਇਲਾਵਾ ਇਹਨੂੰ ਕੋਈ ਮੂੰਹ ਨਹੀਂ ਲਾਉਂਦਾ, ਨਾ ਇਹਨਾਂ ਦੀ ਕੋਈ ਬਰਾੜ ਤੇ ਜਾਂਦਾ ਹੈ। ਉਹ ਇੱਥੇ ਸਿਰਫ ਇਸ ਲਈ ਆਂਦਾ ਕਿ ਇੱਥੇ ਟਰੂਥ ਸੀਕਰ
ਵਾਟਰ ਬੰਬਾਸਟਿਕ ਤੂੰ ਦੂਜੇ ਤੀਜੇ ਨੂੰ ਲੱਭ ਜਾਣਗੇ ਸਬਰ ਸਾਈਡ। ਜਦੋਂ ਇੱਥੇ ਉਹ ਆਵੇ ਸਾਰੇ ਉੱਤਰ ਜੋ ਥੱਲੇ। ਮੈਂ ਵੇਖਦਾ ਸਾਡੀ ਸਾਡੀ ਬਰਾੜ ਤੋਂ ਕਿੰਨੀ ਵਾਰੀ ਆਏਗਾ। लो भी आज उतर जाते हैं सारे, बुलाओ जी उसे, उतरते हैं सारे। ਜਦੋਂ ਉਹ ਆਵੇ राणा साहब ਬਰਾੜ तुसी ਤੇ भी ਕੋਈ उतरना ਆਮਦੀ ना है। रवे। मैं ਵੇਖਦਾ ਕਿੰਨੀ ਵਾਰੀ ਆਏਗਾ ਬਰਾੜ ਦੇ ਤੇ। 2 ਵਾਰੀ सब आएगा, बात तीसरी बिल्कुल बारी सही नहीं कर रहे हो राणा साहब, ठीक है, बुलाओ जी इसको, आप देखते हैं कितने आएगा। बंदे मैं मेरे उतरते ਹੁੰਦਿਆਂ ਉੱਤੇ ਆਏਗਾ। ਮੈਂ ਤਾਂ ਕਿਸੇ ਨੂੰ ਗੱਲ ਹੀ ਨਹੀਂ ਕਰਨ ਦੇਣੀ। हैं। हाँ तो बस फिर गल जो हो ही नहीं सकती एक पूरी, तो मतलब कि वैसे ख्वाहिशात का इजहार करना गलत है। आप बुला लो, मैं देख तो लेते हैं सैनी साहब कौन को उतर कहा, जाता है। नहीं मैंने सैनी साहब को कहा अगर वो ऊपर बैठा तो मैंने नहीं ऊपर आना। अगर मैं ऊपर बैठा हूं तो वो नीचे से उसको ना ले, फिर सीधी गाली है। दूसरा काम को नहीं है। ये वाली बात आपकी सिर्फ फिर हुसैनी साहब आपकी बात मान सकते हैं और तो किसी की नहीं मानते। ਉਹਨੇ मैं ਗੱਲ क्या ਹੈ मैं ਵੇ मैंने ना चुके हो सिंपल गल है। ਉਹਨੇ नहीं, ਗੱਲ इस तरह कर लेंगे कि मेरे तो सारे दोस्त हैं। मेरा ख्याल है मैं एक वक्त में एक बंदे को उठाया करूं, उसकी तालीमात जो वो मुझे हदायत वगैरह दे वो मैं सुन लूं, फिर मैं दूसरे बंदे को उठाऊं, उसकी तकरीर और उसकी हदायत इर्शादात सुन लूं, फिर तीसरे को उठाऊं, उसके मलफूजात सुन लूं। तो इस तरीके से नहीं नहीं सैनी साहब तुम चुको जो दिल करदा मैं ते ਇਹਨਾਂ ਨਾਲ ਉਹ ਲੱਗਾ ਸੈਣੀ ਇਹ ਸਾਹਿਬ ਜਿਹੜੇ ਉਹਦੇ ਤੁਸੀਂ ਤੇ ਇਤਰਾਜ਼ ਕਰਦੇ ਨੇ। ये ਤੁਹਾਨੂੰ ਕਿਸੇ ਦਾ ਅਸਰ ਨਹੀਂ ਹੋ ਸਕਦਾ। ਜਿੰਨੇ ਮਰਜ਼ੀ ਆ ਜਾਣ, ਤੁਸੀਂ ਕਰਨਾ ਉਹੀ ਹੈ ਜੋ ਕੁਝ ਤੁਸੀਂ ਕਰਨਾ, ਔਰ ਤੁਹਾਡਾ ਹੱਕ ਵੀ ਹੈ। ਮੁੰਨੇ ਸਿਰ ਮੈਂ ਗੱਲ ਕਰਨਾ ਕਿ ਤੂੰ ਜਾਣਨਾ ਹੈ ਕਿੰਨਾ ਲੰਬਾ ਅਰਸਾ ਇਹਦੇ ਨਾਲ ਅਸੀਂ ਇੰਤਹਾਈ ਪਿਆਰ ਨਾਲ ਅਦਬ ਨਾਲ ਗੱਲ ਕੀਤੀ। ਹਮੇਸ਼ਾ ਮੇਰੀ ਜ਼ੁਬਾਨ ਤੈਨੂੰ ਯਾਦ ਹੋਏਗਾ ਕਿ ਮੈਂ ਕਿਸ ਤਰ੍ਹਾਂ ਦੀ ਜ਼ੁਬਾਨ ਇਸਤੇਮਾਲ ਕਰਕੇ ਇਹਨਾਂ ਇਹੀ ਕਹਿੰਦਾ ਰਿਹਾ ਕਿ ਯਾਰ ਇਖਤਲਾਫੇ ਰਾਏ ਰੱਖੋ, ਲੇਕਿਨ ਜ਼ੁਬਾਨ ਦੇ ਵਿੱਚ ਜਿਹੜੇ ਅਲਫਾਜ਼ ਤੁਸੀਂ ਇਸਤੇਮਾਲ ਕਰਦੇ ਹੋ, ਤੁਸੀਂ ਦੂਸਰੇ ਨੂੰ ਮਜਬੂਰ ਨਾ ਕਰੋ ਟੋਨੀ ਇੱਥੇ ਕਿ ਰੁਕ ਜਾ। ਉਸ ਨੈਜ ਤੇ ਆ ਟੋਨੀ ਇੱਥੇ ਰੁਕ ਜਾ। ਮੈਂ ਤੈਨੂੰ ਦੱਸਦਾ ਇਹ ਕਦੀ ਵੀ ਏਡਾ ਬਦ ਅਖਲਾਕ ਨਹੀਂ ਸੀ ਹੈਗਾ। ਹੋਇਆ ਕੀ ਹੈ ਇੱਥੇ ਉਮਰ ਬਾਪ ਆ ਗਈ ਹੈ, ਪੀਰ ਸਾਹਿਬ ਕੋ ਅੱਛਾ ਇਲਮ ਹੈ, ਹੋਰ 2-4 ਜ਼ਫਰੁल्ला शाह ਹੈ ਜਿਨ੍ਹਾਂ ਕੋ ਇਹ ਤੋਂ ਕੁਰਾਨ ਹਦੀਸ ਦਾ ਇਲਮ ਜ਼ਿਆਦਾ ਹੈ ਔਰ ਲੋਕ ਉਹਨਾਂ ਨਾਲ ਜ਼ਿਆਦਾ ਮਾਇਲ ਹੋ ਗਏ ਸੀ। ਸਿਰਫ ਔਰ ਸਿਰਫ ਇਹਨੇ ਬਦ ਕਲਾਮੀ ਇਸ ਲਈ ਸ਼ੁਰੂ ਕੀਤੀ ਕਿ ਇਹ ਵਾਪਸ ਮੋੜੋ ਔਰ ਇਹਨੇ ਉਹਨਾਂ ਦੇ ਖਿਲਾਫ ਮਹਾਜ਼ ਖੋਲਿਆ। ਅੱਜ ਵੀ ਉਮਰ ਬਾਪ ਔਰ ਪੀਰ ਸਾਹਿਬ ਇਹਦੇ ਨਾਲ ਨਹੀਂ ਬੋਲਦੇ। ਕਿਉਂ ਕਿ ਉਹ ਸਮਝਦੇ ਕਿ ਤੂੰ ਆ ਕੰਮ ਗਲਤ ਕਰਨ ਡਿਆ। ਇਹ ਕਹਿੰਦਾ ਤੁਸੀਂ ਇਸਲਾਮ ਦੇ ਕਾਜ਼ ਨੂੰ ਨੁਕਸਾਨ ਪਹੁੰਚਾਉਂਦੇ ਹੋ। ਇਹਨੇ ਰੱਦੇ ਕਾਜ਼ੀਆਂ ਨੂੰ ਇਸਲਾਮ ਦਾ ਕਾਜ਼ ਬਣਾ ਲਿਆ ਬਜਾਏ ਇਹਦੇ ਕਿ ਕੋਈ ਹੋਰ ਕਾਜ਼ ਹੈ ਇਸਲਾਮ ਦਾ ਨਾ। ਇਹਨੇ ਉਹਨਾਂ ਨੂੰ ਵੀ ਦੂਸਰਿਆਂ ਤੋਂ ਦੂਰ ਕੀਤਾ। ਫਿਰ ਇੱਕ ਵਾਰੀ ਕੀ ਹੋਇਆ, ਮਲਕ ਇਹ ਕੋਈ ਫੰਡ ਰੇਜ਼ ਕਰਨ ਦੇ ਸੀ। ਮਲਕ ਕੈਸੇ ਨੇ ਕਿਹਾ ਕਿ ਫੰਡ ਮੇਰੇ ਕੋਲ ਜਮ੍ਹਾਂ ਕਰਾ ਦਿਓ। ਉਹਨੇ ਕਿਹਾ, ਇਹਨਾਂ ਨੇ ਕਿਹਾ ਯਾਰ ਰਸੂਲ ਨੇ ਇਹਨੇ ਕਿਹਾ ਫੰਡ ਤੇ ਆ ਜਾਣੇ ਨੇ ਸ਼ਹਿਨਸ਼ਾਹ ਦੇ ਕੋਲ ਤੇ ਅਸੀਂ ਕਿੱਧਰ ਜਾਣਾ। ਇਹਨੇ ਉਹਨੂੰ ਵੀ ਲਗੇ ਦਿਆ, ਉਹਦੇ ਨਾਲ ਵੀ ਬਾਈਕਾਟ ਕਰਾਇਆ। ਜਿਹੜਾ ਬੰਦਾ ਜਿੱਥੇ ਇਹਦੀ ਪਾਪੂਲੈਰਿਟੀ ਡਾਊਨ ਹੋਣ ਲੱਗਦੀ ਹੈ, ਇਹਦੇ ਬਦਕਲਾਮ ਹੋਇਆ ਹੀ ਸਿਰਫ ਇਸ ਲਈ ਹੈ ਕਿ ਪਾਪੂਲਰ ਹੋਣ ਲਈ ਦੁਬਾਰਾ, ਕਿਉਂਕਿ ਇਹ ਡਾਊਨ ਪਿੱਛੇ ਚਲਾ ਗਿਆ ਸੀ, ਦੂਜੇ ਅੱਗੇ ਆ ਗਏ ਸੀ। ਮਾਸ਼ਾਅੱਲਾ ਉਹਨਾਂ ਕੋਲ ਇਲਮ ਹੈ ਕੁਰਾਨ ਦਾ, ਮੇਰੇ ਬਾਪ ਕੋ ਵੀ, ਪੀਰ ਸਾਹਿਬ ਕੋ ਵੀ, ਜ਼ਫਰੁल्ला शाह ਕੋ ਵੀ। ਇਹ ਉਹਨਾਂ ਦੇ ਮੁਕਾਬਲੇ ਤੇ ਨਹੀਂ ਸੀ ਆ ਸਕਦਾ। ਇਹਦੇ ਕੋਲ ਕੀ ਆ, ਸਿਰਫ ਜਮਾਤੀ ਹਵਾਲੇ, ਔਰ ਇਹਦੇ ਕੋਲ ਕੋਈ ਦੂਜਾ ਨਹੀਂ ਹੈ। ਅੱਜ ਵੀ ਆਮਰ ਇੱਕ ਬਰਾੜ ਤੋਂ ਸੀ ਬੰਦਾ ਇੱਕ, ਉਹ ਕੁਰਾਨ ਤੋਂ ਗੱਲ ਕਰ ਰਿਹਾ ਸੀ। ਇਹਨੇ ਉਹਦੀ ਜ਼ਾਤੀ, ਇਹਨੇ ਉਹਨੂੰ ਸਿਰਫ ਜ਼ਾਤੀਆਤ ਤੇ ਗੱਲ ਕੀਤੀ ਉਹਦੇ ਨਾਲ ਕਿ ਤੇਰਾ ਜਨਾਜ਼ਾ ਜਿਹੜਾ ਸਾੜਿਆ ਜਾਏਗਾ, ਦੱਬਿਆ ਜਾਏਗਾ, ਚੀਲਾਂ ਨੂੰ ਪਾਇਆ ਜਾਏਗਾ, ਕਿ ਪਹਾੜਾਂ ਤੇ ਸੁੱਟਿਆ ਜਾਏਗਾ। ਇਹੋ ਜਿਹੀਆਂ ਗੱਲਾਂ ਉਹਨਾਂ ਕਰਦਾ ਰਿਹਾ, ਜ਼ਾਤੀਆਤ ਤੇ ਆ ਗਿਆ। ਇਹ ਸਿਰਫ ਔਰ ਸਿਰਫ ਸ਼ੁਭਦਾਬਾਦ ਔਰ ਸਿਰਫ ਲੋਕਾਂ ਦੀ ਨਾ ਹਮਦਰਦੀ ਚਾਹਦਾ ਕਿ ਮੇਰੇ ਨਾਲ ਲੋਕ ਜ਼ਿਆਦਾ ਇਕੱਠੇ ਰਹਿਣ। ਇਹ ਉਹੀ ਬੰਦਾ ਜਿਹੜਾ ਉੱਥੇ ਬਰਾੜ ਦੇ ਬੰਦਿਆਂ ਨੂੰ ਕਹਿੰਦਾ ਜਾਓ ਜਾ ਕੇ ਸਾਨੀ ਦੀ ਬਰਾੜ ਜਾ ਕੇ ਗਾਲਾਂ ਕੱਢ ਕੇ ਆਓ ਤੇ ਉੱਥੇ ਗਦਰ ਪਾ ਕੇ ਆਓ ਜਾ ਕੇ ਨਾ। ਇਹ ਕੰਮ ਕਰਦਾ ਸੀ ਇਹ। ਤੇ ਉਦੋਂ ਦਾ ਮੈਨੂੰ ਪੀਰ ਨੇ ਪੁੱਛਿਆ ਕਿ ਤੂੰ ਤੇ ਇਹਦਾ ਐਡਾ ਕਲੋਜ਼ ਸੀ, ਤੂੰ ਕਿਵੇਂ ਪਰਾਂ ਹੋ ਗਿਆ। ਮੈਂ ਕਿਹਾ ਪੀਰ ਸਾਹਿਬ ਜੋ ਤੁਹਾਡੇ ਨਾਲ ਹੋਇਆ ਉਹ ਮੇਰੇ ਨਾਲ ਹੋਇਆ। ਉਹਨੇ ਮੈਨੂੰ ਵੀ ਇਸਤੇਮਾਲ ਕੀਤਾ ਆਪਣੀ ਪਾਪੂਲੈਰਿਟੀ ਲਈ, ਮੈਨੂੰ ਗਾਲਾਂ ਕੱਢੀਆਂ, ਮੇਰੇ ਮਾਂ ਪਿਓ ਨੂੰ ਗਾਲਾਂ ਕੱਢੀਆਂ। ਅੱਗੇ ਤੇ ਐਡਾ ਬਦਕਲਾਮ ਹੁੰਦਾ ਹੀ ਨਹੀਂ ਸੀ, ਇਹ ਹੁਣ ਹੋਇਆ ਸਿਰਫ ਪਾਪੂਲੈਰਿਟੀ ਦੀ ਵਜ੍ਹਾ ਨਾਲ ਕਿ ਡਾਊਨ ਹੋ ਗਿਆ। ਇਹ ਬਦਕਲਾਮੀ ਕਰੇਗਾ ਤੇ ਇਹਦੇ ਨਾਲ ਮੁੰਡੇ ਜੁੜਨਗੇ। ਇੰਨਾ ਰੌਲਾ ਸਾਰਾ। ਤੁਹਾਨੂੰ ਜੋ ਪਤਾ ਸਾਰਿਆਂ ਨੂੰ ਬਦਕਲਾਮ ਨਾ ਲਾਓ ਮੂੰਹ, ਫਰਕ ਕਰੋ, ਬੈਠੇ ਨਾਲ ਜੋ ਕਰਨਾ ਕਰੇ। ਦੂਜਾ ਮੈਸੇਜ ਹੁੰਦਾ ਸੀ ਕਿ ਮੇਰੇ ਬਾਰੇ 'ਚ ਕਿ ਇਹ ਬੜਾ ਠੰਡਾ ਮਿਜ਼ਾਜ ਦਾ ਬੰਦਾ ਹੈ, ਇਹ ਕੋਈ ਸਖਤ ਗੱਲ ਨਹੀਂ ਕਰਦਾ, ਰਾਈਟ। ਔਰ ਮੈਂ ਤੈਨੂੰ ਪਤਾ ਯਾਰ ਅਸੀਂ, ਲੇਕਿਨ ਇਹਨਾਂ ਦੇ ਮੁਸਲਸਲ ਇੱਕ ਰਵੱਈਏ ਨੇ। ਤੁਸੀਂ ਮੈਂ ਕਹਿੰਦਾ ਇਹ ਲੱਤ ਨਾ ਹੀ ਲੱਗਦੀ ਟਿਕਟਾਕ ਦੀ, ਲੇਕਿਨ ਤੁਸੀਂ ਆ ਜਾਂਦੇ ਤਾਂ ਕੀ ਕਰਦੇ ਹੋ ਫਿਰ? ਤੁਹਾਡਾ ਆਹਿਸਤਾ ਆਹਿਸਤਾ ਡੋਜ਼ ਜਦੋਂ ਅੱਜ ਤੋਂ 1.25 ਸਾਲ ਪਹਿਲਾਂ ਬਰਾੜ ਤੇ ਆਇਆ ਨਾ, ਖੁਦਾ ਦੀ ਕਸਮ ਕਾਲ ਹੋਣੀ ਜਾਂ ਦੂਜੇ ਤੀਜੇ ਨੇ ਤਸਵੀਰ ਲਾ ਕੇ ਲੱਗੇ ਸੀ ਖੰਜੀਰ ਕਹਿਣ। ਮੈਂ ਕਿਹਾ ਯਾਰ
अस्सलाम वालेकुम। ਵਾਲੇਕੁਮ ਸਲਾਮ। ਇਹ ਕੀ ਹੋ ਗਿਆ ਜਵਾਨ ਨੂੰ? ਜੀ। ਤੁਸੀਂ ਖਰਾ ਟੱਪ ਗਏ ਨੇ। अस्सलाम वालेकुम रहमतुल्लाहि व बरकातुहू। हाँ जी। लगदा धमाके होए ने। मैं साडे आउण तो पहले लगदा धमाके होए। नहीं नहीं ठीक हो गया। ਮੈਂ ਸਵੇਰੇ ਸਨ ਉਹ ਪਤੀ ਨਾ ਕਿ ਨਾ ਇਹਦਾ ਇੱਥੇ ਆਉਂਦਾ ਬੰਦਾ ਨਾਸਰ ਉਹ ਕਹਿੰਦਾ ਸੀ ਇਹਨੂੰ ਵਾਟਰ ਦੀ ਉਹ ਬੇਇੱਜ਼ਤੀ ਕੀਤੀ ਨੇ ਕਿ ਤੂੰ ਭਾਈ ਹਾਂਜੀ। ਬੜਾ ਭੈੜਾ ਹੈ, ਤੂੰ ਉੱਥੇ ਜਾਂਦੀ ਕਿਵੇਂ? ਸਵੇਰੇ ਮੈਂ ਬਰਾੜ ਤੇ ਗਿਆ, ਵਰਿਆਮ ਹੈ ਨਾ ਹੈ ਨਾਸਰ ਅਹਿਮਦ ਦੀ ਬਰਾੜ ਦੇ। ਉਹ ਵਾਟਰ ਨੂੰ ਕਹਿੰਦਾ ਸੀ ਤੁਹਾਨੂੰ ਬੇਇੱਜ਼ਤੀ ਕਰਾਉਣ ਦੀ ਆਦਤ ਹੈ, ਤੁਸੀਂ ਅਮਨ ਨਜ਼ੀਰ ਸਾਹਿਬ ਨੂੰ ਤੇ ਸਾਨੀ ਸਾਹਿਬ ਨੂੰ ਮਿਰਜ਼ਾਈ ਕਰਕੇ ਆਪਣਾ ਐਮਜੀ ਕਰਕੇ ਛੱਡੋਗੇ, ਤੁਸੀਂ ਇੰਝ ਕਰਦੇ। ਬਹੁਤ ਬੇਇੱਜ਼ਤੀ ਕਰ ਰਿਹਾ ਸੀ ਇਹਨਾਂ ਦੀ। ਤੁਸੀਂ ਜਾਂਦੇ ਕਿਉਂ ਉੱਥੇ? ਰਹਿ ਜਗ੍ਹਾ ਥੱਲੇ ਬੜੀ ਅੱਛਾ। ਬੇਇੱਜ਼ਤੀ ਹੋ ਰਹੀ ਸੀ ਇਹਦੀ ਗਰੀਬ ਦੀ। ਮੈਂ ਆਖਿਆ ਲਾਰੈਂਸ ਬਿਸ਼ਨੋਈ ਬਣਾਤਾ ਜੀ ਮੈਨੂੰ ਤੇ। जी ਇੰਡੀਆ ਦੇ ਵਿੱਚ ਨਾ ਇੱਕ ये ਗੈਂਗਸਟਰ ਹੈ। बनाता है। ਗੈਂਗਸਟਰ ਇੱਕ ਅੱਛਾ। ਇੰਡੀਆ ਦਾ ਬੜਾ ਮਸ਼ਹੂਰ ਹੈ, ਪੂਰੇ ਇੰਡੀਆ 'ਚ ਇਸ ਵੇਲੇ ਛਾਇਆ ਪਿਆ ਹੈ। ਸਿੱਧੂ ਮੂਸੇਵਾਲੇ ਦਾ ਉਹਨੇ ਕਤਲ ਕਰਵਾਇਆ ਸੀ। ਲਾਰੈਂਸ ਬਿਸ਼ਨੋਈ ਉਹਦਾ ਨਾਂ ਹੈ। ਉਹਨੂੰ ਗਵਰਨਮੈਂਟ ਦੀਆਂ ਏਜੰਸੀਆਂ ਇੰਨਾ ਸਪੋਰਟ ਕਰਦੀਆਂ ਨੇ ਕਿ ਉਹਨੂੰ। ओके सही हो। ਨਹੀਂ, ਹਿੰਦੂ ਹੈ ਮੁੰਡਾ। लॉरेंस हैं। ਲਾਰੈਂਸ ਬਿਸ਼ਨੋਈ ਉਹਦਾ लॉरेंस को मैं ਬਿਸ਼ਨੋਈ- समझ रहा कि ਇਹ ਹਿੰਦੂ ਵੀ ਅੱਛਾ, ਰੱਖਦੇ ਨੇ ਬਿਸ਼ਨੋਈ। ਲਾਰੈਂਸ ਨੂੰ। ਬਿਸ਼ਨੋਈ ਉਹਨਾਂ ਦਾ ਕਬੀਲਾ ਹੈ। अच्छा ਉਹਨੇ ਸਲਮਾਨ ਖਾਨ ਨੂੰ ਵੀ ਥ੍ਰੈਟ ਕੀਤਾ। ਜਿਹੜਾ ਸਲਮਾਨ ਖਾਨ ਫਿਲਮੀ ਹੀਰੋ ਹੈ ਨਾ, ਤੁਸੀਂ ਜਾਣਦੇ ਹੋ ਉਹਦੇ। हाँ हाँ हाँ। ਸਲਮਾਨ ਖਾਨ ਨੇ ਕਿਰੇ ਉਹ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ਇੱਕ ਵਾਰੀ, ਕਾਫੀ ਸਾਲ ਪੁਰਾਣੀ ਗੱਲ ਹੈ। अच्छा ਤੇ ਉਹ ਬਿਸ਼ਨੋਈ ਕਬੀਲਾ ਜਿਹੜਾ ਨਾ, ਉਹ ਕਾਲੇ ਹਿਰਨ ਦੀ ਪੂਜਾ ਕਰਦਾ ਹੈ। अच्छा ਤੇ ਇਹਨੇ ਉਹਨੂੰ ਵੀ ਥ੍ਰੈਟ ਕੀਤਾ, ਬਲਕਿ ਬੰਦੇ ਵੀ ਟੋਰੇ ਉਹਨੂੰ ਕਤਲ ਕਰਵਾਉਣ ਵਾਸਤੇ ਨਾ, ਸਲਮਾਨ ਨੂੰ। हम्म। ਚਲੋ ਅੱਲਾ ਨੇ ਉਹਦੀ ਜ਼ਿੰਦਗੀ ਰੱਖੀ ਸੀ, ਬਚ ਗਿਆ। ਤੇ ਸਿੱਧੂ ਨੂੰ ਮੂਸੇ ਵਾਲੇ ਨੂੰ ਕਤਲ ਕਰਵਾਇਆ। ਤੇ ਇਸ ਵਕਤ ਉਹ ਏਜੰਸੀਆਂ ਉਹਦੇ ਮਗਰ ਇੰਨਾ ਕੁ ਉਹਨੂੰ ਸਪੋਰਟ ਕਰਦੀਆਂ ਨੇ ਕਿ ਇਹ ਵੀ ਨਹੀਂ ਰਿਸਕ ਲੈਂਦੀਆਂ ਕਿ ਉਹਨੂੰ ਪੰਜਾਬ ਪੁਲਿਸ ਦੇ ਹਵਾਲੇ ਕਰੀਏ, ਮੇਰੇ ਪੁਲਿਸ ਮੁਕਾਬਲਾ ਇਹਨੇ ਬਣਾ ਸਕਣ। हाँ ਆਪਣੀ ਦਿੱਲੀ ਦੇ ਕੋਲ ਹੀ ਰੱਖੀ। एजेंसियां वास्ते काम करदा हो। ਹਾਂਜੀ, ਇਹ ਸਮਝ ਲਓ ਸੀ ਏਜੰਸੀਆਂ ਦਾ ਹਲਕਾ ਹੈ। ਲੇਕਿਨ ਅਗਰ ਇਸ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਲੇਖਰਾਮ ਵਾਲਾ ਜਿਹੜਾ ਤੁਸੀਂ ਹਵਾਲਾ ਪੇਸ਼ ਕੀਤਾ ਆ, ਜੀ ਉਹ ਜਿਹੜੀ ਗੱਲ ਅਸੀਂ ਕਰਨੇ ਆ ਕਿ ਜਿਹੜੇ ਲਫ਼ਜ਼ ਨੇ ਬੁਰੇ ਲਫ਼ਜ਼, ਉਹ ਤੇ ਮੌਜੂਦ ਹੁੰਦੇ ਨੇ ਡਿਕਸ਼ਨਰੀ 'ਚ, ਔਰ ਮੌਕੇ ਦੀ ਮੁਨਾਸਬਤ ਨਾਲ ਇਸਤੇਮਾਲ ਵੀ ਹੁੰਦੇ ਨੇ। ਜੀ ਜੀ ਮੈਨੂੰ ਯਾਦ ਹੈ ਕਿ ਮੇਰੀ ਕਜ਼ਨ ਹੈ ਤੇ ਉਹਨਾਂ ਨੇ ਕਿਸੇ ਕੋਲੋਂ ਇਤਰਾਜ਼ ਲਿਆ ਕਿ ਕੁਰਾਨ ਸ਼ਰੀਫ ਬਾਰ ਚਾਹੁੰਦਾ ਤੁਹਾਨੂੰ ਜਨਮ ਵੀ ਛੱਡ ਦਿਆਂਗੇ, ਤੁਹਾਨੂੰ ਅੱਗ ਵੀ ਛੱਡ ਦਿਆਂਗੇ, ਤੇ ਅੱਲਾਹ ਤਾਲਾ ਇਤਨਾ ਨਾਰਾਜ਼ ਤੇ ਸਖਤੀ ਕਿਉਂ ਕਰਦਾ? ਉਹਨਾਂ ਨੇ ਬਜਾਏ ਉਹਨੂੰ ਮੁਹਾਵਰੇ ਨੂੰ ਪੜ੍ਹਨ ਦੇ ਕਿ ਕਿਸ ਗੱਲ ਦੇ ਨਤੀਜੇ 'ਚ ਗੱਲ ਕਹੀ ਗਈ ਹੈ, ਕਿ ਮਜ਼ਮੂਨ ਬਿਆਨ ਹੋ ਰਿਹਾ, ਸਿਰਫ ਇਸ ਲਫ਼ਜ਼ ਨੂੰ ਚਾਹ ਲਿਆ ਵੀ ਇਹ ਕਿਉਂ ਕਿਹਾ। ਤੋ ਚੀਜ਼ ਇਹ ਹੈ ਕਿ ਜਿਹੜੇ ਬੁਰੇ ਤੋਂ ਬੁਰਾ ਲਫ਼ਜ਼ ਵੀ ਅਗਰ ਬਾਰ ਮਹਲ ਬੋਲਿਆ ਜਾਏ ਤੇ ਉਹ ਬੁਰਾ ਨਹੀਂ ਹੁੰਦਾ। ਉਹਨੂੰ ਅਮਰੇ ਹੱਕ ਕਹਿੰਦੇ ਨੇ, ਜਾਂ ਬਿਆਨੇ ਹੱਕ ਹੈ ਬਿਆਨੇ ਹੱਕ ਬਿਆਨੇ ਹੱਕ ਹੈ ਕਿ ਉਹ ਉਸ ਵਕਤ ਉੱਥੇ ਉਹ ਸਾਦਕ ਆ ਰਿਹਾ, ਇਸ ਕਰਕੇ ਉਹ ਲਫ਼ਜ਼ ਉੱਥੇ ਬੋਲਿਆ ਗਿਆ। ਤੇ ਲੇਖਰਾਮ ਜਿਹੜਾ ਹੈ ਉਹ ਪਹਿਲ ਕਰਦਾ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਮੁਤਲਕ ਦੁਸ਼ਨਾਮ ਤਰਾਜ਼ੀ ਕਰਦਾ ਹੈ, ਐਸੇ ਲਫ਼ਜ਼ ਬੋਲਦਾ ਹੈ। ਉਹਦੇ ਜਵਾਬ ਵਿੱਚ ਮਿਰਜ਼ਾ ਸਾਹਿਬ ਨੇ ਐਸੀਆਂ ਗੱਲਾਂ ਉਹਦੇ ਵਾਸਤੇ ਕਈਆਂ ਨੇ, ਮਿਰਜ਼ਾ ਸਾਹਿਬ ਨੇ ਪਹਿਲ ਨਹੀਂ ਕੀਤੀ ਉਹਦੇ ਨਾਲ। ਇਹ ਦਾਵਾ ਜਿਹੜਾ ਤੁਹਾਡਾ ਹੈ, ਇਹ ਤੁਹਾਡੇ ਇਸ ਦਾਅਵੇ ਨੂੰ ਉਹਨੇ ਝੁਟਲਾਇਆ ਹੈ ਵੈਸੇ, ਪਰ ਮੈਂ ਉਹਦਾ ਕੋਈ ਵਕੀਲ ਨਹੀਂ। ਮੈਂ ਕਹਾਂ ਕਿ ਉਹਦੀ ਗੱਲ ਦਰੁਸਤ ਹੈ ਤੇ ਤੁਹਾਡੀ ਗਲਤ ਹੈ। ਲੇਕਿਨ ਉਹਨੇ ਜਿਹੜੀ ਤਕਜ਼ੀਬੇ ਬਰਾਈਨ ਅਹਿਮਦੀਆ ਲਿਖੀ ਹੈ ਨਾ, ਉਹਦੇ 'ਚ ਉਹਨੇ ਬਾਕਾਇਦਾ ਇਹ ਗੱਲ ਕੀਤੀ ਹੈ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਸੀ ਪੈਗੰਬਰ ਇਸਲਾਮ ਦੇ ਬਾਰੇ ਕੋਈ ਜ਼ੁਬਾਨ ਦਰਾਜ਼ੀ ਕਰਨ ਦੀ, ਸਾਨੂੰ ਇਸ ਬੰਦੇ ਨੇ ਮਜਬੂਰ ਕੀਤਾ ਹੈ। ਸਾਡੇ ਦੇਵਤਿਆਂ ਦੇ ਬਾਰੇ, ਸਾਡਿਆਂ ਕਾਬਰੀਨ ਦੇ ਬਾਰੇ ਉਹਨੇ ਐਸੀਆਂ ਗੱਲਾਂ ਕੀਤੀਆਂ ਨੇ ਕਿ ਇਸ ਬੰਦੇ ਸਾਨੂੰ ਮਜਬੂਰ ਕੀਤਾ ਹੈ। ਮਜਬੂਰ ਕੀਤਾ ਤੇ ਫਿਰ ਉਹਨਾਂ ਗਾਲਾਂ ਕੱਢੀਆਂ ਰਸੂਲਾਂ ਨੂੰ। ਬੇਸ਼ੱਕ ਮੈਂ ਅਗਲੀ ਗੱਲ ਮੈਂ ਕਰਨ ਲੱਗਾ ਕਿ ਅਗਰ ਮਿਰਜ਼ਾ ਸਾਹਿਬ ਨੇ ਵੀ ਮਜਬੂਰ ਕੀਤਾ ਹੋਵੇ, ਜਦੋਂ ਉਹਨੇ ਪੈਗੰਬਰ ਇਸਲਾਮ ਨੂੰ ਗਾਲਾਂ ਕੱਢੀਆਂ, ਤੇ ਫਿਰ ਉਹ ਬੰਦੇ ਨੂੰ ਹਰਾਮ ਜ਼ਿਆਦਾ ਕਹਿਣਾ ਕੋਈ ਵੱਡਾ ਮਸਲਾ ਹੀ ਨਹੀਂ ਹੈ। ਮੇਰੀ ਨਜ਼ਰ 'ਚ ਤੇ ਮਿਰਜ਼ਾ ਸਾਹਿਬ ਨੇ ਗਲਤ ਨਹੀਂ ਕੀਤਾ ਅਗਰ ਉਹਨੂੰ ਹਰਾਮ ਜ਼ਿਆਦਾ ਕਿਹਾ। ਲੇਕਿਨ ਟੋਨੀ ਸਾਹਿਬ ਨੇ ਨੇਰ ਪਾਤਾ ਨਾ। ਹਾਂ, ਟੋਨੀ ਸਾਹਿਬ ਫਰਮਾਉਂਦੇ ਨੇ
ਕਿ ਜਿਹੜਾ ਕਿਸੇ ਨੂੰ ਹਰਾਮਜ਼ਾਦਾ ਕਹਿੰਦਾ ਉਹ ਖੁਦ ਹਰਾਮਜ਼ਾਦਾ ਹੁੰਦਾ ਹੈ। ਫਿਰ ਕਹਿੰਦੇ ਨੇ ਕਿ ਨਹੀਂ, ਕਿਸੇ ਦੇ ਕਾਬਰ ਨੂੰ ਹਰਾਮਜ਼ਾਦਾ ਕਹਿਣਾ ਉਹ ਖੁਦ ਹਰਾਮਜ਼ਾਦਾ ਹੁੰਦਾ। ਅਸਲ ਅਸੂਲ ਤੇ ਇਹੋ ਹੀ ਹੈ ਨਾ, ਤੁਹਾਡੇ ਨਾਲ ਵੀ ਇਹੋ, ਤੁਹਾਡੇ ਨਾਲ ਜਿਸ ਵਕਤ ਇਤਰਾਜ਼ ਹੁੰਦਾ ਵੀ ਤੁਸੀਂ ਬਹੁਤ ਗਾਲਾਂ ਕੱਢਦੇ ਹੋ, ਤੁਸੀਂ ਬਹੁਤ ਦੁਸ਼ਨਾਮਤਰਾਜ਼ੀ ਕਰਦੇ ਹੋ, ਤੁਸੀਂ ਆ ਕਰਦੇ ਹੋ, ਉਹਦੇ ਮਤਲਬ ਤੁਹਾਨੂੰ ਨਾਲ ਜ਼ਿਕਰ ਆ ਗਿਆ ਤੇ ਤੁਹਾਡਾ ਇਹੋ ਹੀ ਬਿਆਨ ਹੈ ਨਾ ਕਿ ਤੁਸੀਂ ਕਿਸੇ ਨੂੰ ਪਹਿਲ ਨਹੀਂ ਉਹ ਕਰਦੇ ਗਾਲ ਕੱਢਣ ਵਿੱਚ, ਔਰ ਫਿਰ ਅਗਰ ਕੋਈ ਕਮੀ ਪੇਸ਼ੀ ਹੋਵੇ ਵੀ ਤੇ ਬਰਦਾਸ਼ਤ ਵੀ ਕਰ ਲੈਂਦੇ ਹੋ, ਫਿਰ ਅਗਰ ਇੰਤਹਾ ਹੋ ਜਾਏ ਤੇ ਉਹ ਹੱਕ ਹੁੰਦਾ ਬੰਦੇ ਦਾ ਜਵਾਬ ਦੇਣ ਦਾ, ਉਹਨੂੰ ਤੁਸੀਂ ਸਵਾਲ ਕਰਦੇ ਹੋ, ਵਰਨਾ ਤੁਸੀਂ ਪਹਿਲ ਨਹੀਂ ਕਰਦੇ। ਔਰ ਇਹੋ ਹੀ ਰਵੱਈਆ ਤੁਸੀਂ ਇੱਥੇ ਹਮੇਸ਼ਾ ਪੇਸ਼ ਕੀਤਾ ਹੈ। ਤੇ ਮੈਂ ਉਹਨੂੰ ਚੈਲੰਜ ਦੇ ਤੌਰ ਤੇ ਵੀ ਉਹਦੀ ਵਜ੍ਹਾ ਨਾਲ ਫਿਰ ਮੈਂ ਵੀ ਮਾਤੂਬ ਹੋਇਆ ਕਿ ਉਹਨਾਂ ਕਿਹਾ ਜੀ ਤੂੰ ਉਹਨਾਂ ਦੀ ਵਕਾਲਤ ਕਰ ਰਿਹਾ। ਮੈਂ ਤਾਂ ਸਿਰਫ ਅਮਰੇ ਹੱਕ ਬਿਆਨ ਕੀਤਾ ਕਿ ਆ ਦੇਖ ਲਓ ਅਲਾਮਾ ਸਾਹਿਬ ਵੀ ਬੈਠੇ ਨੇ ਤੇ ਦੂਸਰੇ ਦੋਸਤ ਵੀ ਬੈਠੇ ਨੇ, ਆਮਣੇ ਸਾਹਮਣੇ ਗੁਫ਼ਤਗੂ ਕਰ ਲਓ। ਅਲਾਮਾ ਸਾਹਿਬ ਦੀ ਤਰਫੋਂ ਕੋਈ ਲਫ਼ਜ਼ ਮੰਨਫੀ ਤੁਹਾਨੂੰ ਨਹੀਂ ਮਿਲ, ਦੁਸ਼ਨਾਮ ਤਰਾਜ਼ੀ, ਤਜ਼ੀਕ, ਤਮਸਕਰ ਤੇ ਤੁਹਾਡੇ ਵੱਡੇ ਲਫ਼ਜ਼ ਨੇ, ਤੁਹਾਨੂੰ ਕੋਈ ਲਫ਼ਜ਼ ਐਸਾ ਵੀ ਨਹੀਂ ਮਿਲੇਗਾ ਜਿਹੜਾ ਅਦਬ ਦੇ ਖਿਲਾਫ ਹੋਵੇ। ਤੇ ਬਹੁਤ ਸਾਫ਼ ਸੁਥਰੀ ਗੁਫ਼ਤਗੂ ਕਰਨਗੇ, ਕਰਦੇ ਨੇ। ਫਿਰ ਤੁਸੀਂ ਇਹ ਰਵੱਈਆ ਵੀ ਪੇਸ਼ ਕੀਤਾ ਕਿ ਤੁਸੀਂ ਖਾਮੋਸ਼ ਹੀ ਰਹੇ, ਤੁਸੀਂ ਕੋਈ ਸਵਾਲ ਜਵਾਬ ਕੀਤਾ ਨਹੀਂ, ਸੁਣਦੇ ਹੀ ਰਹੇ, ਜਾਂ ਅਗਰ ਕਿਸੇ ਨੇ ਕੋਈ ਕਿਹਾ ਤੇ ਉਹਦਾ ਮੁਨਾਸਿਬ ਜਿਹਾ ਜਵਾਬ ਦੇ ਦਿੱਤਾ, ਜਾਂ ਤੁਸੀਂ ਸਵਾਲ ਉਠਾਇਆ ਨਿਹਾਇਤ ਅਦਬ ਦੇ ਅੰਦਾਜ਼ ਵਿੱਚ ਤੇ ਫਿਰ ਖਾਮੋਸ਼ ਹੋ ਗਏ। ਇਹ ਸਾਰੀਆਂ ਗੱਲਾਂ ਇੱਥੇ ਹੋਈਆਂ ਨੇ ਤੇ ਇਸੇ ਹੀ ਕਲਚਰ ਨੂੰ ਅਸੀਂ ਪ੍ਰਵਾਨ ਚੜਾਉਣ ਵਾਸਤੇ ਇਹ ਲਿਬਰਟੀ ਹੈ। ਹੁਣ ਅਸੀਂ ਸਾਰੀਆਂ ਜਗ੍ਹਾ ਦਾ ਠੇਕਾ, ਤੇ ਮੇਰੇ ਕੋਲ ਇਤਨਾ ਵਕਤ ਨਹੀਂ ਕਿ ਮੈਂ ਸਾਰੀਆਂ ਜਗ੍ਹਾ ਤੇ ਜਾ ਕੇ ਉੱਥੇ ਖੁਦ ਸੁਪਰਵਾਈਜ਼ਰ ਬਣਾ ਔਰ ਉਹਦਾ ਇੰਤਜ਼ਾਮ ਮੈਂ ਆਪਣੇ ਹੱਥ 'ਚ ਲਵਾਂ, ਔਰ ਕੋਈ ਮੈਨੂੰ ਉਹ ਇੰਤਜ਼ਾਮ ਕਿਉਂ ਦੇਗਾ ਔਰ ਮੈਂ ਕਿਉਂ ਕਰ ਲਵਾਂ ਉਹਨੂੰ। ਲੇਕਿਨ ਜਿੱਥੇ ਤੱਕ ਇਸ ਮਜਲਿਸ ਦਾ ਤਾਲੁਕ ਹੈ, ਇਹਦੇ ਵਿੱਚ ਅਸੀਂ ਇਹਦੇ ਤੇ ਕਾਮਯਾਬ ਤਜਰਬੇ ਕੀਤੇ ਨੇ। ਤੁਸੀਂ ਵੀ ਤਸ਼ਰੀਫ ਲਿਆਏ ਹੋ, ਦੂਸਰੇ ਸਾਥੀ ਵੀ ਲਿਆਏ ਨੇ, ਔਰ ਅਸੀਂ ਉਹਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਮ ਅਜ਼ ਕਮ ਇੱਕ ਨਮੂਨਾ ਪੇਸ਼ ਕਰ ਦਈਏ ਕਿ ਇਹ ਦੇਖ ਲਓ ਇਸ ਤਰ੍ਹਾਂ ਵੀ ਮਜਲਿਸ ਹੋ ਸਕਦੀ ਹੈ। ਤੇ ਉਹਦੇ ਚ ਆਪਣੇ ਚਾਹੀਦਾ ਨਾ ਕੁਝ ਪਾਰਟਿਸਪੇਟ। ਲੋਕਾਂ ਦੀ ਤਵੱਕੋ ਹੈ ਕਿ ਹਰ ਬੰਦਾ ਜਿਹੜਾ ਤੁਹਾਡੀ ਬਰਾੜ ਤੇ ਆਂਦਾ ਹੈ ਜੀ, ਉਹਦੀ ਤੁਸੀਂ ਇੱਕ ਹਫ਼ਤੇ ਦੀ ਪੂਰੀ ਕਾਰਵਾਈ ਤੁਸੀਂ ਪਹਿਲੇ ਚੈੱਕ ਕਰੋ ਜਾ ਕੇ, ਤੇ ਫਿਰ ਉਹਨੂੰ ਆਪਣੀ ਬਰਾੜ ਤੇ ਜਗ੍ਹਾ ਦਿਓ। ਮੈਂ ਉਹ ਵੀ ਕਰਨ ਲੱਗਾ ਗੱਲ, ਉਹ ਵੀ ਮੈਂ ਗੱਲ ਕਰ ਲੈਣਾ ਚੌਹਾਨ ਸਾਹਿਬ ਕਿ ਹੁਸੈਨੀ ਸਾਹਿਬ ਦਾ ਤੇ ਐਕਸਟਰਾ ਰਿਸਪੈਕਟ ਹੈ ਨਾ, ਤੇ ਇਹ ਜਿਹੜੀ ਰਿਕਾਰਡਿੰਗ ਮੈਂ ਅੱਗੇ ਤੁਹਾਨੂੰ ਸੁਣਾਈ ਹੈ ਨਾ ਤੇ ਮੈਂ ਰਿਕਾਰਡਿੰਗ ਪੇ ਕਰਦਾ ਸਾਂ ਤੇ ਨਾ ਮੈਨੂੰ ਪਤਾ ਸੀ ਕਿ ਮੈਂ ਰਿਕਾਰਡਿੰਗ ਤੁਹਾਨੂੰ ਸੁਣਾਣੀ ਹੈ। ਇਹ ਰਿਕਾਰਡਿੰਗ ਮੈਂ ਤੁਹਾਨੂੰ ਇਸ ਗੱਲੇ ਸੁਣਾ ਦਿੱਤੀ ਕਿ ਮੈਨੂੰ ਕਿਸੇ ਬੰਦੇ ਨੇ ਭੇਜ ਦਿੱਤੀ ਜਿਹਨੇ ਰਿਕਾਰਡਿੰਗ ਕਰਦਾ ਪਿਆ ਸੀ ਬੰਦਾ ਥੱਲੇ ਬਹਿ ਕੇ। ਤੇ ਇਹਦੇ 'ਚ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਜ਼ਿਆਦਤੀ ਕੀਤੀ ਹੈ। ਆਮਦਿਆਂ ਜਮੀਲ ਸਾਹਿਬ ਨੇ ਮੈਨੂੰ ਪਹਿਲਾਂ ਆਖਿਆ ਕਿ ਤੁਸੀਂ ਸਾਰੇ ਯਹੂਦੀ ਹੋ ਗਏ ਹੋ। ਮੈਂ ਟਾਲਿਆ, ਮੈਂ ਕਿਹਾ ਯਾਰ ਤੁਸੀਂ ਇਹ ਨਾ ਕਰੋ, ਨਹੀਂ ਤੁਸੀਂ ਸਾਰੇ ਯਹੂਦੀ ਹੋ ਗਏ ਹੋ। ਗੱਲ ਤੇ ਇੰਨੀ ਹੋ ਰਹੀ ਸੀ ਨਾ ਕਿ ਮੈਂ ਕਿਹਾ ਵੀ ਰਜ਼ੀ ਮਰੱਬੀ ਨੂੰ ਤੁਸੀਂ, ਮੈਂ ਉਹ ਗੱਲ ਹਵਾਲੇ ਦੀ ਕੀਤੀ ਤੇ ਉਹਨਾਂ ਆਖਿਆ ਸੀਰਤੁਲ ਮਹਿਦੀ ਦਾ ਹਵਾਲਾ ਕੋਈ ਪੇਸ਼ ਕਰਨਾ, ਰਜ਼ੀ ਮਰੱਬੀ ਨੇ ਇੰਨੀਆਂ ਕਿਤਾਬਾਂ ਨੇ ਤੁਹਾਡੇ ਹਵਾਲੇ ਪੇਸ਼ ਕੀਤੇ ਨੇ। ਮੈਂ ਕਿਹਾ ਵੀ ਰਜ਼ੀ ਮਰੱਬੀ ਨੂੰ ਮੇਰੇ ਸਾਹਮਣੇ ਬਹਾ ਦੇ, ਮੈਂ ਤੁਹਾਨੂੰ 100 ਯੂਰੋ ਦਾ ਇਨਾਮ ਵੀ ਨਜ਼ਰਾਨਾ ਦੇ ਆਉਂਦਾ। ਉਹਨਾਂ ਕਿਹਾ ਜਾ ਕੇ ਬਹਿ ਉਹਦੇ ਕੋਲ, ਇੰਗਲੈਂਡ ਬੋ, ਇੰਜ ਕਰ ਉਹ ਕਰ। ਫਿਰ ਉਹਨਾਂ ਕਿਹਾ ਕਿ ਤੁਹਾਡੇ ਮੁਸਲਮਾਨ ਕਹਿੰਦੇ ਨੇ ਕਿ ਰਜ਼ੀ ਉਹਨਾਂ ਦੇ ਅੱਗੇ ਸਾਡੇ ਮੌਲਵੀ ਜਿਹੜੇ ਨੇ ਜਵਾਬ ਨਹੀਂ ਸਹੀ ਦੇ ਸਕੇ। ਮੈਂ ਕਿਹਾ ਵੀ ਸਾਡੇ ਮੌਲਵੀਆਂ ਦੇ ਆਪਸ ਦੇ ਵਿੱਚ ਮਸਲੇ ਮਸਾਇਲ ਨੇ ਤੇ ਉਹਨਾਂ ਦੇ ਆਪਣੇ ਇੱਕ ਦੂਜੇ ਦੇ ਖਿਲਾਫ ਬੁਗਜ਼ ਹੁੰਦਾ ਹੈ ਤੇ ਉਹ ਕੱਢਦੇ ਨੇ। ਉਹ ਕਹਿੰਦੇ ਨਹੀਂ ਉਹ ਮੌਲਵੀ ਸਹੀ ਕਹਿੰਦੇ ਨੇ। ਮੈਂ ਕਿਹਾ ਨਹੀਂ ਇੰਜ ਨਹੀਂ ਹੁੰਦਾ, ਇਖਤਲਾਫ ਜਿਸ ਤਰ੍ਹਾਂ ਤੁਹਾਡਾ ਤੇ ਚੌਹਾਨ ਸਾਹਿਬ ਦਾ ਇਖਤਲਾਫ ਹੈ, ਚੌਹਾਨ ਸਾਹਿਬ ਜਿਸ ਵੇਲੇ ਆਉਂਦੇ ਨੇ ਤੁਹਾਡੇ ਨਾਲ ਕਿੰਨੇ ਮਸਲੇ ਮਸਾਇਲ ਪੈਦਾ ਹੁੰਦੇ ਨੇ, ਇੰਜ ਗੱਲ ਪੇ ਕਰਨੇ ਆ। ਕਹਿੰਦੇ ਨਹੀਂ ਉਹ ਤੁਹਾਡੇ ਦੇ ਵਿੱਚ ਤੇ ਇਤਫਾਕ ਰਹੇ, ਤੁਸੀਂ ਤੇ ਪਾਰਾ ਹੋ ਗਏ, ਟੁਕੜੇ ਹੋ ਗਏ, ਤੁਸੀਂ ਤੇ ਯਹੂਦੀ ਬਣ ਗਏ ਹੋ। ਇਹ ਹੁਣ ਮੈਂ ਪਹਿਲ ਕੀਤੀ ਹੈ। ਫਿਰ ਉਹਦੇ ਬਾਅਦ ਵੀ ਮੈਂ ਕਿਹਾ ਚਲੋ ਠੀਕ ਹੈ, ਜ਼ਿਆਦਤੀ ਕਰ ਲਈ, ਮੈਂ ਇਗਨੋਰ ਕੀਤਾ। ਮੈਨੂੰ ਕੋਈ ਤਾਂ ਨਹੀਂ ਸੀ ਕਿ ਮੈਂ ਰਿਕਾਰਡਿੰਗ ਉਸ ਬਰਾੜ ਦੇ ਵਿੱਚ, ਮੈਨੂੰ ਪਤਾ ਕਿ ਤੁਹਾਡੀ ਬਰਾੜ ਨਹੀਂ ਹੈ, ਨਾ ਉੱਤੇ ਤੁਹਾਡਾ ਹੀ ਸੀ, ਲੇਕਿਨ ਮੈਨੂੰ ਪਤਾ ਸੀ ਕਿ ਬਰਾੜ ਤੁਹਾਡੀ ਨਹੀਂ ਹੈ, ਤੇ ਮੈਂ ਉਹਦੇ ਬਾਵਜੂਦ ਉਹਦੇ 'ਚ ਵੀ ਇਹਨਾਂ ਨਾਲ ਜ਼ਿਆਦਤੀ ਨਹੀਂ ਕੀਤੀ ਹੈ। ਅਗਰ ਇੱਕ ਬੰਦਾ ਜਾਣ ਬੁੱਝ ਕੇ ਨਾ ਸਿਰਫ ਇਹ ਕਿ ਉਹ ਸਾਡੇ ਨਾਲ ਜ਼ਿਆਦਤੀ ਕਰੇ, ਬਲਕਿ ਉਹ ਨਬੀ ਅਲੈਹਿਸਸਲਾਤੁ ਵਸਲਾਮ ਦੀ ਮਾਸੂਮ ਜ਼ਾਤ ਨਾਲ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕਰੇ ਨਾ, ਤੇ ਹੁਸੈਨੀ ਸਾਹਿਬ ਕਿੰਨੀ ਕੁ ਦੇਰ ਬੰਦਾ ਬਰਦਾਸ਼ਤ ਕਰ ਸਕਦਾ? ਇਹ ਵੀ ਗੱਲ ਹੈ ਬਈ ਵਾਲਾ ਮੈਂ ਪੇਸ਼ ਕਰਨਾ ਸੀਰਤੁਲ ਮਹਿਦੀ ਦਾ। ਕਿਸੇ ਨੂੰ ਯੂਤੀ ਕਹਿਣਾ ਇਹ ਗਾਲ ਥੋੜਾ ਜਿਹਾ ਇਜਾਜ਼ਤ ਦਿਓ ਜ਼ਰਾ। ਅਮਰ ਸਾਹਿਬ ਉਹ ਗਏ ਵਾਟਰ ਨੇ ਕਿਹੜੀ ਗੱਲ ਕੀਤੀ ਤੁਸੀਂ ਨਾਰਾਜ਼? ਮੈਂ ਵੀ ਉੱਥੇ ਸਾਂ। ਵਾਟਰ ਨੇ ਕਿਹੜੀ ਗੱਲ ਕੀਤੀ ਤੁਸੀਂ ਨਾਰਾਜ਼ ਹੋ ਗਏ ਨਾਲ? ਮੈਂ ਉਸੇ ਆਇਆ ਤਾਂ ਉਹ ਵਾਟਰ ਟੁਰ ਗਿਆ ਸੀ, ਉਸ ਵਾਟਰ ਟੁਰ ਗਿਆ ਸੀ, ਤੁਸੀਂ ਬਾਅਦ ਚ ਲੱਗੇ ਸੀ।
ਕਿਹੜੀ ਗੱਲ ਕੀਤੀ ਸਾਡੀ ਸੀ ਸਾਹਿਬ ਪਤਾ ਨਹੀਂ ਇਹ ਮੈਨੂੰ ਕਿਸੇ ਯਾਦ ਨੂੰ ਨਹੀਂ। ਯਹੂਦੀ ਕਹਿ ਦੇਣਾ ਜਾਂ ਕੋਈ ਮਤਲਬ ਇਹ ਕੋਈ ਗਾਲ ਹੈ ਜਾਂ ਕੀ, ਮੈਨੂੰ ਸਮਝ ਨਹੀਂ ਆਈ हाँ ਇਹਦੀ। जी नहीं, मैं बहुत अच्छा यही लफ्ज़ गल है, करन क्या लगा। ये मंसूर साहब ने बड़ा अच्छा सवाल उठाया है कि किसी ਨੂੰ ਯਹੂਦੀ ਕਹਿ ਦੇਣਾ ਕੋਈ ਐਡੀ ਬੁਰੀ ਗੱਲ ਤੇ ਨਹੀਂ ਨਾ। ਨਹੀਂ ਵੈਸੇ ਮੈਂ ਪੁੱਛ ਰਿਹਾ ਕਿ ਨਹੀਂ ਉਹ ਕਹਿਣਾ ਵੈਸੇ ਚਾਹੀਦਾ। ਤੁਸੀਂ ਜਿਹੜਾ ਪੁੱਛਿਆ ਤੇ ਮੈਂ ਵੀ ਵੈਸੇ ਜਵਾਬ ਦੇਣ ਦੀ ਇਜਾਜ਼ਤ ਹੈ ਜਾਂ ਨਹੀਂ, ਦਿਆਂ ਜਵਾਬ ਇਹਦਾ। ਇਹੋ ਹੀ ਤੇ ਕਹਿ ਰਿਹਾ, ਮੈਂ ਤੁਹਾਡੀ ਗੱਲ ਸੁਣ ਲਈ ਹੈ ਤੇ ਮੈਂ ਉਹਦੇ ਮੁਤਲਕ ਕੁਝ ਦੋ ਲਫ਼ਜ਼ ਕਹਿਣ ਲਗਾ ਕਿ ਕਈ ਦਫਾ ਲੋਕ ਕਿਸੇ ਨੂੰ ਗਾਲਾਂ ਵਿੱਚੋਂ ਕੋਈ ਲਫ਼ਜ਼ ਬੋਲਦੇ ਨੇ, ਮੈਂ ਉਹਨੂੰ ਰਿਪੀਟ ਕਰਕੇ ਨਹੀਂ ਬਸ ਸਿਰਫ ਗਾਲ ਹੀ ਕਹਿਣਾ, ਕੋਈ ਗਾਲ ਵਾਲਾ ਲਫ਼ਜ਼ ਹੀ ਕਹਿੰਦੇ ਨੇ ਤੇ ਫਿਰ ਨਾਲ ਕਹਿੰਦੇ ਨੇ ਕਿ ਇਹ ਕੋਈ ਗਾਲ ਥੋੜੀ ਹੈ। ਉਹਨੂੰ ਫਿਰ ਕਹਿੰਦੇ ਨੇ ਕਿ ਜਿਹੜਾ ਮੈਂ ਤੁਹਾਡੇ ਵਾਸਤੇ ਲਫ਼ਜ਼ ਕਿਹਾ ਇਹਨੂੰ ਗਾਲ ਨਾ ਸਮਝੋ। ਇਹ ਵੀ ਅਜੀਬ ਕਿਸਮ ਦਾ ਇੱਕ ਮੰਤਕ ਹੈ। ਚਲੋ ਠੀਕ ਹੈ। ਇਹ ਹੁਣ ਜਿਹੜਾ ਜਿੱਥੇ ਤੱਕ ਯਹੂਦੀ ਦਾ ਲਫ਼ਜ਼ ਹੈ, ਮੁਸਲਮਾਨ ਨੂੰ ਯਹੂਦੀ ਕਹਿਣਾ ਜਿਹੜਾ ਹੈ ਉਹ ਕਤਨ ਅੱਛਾ ਨਹੀਂ ਔਰ ਉਹ ਕਤਨ ਪਸੰਦ ਨਹੀਂ, ਮੁਸਲਮਾਨਾਂ ਨੂੰ ਵੀ ਪਸੰਦ गाली है, बिल्कुल गाली है। ਇਹ ਬਹੁਤ ਬੁਰੀ ਗੱਲ ਹੈ ਇਸ ਤਰ੍ਹਾਂ ਕਹਿਣਾ। ਇਹਦੀ ਬੁਨਿਆਦ ਇਸ ਗੱਲ ਤੋਂ ਆਉਂਦੀ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਔਰ ਅੱਲਾਹ ਪਾਕ ਨੇ ਅਸੂਲੀ ਤੌਰ ਤੇ ਗੱਲਾਂ ਕੁਰਾਨ ਸ਼ਰੀਫ ਵਿੱਚ ਜਿਹੜੀਆਂ ਬਿਆਨ ਹੋਈਆਂ ਨੇ, ਅੱਲਾਹ ਤਾਲਾ ਨੇ ਬਿਆਨ ਕੀਤੀਆਂ। ਮਸਲਨ ਮੁਨਾਫਿਕ ਦਾ ਬਿਆਨ ਹੈ, ਉਹਨਾਂ ਦੀਆਂ ਅਲਾਮਾਤ ਤੇ ਸਾਰੀਆਂ ਬਿਆਨ ਕੀਤੀਆਂ, ਲੇਕਿਨ ਰਸੂਲullah ਤੋਂ ਇਹ ਸਾਬਤ ਕੋਈ ਨਹੀਂ ਕਿ ਆਪ ਨੇ ਪਿਨ ਪੁਆਇੰਟ ਕੀਤਾ ਹੋਵੇ ਹੈ ਫਲਾਣਾ ਆਦਮੀ, ਲੋ ਜੀ ਇਹਨਾਂ ਅਲਾਮਾਤ ਦੇ ਤਹਿਤ ਮੈਂ ਫਲਾਣੇ ਨੂੰ ਮੁਨਾਫਿਕ ਕਰਾਰ ਦਿੱਤਾ ਹੋਗਾ। ਇਹ ਨਹੀਂ ਕੀਤਾ ਆਪਨੇ, ਨਾ ਅੱਲਾਹ ਤਾਲਾ ਨੇ ਕੀਤਾ ਨਾ ਰਸੂਲullah ਨੇ ਕੀਤਾ। ਇਸ ਤਰ੍ਹਾਂ ਹੀ ਜਿਹੜੇ ਦੂਸਰੇ ਸਖਤ ਅਲਫਾਜ਼ ਨੇ ਕੁਰਾਨ ਕਰੀਮ ਵਿੱਚ ਮੌਜੂਦ ਨੇ ਸਿਚੁਏਸ਼ਨ ਵਾਈਜ਼, ਕਿ ਐਸੀ ਸਿਚੁਏਸ਼ਨ ਤੇ ਹੋਵੇ ਤੇ ਇਹ ਹੁੰਦਾ। ਮਸਲਨ ਯਹੂਦ ਵੀ ਕਿਹਾ ਹੈ, ਰਸੂਲullah ਨੇ ਵੀ ਕਰਾਰ ਦਿੱਤਾ ਹੈ, ਨਾਰੇ ਜਹੰਨਮ ਫੀ ਨਾਰੇ ਜਹੰਨਮ ਵੀ ਕਿਹਾ ਹੈ, ਜਹੰਨਮੀ ਨੇ, ਉਹਦਾ ਮਤਲਬ ਇਹੋ ਹੀ ਹੈ। ਇਹ ਵੀ ਕਿਹਾ, ਪਿਨ ਪੁਆਇੰਟ ਨਹੀਂ ਕੀਤਾ ਉਹਨੂੰ, ਕਿਸੇ ਖਾਸ ਗਰੁੱਪ ਨੂੰ, ਕਿਸੇ ਖਾਸ ਬੰਦਿਆਂ ਨੂੰ ਮਲੂਦ ਰੱਖ ਕੇ ਕਿ ਤੁਸੀਂ ਉਹ ਇਹ ਨਹੀਂ ਕੀਤਾ। ਇਹੋ ਹੀ ਗੱਲ ਉਹਦੇ ਵਿੱਚ ਸਲਾਸੂਨਾ ਕਜ਼ਾਬੂਨਾ ਦਜਾਲੂਨਾ ਕੁੱਲੁਹੁਮ ਯਜ਼ਮੁ ਅੰਨਹੁ ਨਬੀਯੁਨ ਦੀ ਜਿਹੜੀ ਹਦੀਸ ਹੈ, ਉਹਨੂੰ ਹਦੀਸ ਦੇ ਤੌਰ ਤੇ ਪੜ੍ਹਨੇ 'ਚ ਕੋਈ ਹਰਜ ਨਹੀਂ, ਲੇਕਿਨ ਪਿਨ ਪੁਆਇੰਟ ਨਹੀਂ ਕਰਨਾ ਚਾਹੀਦਾ। ਇਹ ਜਿਸ ਵਕਤ ਤੁਸੀਂ ਪਿਨ ਪੁਆਇੰਟ ਕਰਦੇ ਹੋ ਤੇ ਉੱਥੋਂ ਆ ਕੇ ਜ਼ਾਤੀਆਤ ਦੇ ਝਗੜੇ ਹੁੰਦੇ ਨੇ। ਇਹੋ ਹੀ ਗੱਲ ਇਹ ਇਸੇ ਵਜ਼ਨ ਤੇ ਯਹੂਦੀ ਕਹਿਣਾ ਵੀ ਹੈ। ਯਹੂਦੀ ਕਹਿਣ ਵਾਲਾ ਕਹਿੰਦਾ ਔਰ ਰਸੂਲullah ਨੇ ਕਿਹਾ ਬਈ ਅਸੀਂ ਕਿਸੇ ਨੂੰ ਰੋਕ ਸਕਨੇ, ਅਸੀਂ ਤੁਹਾਨੂੰ ਯਹੂਦੀ, ਔਰ ਰਸੂਲullah ਨੇ ਇਹ ਨਹੀਂ ਤੁਹਾਨੂੰ ਕਿਹਾ ਵੀ ਤੁਸੀਂ ਕਿਸੇ ਬੰਦਿਆਂ ਨੂੰ ਸਾਹਮਣੇ ਰੱਖ ਕੇ ਤੇ ਉਹਨਾਂ ਨੂੰ ਯਹੂਦੀ ਕਹਿ ਦਿਓ। ਇਹ ਤਾਂ ਪਤਾ ਹੈ ਚੱਲਿਆ ਕਿ ਇਹ ਲਫ਼ਜ਼ ਮੁਨਾਸਬ ਨਹੀਂ ਕਿਸੇ ਨੂੰ ਕਹਿਣਾ। ਤੇ ਕਿਆ ਇਹਨਾਂ ਨੇ ਹੁਜਤ ਪੂਰੀ ਕੀਤੀ? ਉਹਨਾਂ ਨੂੰ ਕਿਹਾ ਕਿ ਨਾ ਮੈਨੂੰ ਕੋ ਅੱਛਾ, ਇਹ ਬੜਾ ਅੱਛਾ ਤੁਸੀਂ ਕਿਹਾ ਕਿ ਜਦੋਂ ਇਹਨਾਂ ਨੂੰ ਕਿਸੇ ਨੇ ਕਿਹਾ ਤੇ ਉਸ ਵਿਚਾਰੇ ਨੂੰ ਤਾਂ ਪਤਾ ਨਹੀਂ ਹੈ ਤੇ ਇਹਨਾਂ ਨੂੰ ਹੁਜਤ ਪੂਰੀ ਕਰਨੀ ਚਾਹੀਦੀ ਵੀ ਚੰਗਾ ਲਫ਼ਜ਼ ਨਹੀਂ, ਨਾ ਕਹੋ ਮੈਨੂੰ। ਇਹ ਗੱਲ ਤੁਹਾਡੀ ਵਾਸਤੇ ਬੜੀ ਆਮ ਹੈ। ਨਹੀਂ, ਜੇ ਇਹਨਾਂ ਨੇ ਬਦਲਾ ਲਿਆ ਹੈ, ਜੇ ਬਦਲਾ ਲਿਆ ਹੈ ਹੁਜਤ ਪੂਰੀ ਕਰਨ ਤੋਂ ਬਾਅਦ, ਫਿਰ ਇਹ ਠੀਕ ਨੇ। ਜੇ ਇਹਨਾਂ ਨੇ ਹੁਜਤ ਪੂਰੀ ਨਹੀਂ ਕੀਤੀ ਤੇ ਫਿਰ ਇਹਨਾਂ ਨੇ ਜ਼ਾਤੀ ਰਿਵੈਂਜ ਕੀਤਾ ਹੈ ਪੂਰਾ। ਮੈਂ ਗੱਲ ਸਮਝ ਰਿਹਾ, ਮੈਂ ਉਹੀ ਬਿਆਨ ਕਰਾਂਗਾ। ਮੈਂ ਤੁਸੀਂ ਤੇ ਗੱਲ ਹੀ ਖੇਡ ਕਰਾ ਦਿੰਦੇ ਹੋ ਨਾ। ਤੁਸੀਂ ਸਮਝਾ ਦਿੱਤੀ ਇਹ ਸਾਰੀ ਗੱਲ ਕਿ ਜਦੋਂ ਕੋਈ ਕਿਸੇ ਨੂੰ ਯਹੂਦੀ ਕਵੇ ਤੇ ਇਹ ਉਹਦਾ ਫਰਜ਼ ਹੋ ਜਾਂਦਾ ਕਿ ਉਹਨੂੰ ਕਵੇ ਉਹ ਯਹੂਦੀ ਲਫ਼ਜ਼ ਅੱਛਾ, ਉਹਦਾ ਫਰਜ਼ ਹੋ ਜਾਂਦਾ ਕਿ ਉਹਨੂੰ ਕਵੇ ਉਹ ਯਹੂਦੀ ਲਫ਼ਜ਼ ਅੱਛਾ ਨਹੀਂ, ਕੋਈ ਸਮਝਾਇਆ ਹੋਇਆ ਤਾਂ ਮੈਂ ਹੁਜਤ ਨਹੀਂ ਕੀਤਾ। ਇਸ ਤਰ੍ਹਾਂ ਹੀ ਜਿਹੜਾ ਆਦਮੀ ਕਿਸੇ ਨੂੰ ਗਾਲ ਕੱਢੇ ਮਾਂ ਦੀ ਜਾਂ ਭੈਣ ਦੀ ਤੇ ਉਹ ਅੱਗੋਂ ਦੱਸੇ ਕਿ ਮਾਂ ਭੈਣ ਦੀ ਗੱਲ ਅੱਛੀ ਨਹੀਂ ਹੁੰਦੀ, ਅਗਰ ਨਾ ਕਵੇ ਤਾਂ ਫਿਰ ਉਹ ਮਜ਼ਾਕ ਕੱਢਦਾ ਰਹੇ। ਇਹ ਇਹਨਾਂ ਦਾ ਆਪਣਾ ਹੀ ਕੋਲ ਹੈ ਕਿ ਸਭ ਤੋਂ ਪਹਿਲੇ ਹੁਜਤ ਪੂਰੀ ਕਰਨੀ ਚਾਹੀਦੀ। ਮੈਂ ਉਹਨਾਂ ਦਾ ਵੀ ਤੇ ਤੁਹਾਡਾ ਵੀ ਉਹਨੂੰ ਹੀ ਮੰਨ ਕੇ ਮੈਂ ਤੇ ਉਹੀ ਗੱਲ ਇਹਨਾਂ ਦੇ ਅੱਗੇ ਰੱਖੀ ਹੈ। ਮੈਂ ਵੀ ਉਹੀ ਰੱਖੀ ਹੈ। ਮੇਰੀ ਗੱਲ ਸਮਝ ਗਏ ਹੋ ਨਾ ਜਿਹੜੀ ਮੈਂ ਕੀਤੀ ਹੈ? ਨਹੀਂ, ਮੈਂ ਦੱਸੋ ਅਲਾਮਾ ਸਾਹਿਬ, ਤੁਸੀਂ ਇਹ ਅਗਲੇ ਦਿਨ ਬਿਆਨ ਨਹੀਂ ਕੀਤਾ ਕਿ ਅਗਰ ਕੋਈ ਗੁੰਮਰਾਹ ਹੋ ਜਾਏ ਤੇ ਉਹਨੂੰ ਪਹਿਲੇ ਸਮਝਾਓ, ਉਹ ਪਿਆਰ ਨਾਲ ਸਮਝਾਓ, ਦਲੀਲ ਨਾਲ ਸਮਝਾਓ, ਸਾਰੀਆਂ ਗੱਲਾਂ ਹੈ। ਤੇ ਫਿਰ ਜੇ ਮਰਜ਼ੀ ਹੋ ਜੋ ਫਿਰ ਵੀ ਉਹ ਬਾਜ਼ ਨਾ ਆਵੇ ਤੇ ਫਿਰ ਭਾਵੇਂ ਉਹਨੂੰ ਕਾਫਰ ਕਹੋ, ਜੋ ਮਰਜ਼ੀ ਕਹੋ। ਇਹ ਗੱਲ ਤੁਸੀਂ ਕੀਤੀ ਨਹੀਂ ਹੈ। ਇਹ ਅਸਲ 'ਚ ਨਾ ਮੇਰੀ ਆਵਾਜ਼ ਦੇ ਆਸ਼ਿਕ ਨੇ तो मंसूर साहब कहने ने कि मैं जवाब मंसूर साहब आप खामोश हो जाएं और हुसैनी साहब को करने दे जो वो कर रहे हैं।
حسینی صاحب کہتے ہیں کہ میری براڈ کے اوپر جو بندہ شریف ہو، چاہے وہ باہر بھیڑیا ہو، وہ ماحول اچھا ہونا چاہیے، اور ان کا یہ بات ٹھیک ہے، ان کی اپنی براڈ ہے، جس طرح بھی وہ بنانا چاہتے ہیں، جس کو مرضی وہ معتبر سمجھے، جس کو مرضی وہ بہترین اللہ کا نبی رسول بے شک سمجھے، تو ہمیں اس پہ لبیک کہنا چاہیے، کیونکہ ان کی اپنی براڈ ہے، ان کا اپنا گھر ہے، تو اس کے مطابق ہے۔ ابھی اس بندے نے کہا ہے کہ جی میں نے اس کو یہودی کہا، تو جب میں براڈ پہ گاؤں تو یہ تو آلریڈی بڑے جوش میں گالیاں نکال رہا تھا، حضرت مسیح موت کو شروع ہوا تھا میرے سے پہلے ہی۔ تو ابھی جس شخص کے ہاتھ پہ میں نے بیعت کی ہے اور جس کو میں خدا تعالیٰ کا سچا نبی اور رسول مانتا ہوں، یہ مجھے جمیل صاحب کہے اور میں اس کی چکنی چپڑی باتوں میں آ جاؤں، وہ کیسے؟ میں کو حسینی صاحب تو نہیں ہوں، میں جماعت احمدیہ سے باہر تو نہیں ہوں۔ یہ تمہیں اس چیز کا پتہ ہونا چاہیے کہ جی تو نے مجھے کچھ نہیں کہا، میں نے تم پہ، تو میں تو جب اوپر گیا ہی ہوں تو تم شروع ہو، تم گالیاں نکال رہے ہو پہلے ہی۔ کہ مجھے ایک اقتباس پڑھ دینا چاہیے حضرت مسیح موعود اسلام کا۔ جی سناؤ۔ فرماتے ہیں کہ یہ وہ ثبوت ہیں جو میرے مسیح موعود اور مہدی موعود ہونے پر کھلے کھلے دلالت کرتے ہیں، اور اس میں کچھ شک نہیں کہ ایک شخص بشرطے کہ متقی ہو جس وقت ان تمام دلائل میں غور کرے گا تو اس پر روز روشن کی طرح کھل جائے گا کہ میں خدا کی طرف سے ہوں۔ انصاف سے دیکھو کہ میرے دعوے کے وقت کس قدر میری سچائی پر گواہ جمع ہے۔ زمین پر وہ مفاسد موجود ہیں جنہوں نے اسلام اور مسلمانوں کی قریباً بےخونی کر دی ہے، اور اسلام کی اندرونی حالت ایسی نازک ہو رہی ہے کہ دین متاخر ہزارہا بدعات کے نیچے دب گیا ہے۔ 1200 برس میں تو صرف 73 فرقے اسلام کے ہو گئے تھے، لیکن 13ویں صدی نے اسلام میں وہ بدعات اور نئے فرقے پیدا کیے جو 1200 برس میں پیدا نہیں ہوئے تھے، اور اسلام پر بیرونی حملے اس قدر زور شور سے ہو رہے ہیں کہ وہ لوگ جو صرف حالات موجودہ سے نتیجہ نکالتے ہیں اور آسمانی ارادوں سے ناواقف ہیں، انہوں نے رائے دائر کی ہیں کہ اب اسلام کا خاتمہ ہے۔ ایسا عالی شان دین جس میں ایک شخص کے مرتد ہونے سے بھی شور قیامت قوم میں برپا ہوتا تھا، اب لاکھوں انسان دین سے باہر ہوتے جاتے ہیں، اور صدی کا سر جس کی نسبت یہ بشارت تھی کہ اس میں مفاسد موجودہ کی اصلاح کے لیے کوئی شخص امت میں سے مبعوث ہوتا رہے گا، اب مفاسد تو موجود ہیں بلکہ نہایت ترقی پر، مگر بقول ہمارے مخالفوں کے ایسا شخص کوئی مبعوث نہیں ہوا جو ان مفاسد کی اصلاح کرتا جو ایمان کو کھاتے جاتے ہیں، اور صدی میں سے قریباً 5واں حصہ گزر بھی گیا۔ گویا ایسی ضرورت کے وقت میں یہ پیش گوئی رسول اللہ صلی اللہ علیہ وسلم کی خطا گئی، حالانکہ یہی وہ صدی تھی جس میں اسلام غریب تھا اور سراسر آسمانی تائید کا محتاج تھا، اور یہی وہ صدی تھی کہ جس کے سر پر ایسا شخص مبعوث ہونا چاہیے تھا جو عیسائی حملوں کی مدافعت کرتا اور صلیب پر فتح پاتا، تا یہ بتبدیل الفاظ یوں کہو کہ مسیح موعود ہو کر آتا اور کسر صلیب کرتا۔ سو خدا نے اس صدی پر یہ طوفان ضلالت دیکھ کر اور اس قدر روحانی موتوں کا مشاہدہ کر کے کیا انتظام کیا؟ کیا کوئی شخص اس صدی کے سر پر صلیبی مفاسد کے توڑنے کے لیے پیدا ہوا؟ اس میں کیا شک ہے کہ مرکز ضلالت ہندوستان تھا، کیونکہ اس ملک میں صدہا مذاہب فاسدہ اور ہزارہا بدعات مہلکہ جن کی نظیر کسی ملک میں نہیں پیدا ہو گئی، اور آزادی نے جیسا کہ بدی کے لیے راہ کھولی ایسا ہی نیکی کے لیے بھی، لیکن چونکہ بدی کے مواد بہت جمع ہو رہے تھے اس لیے پہل بدی کو ہی اس آزادی نے قوت دی، اور زمین میں اس قدر خار و خسک پیدا ہوا کہ قدم رکھنے کی جگہ نہ رہی۔ ہر ایک عقل جو صاف اور پاک اور روح القدس سے مدد یافتہ ہے وہ سمجھ سکتی ہے کہ یہی زمانہ مسیح موعود کے پیدا ہونے کا تھا، اور یہی صدی اس لائق تھی کہ اس میں وہ عیسیٰ ابن مریم مبعوث ہوتا جو زمانہ حال کی صلیب پر فتح پاتا جو عیسائیوں کے ہاتھ میں ہے، جیسا کہ گزشتہ عیسیٰ ابن مریم نے اس صلیب پر فتح پائی تھی جو یہودیوں کے ہاتھ میں تھا۔
अहादीस नबविया में इसी फ़तह को कसर सलीब के नाम से मौसूम किया गया। फितना सलीबिया जिस मर्तबा तक पहुँच चुका है वो एक ऐसा मर्तबा है कि गैरत इलाही नहीं चाहती कि उससे बढ़कर उसकी तरक्की हो। इस पर यह दलील काफ़ी है कि जिस कमाल सैलाब तक इस वक्त ये फितना मौजूद है और जिन अनवा इकसाम के पहलुओं से इस फितना ने दीन इस्लाम पर हमला किया है और जिस दलेरी और बेबाकी के हाथ से इज़्ज़त जनाब नबवी सल्लल्लाहु अलैहि वसल्लम पर इस फितना ने हाथ डाला है और जिन कामिल तदबीरों से इत्फ़ाए नूर इस्लाम के लिए इस फितना ने काम लिया है उसकी नज़ीर ज़माना की किसी तारीख़ में मौजूद नहीं। और जिन फितनों के वक्त में बनी इसराइल में नबी और रसूल आया करते थे या इस उम्मत में मुजद्दिद ज़ाहिर होते थे तो वो तमाम फितने इस फितना के आगे कुछ भी चीज़ नहीं। और ये अमर उन अमूर महसूसा बदीहिया में से है जिनका इनकार नहीं हो सकता। इस्लाम की तकज़ीब और रद्द में इस 13वीं सदी में 20 करोड़ के करीब किताब और रिसाले तालीफ़ हो चुके हैं और हर एक घर में नसरानियत दाखिल हो गई है। तो क्या इस 100 साल के हमला के बाद खुदा के एक हमला का वक्त अब तक नहीं आया? और अगर आ गया तो अब तुम आप ही बतलाओ कि सलीब पर फतह पाने के लिए या हस्बे इस्तलाह कदीम सलीब की कसर के लिए जो इस सदी पर मुजद्दिद आता उसका नाम क्या चाहिए था? और हज़रत मोहम्मद सल्लल्लाहु अलैहि वसल्लम ने कासिर सलीब क्या नाम रखा है? क्या कासिर सलीब का नाम मसीह मौद और ईसा इब्न मरियम नहीं है? फिर क्यों कर मुमकिन था कि इस सदी के सर पर बजूस मसीह मौद के कोई और मुजद्दिद आ सकता? रूहानी ख़ज़ाइन जिल्द 17 सफ़ा 267। माशाअल्लाह माशाअल्लाह, बहुत आला। ते शेख साहब भी आए ने। शेख साहब ਉਹ ਮਲਕ ਮੁਸ਼ਤਾਕ ਸਾਹਿਬ ਆਏ ਨੇ ਜਿਹੜੇ ਆਪਣੇ ਆਪ ਨੂੰ ਲਾਹੌਰੀ ਕਹਿੰਦੇ ਨੇ। शेख साहब आवाज़ आ रही है? शेख साहब आए हो? सुन रहा हूँ। मैं क्या मलक मुश्ताक साहब आज आ निकले थे ते कुछ थोड़ा बहुत खिताब भी करके गए ने। ये वो ने जेड़े अपने आप ਨੂੰ ਲਾਹੌਰੀ ਕਹਿੰਦੇ ਨੇ। जी जी। अमेरिका वाला मलक मुश्ताक? जा नाइजीरिया वाला? बरास्ता नाइजीरिया। जा वो इधर आया था आज इसके ऊपर टिकटॉक पे। हाँ जी, इस ब्राड पे आके बैठ के खिताब फरमा के गए। अभी भी उनका दावा है कि वो लाहौरी हैं? हाँ जी। अच्छा, उन्होंने कहा है? उन्होंने कभी नहीं कहा कि वो लाहौरी हैं। अगर नहीं कहा है नरम गोशा रखते हैं। हाँ जी, उन्होंने हाँ कहते हैं वो। अच्छा, वो बेचारा अकेला रहता डिप्रेशन में, बीवी बच्चे तो उसे बड़ी देर के छोड़ गए। उन्होंने हुसैनी साहब ये बताया कि उन्होंने कौन से मीरे जमात के हाथ पे बैत की थी लाहौरी? अब उम्मीद है वो आ जाएंगे। मैंने सिर्फ आपको कहना था कि वो यहाँ, हमारा तो उनसे पुराना तल्लक था ना, जब जम्बा साहब के साथ करस्पॉन्डेंस होती थी तो उसमें वो थे ग्रुप में, उसमें ये सारी बातें हुआ करती थी। लेकिन अब वो यहाँ आएंगे तो लाहौर जमात की नुमाइंदगी वाली बात आपके सामने उठाएंगे। ठीक, किस हद तक है? मेरी अभी हाल ही में जो 2 महीने पहले हजरत अमीर से मुलाकात हुई है, मैंने उसमें भी उनसे भी पूछा इस बारे में कि जिस तरह को मलक मुश्ताक है और वो दावा करता है, पहले गालबन कादियानी जमात से थे, वो दावा करते हैं कि जी वो हमारे जमात के मेंबर हैं। तो पाशा साहब मेरी तरफ देख के हंसने लगे, कहने लगे पता नहीं, मेरे इल्म में नहीं है कि भी वो है। अब वो खुद कहता है तो पता नहीं, लेकिन ये है कि हमारे उसमें कोई रिकॉर्ड में या उसने कोई बात की है, किसकी की है, ऐसी कोई चीज़। बल्कि मुझे कहने लगे मैं तो जानता भी नहीं हूँ आप किसकी बात कर रहे हो। हाँ नहीं, जमात के तो वो बड़े मारूफ खानदान से उनका तल्लक है। इनके जो ससुर थे वो मियाँ अतारमान साहब, वो वाइस प्रिंसिपल थे कॉलेज के। नहीं हो सकता है, लेकिन कि शायद वो, लेकिन अमीर जमात जो भी हैं वो कहते हैं कि मैं नहीं, शायद उनको इस तरह जिस तरह आप बता रहे हैं इस तरह बताया जाए, क्योंकि मैं तो नहीं जानता उनके पिछलों को।
मुश्ताक साहब के कि वो क्या थे क्या नहीं थे। ताल्लुक तो बहरहाल उनका था, लेकिन जिस जमात से था उससे था, लेकिन हमारे से नहीं है, कभी भी नहीं रहा। ये नहीं कि रहे कुछ अरसा फिर चले गए या छोड़ दिया, ऐसा कुछ नहीं। ਸੈਣੀ ਸਾਹਿਬ ਬੰਦੇ ਤੇ ਹੋਰ ਵੀ ਹਨ ਨੇ। ਜੀ ਜੀ ਇਹ ਚੌਹਾਨ ਸਾਹਿਬ ਨੇ ਤੁਹਾਡੇ ਨਾਲ ਵੀ ਜ਼ਿਆਦਾ ਉਮਰ ਹੈ ਉਹਨਾਂ ਦੀ ਤੇ ਤਜਰਬਾ ਵੀ ਉਹਨਾਂ ਦਾ ਜਮਾਤ ਦੇ ਵਿੱਚ ਰਹੇ ਨੇ 15 ਸਾਲ। ਜੀ ਪਰ ਜਿੰਨਾ ਕਿ ਤੁਹਾਡੇ ਕੋਲੇ ਪ੍ਰੋਫਾਈਲਾਂ ਦੀ ਨਾ ਲਿੰਕ ਉਹਨੂੰ ਕਹਿੰਦੇ ਕਿ ਫਰਿਸ਼ਤ ਜੀ ਇੰਨੀ ਤਾਂ ਕਿਸੇ ਬੰਦੇ ਕੋਲ ਨਹੀਂ। ਤੁਸੀਂ ਤੇ ਜਿਹੜਾ ਵੀ ਬੰਦਾ ਬੋਲਦਾ ਇਹਦਾ ਸੁਸਰ ਉਹ ਸੀ, ਇਹਦਾ ਜਵਾਈ ਉਹ ਸੀ, ਇਹਦਾ ਮੁੰਡਾ ਉਹ ਸੀ, ਇਹਦਾ ਭਰਾ ਉਹ ਸੀ, ਬੜੀ ਤੁਹਾਡੇ ਕੋਲ ਡਿਟੇਲ ਹੈ। उसकी वजह ये है कि हुसैनी साहब कभी भी अहमदी नहीं रहे और ना इनके खानदान में कभी कोई अहमदी रहा है। हाँ जी इनके खानदान में अहमदियत का नफूज हो ही नहीं सका। हो नहीं सका, इस वजह से मुझे वाकफियत है। और हमारे जो ये हैं बम्बास्टक साहब, ये पैदाइशी अहमदी हैं, इसलिए इनको कोई पता नहीं। मैं पैदाइशी अहमदी हूँ। मैं आई टेक इट फॉर ग्रांटेड कि मुझे सारा जानना है। आप रिसर्च करते आपके साथ कल बात हुई थी जमात के एक खास मौक़िफ़ और मसलक की और प्रैक्टिस की, उसके मुतल्लिक़ आपकी जो मालूमात है वो उस पर मुझे हैरत हुई ज़रा। वो कौन सी ये कि नजराने जब की 26 अप्रैल नजराने की बात कर रहे हैं? हाँ जी कि अजान की बात कर रहे हैं कि नजराने की नहीं, बात कर रहे हैं? 26 अप्रैल 1900 अजान की बात आप अजान की करने लगे। क्या? हाँ, अजान जमात ने मना कर दी थी और आज तक मना है पाकिस्तान में। नहीं देखें, मैं जमात की तरफ से जब मना है। भी देखें, बात सुने, मैं जब पाकिस्तान जाता हूँ और जिस भी मस्जिद में जाके जुमा या। पढ़ता हूँ लाहौर में, वहां पे अंदर अजान होती है, ठीक है, जुमे की, और उसके बाद खुतबा शुरू होता है। आपको पता नहीं जुमे की 2 अजानें होती हैं, ठीक है, तो दोनों अजानें होती हैं। या, या। इसलिए मैं अपने जाहिरी जो मेरा अपना मुशाहिदा उसके बयान पे मैं कह रहा हूँ। अभी जो आप बात कर रहे हैं वो भी ठीक होगी, दोनों मना ही कर दिया, लेकिन दोनों मुशाहिदे कर लेते हैं। क्या मस्जिद मुबारक के अंदर अजान होती है अब किसी नमाज के लिए, या नमाज के लिए, या जुमे के लिए, ये पता करा दें। नहीं, मुझे नहीं पता, मैं तो बात कर रहा हूँ कि लाहौर की। मैं ये नहीं कह रहा कि आप झूठ बोल रहे हैं, ये बात दुरुस्त है कि कानून यही कहता है, ठीक है, लेकिन कानून सिर्फ कानून ही नहीं कहता, जमात ने इस पर अमल कराया है। मैंने ठीक है। अहमदी मस्जिदों को विजिट किया है, जुमे पे भी विजिट किया है, दूसरी नमाजों पे भी लोगों के साथ मेल मुलाकात हुई है, और वहाँ पे बगैर अजान के नमाज होती रही है। ठीक है, इसी वजह से हाँ जी, ऐसा ही हुआ होगा। तो बाहर की है ना कि बाहर आवाज नहीं जानी चाहिए, अगर अंदर हाल के हाँ अंदर जी, कमरे के, नहीं 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 बिल्कुल नहीं, अंदर भी नहीं हुई, ये अजीब बात है। अंदर भी नहीं हुई और बाहर भी नहीं हुई ही नहीं। अजान बगैर अजान की नमाजें हो रही हैं। क्योंकि कानून ये नहीं ये कहता कि तकबीर आप पढ़- अंदर तकबीर भी पढ़ जो रहे अजान वाला कानून मैंने है। आपसे सुना है, हाँ। पहले मुझे नहीं हाँ सब जी? मालूम है। एक मिनट मैंने पहली क्या दफा मैंने आपसे सुना है ये बात। कानून कहने? क्या है अजान वाला? अजान का कानून ये कहता है 4 चीजें हैं उसमें, कि अहमदी अपने आप को मुसलमान लिख नहीं सकते, बोल नहीं सकते। दिल में समझने वाली बात पर तो लामाला कानून नहीं ना असरअंदाज होता। हाँ। कि कोई आदमी अपने दिल में समझ रहा हो मैं मुसलमान हूँ, तो उसकी तो रपट लिखवाना मुश्किल हो जाएगा। ज़ाहिर। लेकिन आपके सामने अगर आदमी कहे कि मैं मुसलमान हूँ, या फार्म भरे तो उसमें पूछा गया हो कि आपका मज़हब क्या है, मुस्लिम लिखे, तो वो मुस्तौजिब सज़ा होगा। वो ठीक है, मुझे उसका पता है ये वहाँ मतलब पर- नहीं है कि वो कहता है कि यार वो कानून तो ठीक है लेकिन हम ऐसे समझते हैं। नो, मुस्तौजिब सज़ा होगा। इसी वजन पर अजान है कि अहमदी अजान नहीं दे सकते। ਸੈਣੀ ਸਾਹਿਬ ਇਹ ਕਿਹੜੇ ਸੰਨ ਚ ਹੋਇਆ ਵੇ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਇਹ ਕਿਹੜੇ ਸੰਨ ਦੀ ਗੱਲ ਕਰ ਰਹੇ ਹੋ ਕਿ ਜਮਾਤ ਨੇ ਮਨਾ ਕਰਤਾ? 26 अप्रैल 1984
ਬਹਰਲ ਮੈਂ ਤੇ ਮੇਰੀ 92 ਦੀ ਪਦਾਇਸ਼ ਹੈ, ਔਰ ਮੈਂ ਤੇ ਉਸ ਤੋਂ ਬਾਅਦ ਮੈਨੂੰ 2013 ਚ ਮੈਂ ਪਾਕਿਸਤਾਨ ਛੱਡਿਆ ਹੈ। ਜਾਂ ਤੇ ਉਸ ਤੋਂ ਪਹਿਲਾਂ ਤੱਕ ਤੇ ਮੈਂ ਵੀ ਮਤਲਬ ਕਈ ਜਗ੍ਹਾ ਤੇ ਨਮਾਜ਼ ਪੜ੍ਹੀ ਏ, ਰੱਬੇ ਤੋਂ ਇਲਾਵਾ ਵੀ, ਔਰ ਜੁਮੇ ਵੀ ਪੜ੍ਹੇ ਨੇ। ਤੇ ਮੇਰੇ ਨਾਲ ਤੇ ਇਸ ਤਰ੍ਹਾਂ ਦਾ ਕੋਈ ਨਹੀਂ ਹੋਇਆ ਕਿ ਤੁਸੀਂ ਅੱਜ ਦੀ ਤਾਰੀਖ ਵਿੱਚ ਰੱਬਾ ਤੁਹਾਡੇ ਰਿਸ਼ਤੇਦਾਰ ਅੱਜ ਦਾ ਨਹੀਂ ਮੈਨੂੰ ਪਤਾ, ਬਹਰਲ ਤੁਹਾਨੂੰ ਮੈਂ ਜਿਹੜੀ ਗੱਲ ਕਰ ਰਿਹਾ ਨਾ ਕਿ ਇਹ ਇਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਜ਼ਾਨ ਜਿਹੜੀ ਹੈ ਜੁਮੇ ਤੇ ਨਹੀਂ ਦਿੱਤੀ ਗਈ। ਮੈਂ ਉਹੀ ਚੈਲੰਜ ਕਰ ਰਿਹਾ ਤੁਹਾਨੂੰ, ਅੱਜ ਵੀ ਪਤਾ ਕਰਾ ਦਿਓ। ਹੁਣ ਪਤਾ ਕਰ ਲਓ ਫੋਨ ਕਰਕੇ ਕਿਹੜੀ ਗੱਲ ਹੈ, ਹੁਣ ਪਤਾ ਕਰ ਲਓ ਫੋਨ ਕਰਕੇ। ਮੈਂ ਤੇ ਹੁਣ ਚੈਲੰਜ ਕਰ ਰਿਹਾ ਇਸ ਗੱਲ। ਇਹਦੇ ਚ ਮਸਲਾ ਕੀ ਹੈ ਕਿ ਅਜ਼ਾਨ ਤੋਂ ਬਗੈਰ ਨਮਾਜ਼ ਕਿਉਂ ਪੜ੍ਹਦੇ ਨੇ? ਨਹੀਂ ਇਹ नहीं है मसला। ਉਹ ਯਾਰ ਗੱਲ ਹੀ ਹੋ ਰਹੀ ਹੈ ਤੇ ਗੱਲ मसला ਨਹੀਂ ਹੋ है ਰਹੀ है। कि जो हुसैनी साहब जो हाईलाइट कर रहे हैं वो सिर्फ ये बात है कि एक बंदे ने कहा था नहीं आप गलत कह रहे हैं, हम अजान के साथ नमाज पढ़ते हैं। हुसैनी साहब ने कहा कि ये इलीगल है और जमात ने इसकी इम्प्लीमेंटेशन भी करवाई है खुद। तो ये सिर्फ फर्क है कि कई लोगों का, जैसे मेरा भी मुशाहिदा है कि नमाज होती है, ये मैं हुसैनी साहब कहते हैं नहीं इलीगल है, और जमात ने भी मेक श्योर किया है कि अजान ना हो। ये सिर्फ इतनी सी बात। जमात उस पे अमल है। हाँ अमल, बिल्कुल आपने यही कहा। ਨਹੀਂ ਹੁਸੈਨੀ ਸਾਹਿਬ ਜਿਹੜਾ ਕਾਨੂੰਨ ਹੈ ਨਾ, जो ਮੇਰੇ ਖਿਆਲ एक ਚ ਤੇ या ਮੇਰੇ ਖਿਆਲ ਵਿੱਚ ਤੇ ਕਾਨੂੰਨ ਉਹਦੇ ਰਸਤੇ 'ਚ ਰੁਕਾਵਟ ਨਹੀਂ ਹੈ, ਕਿਉਂਕਿ ਕਾਨੂੰਨ ਤੇ ਖੁਦ ਤੁਹਾਨੂੰ ਪ੍ਰੋਟੈਕਟ ਕਰਦਾ ਹੈ ਕਿ ਤੁਸੀਂ ਆਪਣੀ ਚਾਰ ਦੀਵਾਰੀ ਦੇ ਅੰਦਰ ਜਿਸ ਤਰ੍ਹਾਂ ਦੀ ਚਾਹੋ ਇਬਾਦਤ ਕਰੋ, ਲੇਕਿਨ ਬਾਹਰ ਤੁਸੀਂ ਰੋਡ नो ਦੇ नो नो ਉੱਤੇ नो 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 ਕਾਨੂੰਨ ਤੇ ਮੁਸ਼ਰਫ ਦੇ ਨਹੀਂ। ਦੌਰ ਚ ਦੂਸਰੇ ਮੁਸਲਮਾਨਾਂ ਵਾਸਤੇ ਵੀ ਹੋਇਆ यानी ਸੀ। कि ਅਹ, यानी कि नहीं ਉਹਨਾਂ नहीं ਦੀ इस तरह अजान नहीं ਦਾ है। ਉਹਨੇ ਕਿਹਾ ਸੀ ਸਪੀਕਰਾਂ 'ਚ नहीं ਆਵਾਜ਼ नहीं ਨਹੀਂ सुनो ਆਣੀ सुनो, ਚਾਹੀਦੀ। ईद को बकरा लाल करो ना, तो ਗੱਲ ਨਹੀਂ ਬੜਾ ਮਸਲਾ ਤੁਹਾਡੀ ਤੁਹਾਡੀ ਮੋਰੀਆਂ 'ਚ ਖੂਨ ਡੁੱਲਦਾ ਹੋਵੇ ਤੇ ਉਹ ਆ ਜਾਂਦੇ ਨੇ ਘਰ, ਉਹ ਬੱਕਰਾ ਹਲਾਲ ਕੀਤਾ ਲੈ ਜਾਂਦੇ ਨੇ ਚੱਕ ਕੇ। नहीं मैं ये नहीं कह रहा कि ਉਹਦੇ ਨਿਸ਼ਾਨ ਜ਼ਾਹਿਰ ਹੁੰਦੇ ਨੇ, ਉਹ ਬਾਅਦ ਦੀ ਗੱਲ ਹੈ। ਮੈਂ ਸਿਰਫ ਅਸੂਲ ਦੀ ਗੱਲ ਕਰ ਰਿਹਾ। ਕਾਨੂੰਨ ਇਹ ਕਹਿੰਦਾ ਹੈ, ਕਾਨੂੰਨ ਇਹ ਨਹੀਂ ਕਹਿੰਦਾ ਕਿ ਅਹਿਮਦੀ ਜ਼ੋਰ ਦੀ ਨਮਾਜ਼ ਨਹੀਂ ਪੜ੍ਹ ਸਕਦੇ। ਕਾਨੂੰਨ ਇਹ ਨਹੀਂ ਕਹਿੰਦਾ ਕਿ ਉਹ 4 ਰਕਾਤਾਂ ਨਹੀਂ ਪੜ੍ਹ ਸਕਦੇ। ਕਾਨੂੰਨ ਇਹ ਕਹਿੰਦਾ ਹੈ ਕਿ ਅਜ਼ਾਨ ਨਹੀਂ ਦੇ ਸਕਦੇ। और दूसरा नमाज नु नमाज नहीं नहीं, कहना, ये जो इबादत को ਹੁਸੈਨੀ इबादत ਸਾਹਿਬ को। ਹੁਸੈਨੀ ਸਾਹਿਬ ਉਸ ਹਾਂਜੀ। ਕਾਨੂੰਨ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਨਾ, ਅਜ਼ਾਨ ਨਹੀਂ Yeah. ਦੇ ਸਕਦੇ, ਇਹਦੀ ਇੰਟਰਪ੍ਰੀਟੇਸ਼ਨ ਇਹ ਵੇ ਕਿ ਲਾਊਡ ਸਪੀਕਰ 'ਚ ਨਹੀਂ ਦੇ ਸਕਦੇ ਹਨ। ਨਾ ਹੈ ਅਜ਼ਾਨ ਨਹੀਂ ਦੇ ਕੋਈ ਲਾਊਡ ਸਪੀਕਰ ਦੇ ਲਫ਼ਜ਼ ਨਾਲ ਨਹੀਂ। ਔਰ ਇਹਦੇ ਤੇ ਇੱਕ ਲਤੀਫਾ ਵੀ ਹੋਇਆ ਕਿ ਮੌਲਵੀ ਦੋਸਤ ਮੁਹੰਮਦ ਸਾਹਿਬ ਨੇ ਇੱਕ ਤਕਰੀਰ ਦੇ ਦੌਰਾਨ ਇਹ ਜ਼ਿਕਰ ਕਰਦਿਆਂ ਹੋਇਆਂ ਕਿ ਇਸ ਅਜ਼ਾਨ ਦਾ ਮੌਕਾ ਆ ਗਿਆ ਤੇ ਉਹਨਾਂ ਅਜ਼ਾਨ ਦਿੱਤੀ, ਤੇ ਉਹਨਾਂ ਨੇ ਪੂਰੀ ਅਜ਼ਾਨ ਦੇ ਦਿੱਤੀ ਆਪਣੀ ਤਕਰੀਰ ਵਿੱਚ। ਤੇ ਉਹ ਕਹਿਣ ਲੱਗੇ ਦੇਖੋ ਇਹ ਨਮਾਜ਼ ਦਾ ਵਕਤ ਨਹੀਂ ਹੈ, ਨਮਾਜ਼ ਵਾਸਤੇ ਕੋਈ ਅਜ਼ਾਨ ਨਹੀਂ ਹੋ ਰਹੀ, ਇਹ ਬੇਵਕਤ ਮੈਂ ਅਜ਼ਾਨ ਦੇ ਰਿਹਾ, ਇਹਦੇ ਤੇ ਮੇਰੇ ਤੇ ਕਾਨੂੰਨ ਨਹੀਂ ਲਾਗੂ ਹੋਏਗਾ। ਉਹਨਾਂ ਨੂੰ ਪਤਾ ਹੈ ਕਿ ਇਹਦੇ ਤੇ ਪਕੜ ਹੋ ਸਕਦੀ ਹੈ। ਇਹ ਉਹਨਾਂ ਨੇ ਕੰਮ ਕੀਤਾ ਹੈ। ਮੈਂ ਖੁਦ ਗਿਆ ਉਸ ਮਜਲਿਸ ਵਿੱਚ। ਨਹੀਂ ਉਹ ਠੀਕ ਹੈ, ਉਹ ਤੇ ਚਲੋ ਇੱਕ ਸ਼ੁਗਲ ਦੀ ਗੱਲ ਹੈ। ਮੈਂ ਇਹ ਪਿਆ ਕਹਿਣਾ ਕਿ ਕਾਨੂੰਨ ਦੇ ਵਿੱਚ ਜਿਸ ਤਰ੍ਹਾਂ ਇਹ ਮਿਰਜ਼ਾ ਸਾਹਿਬ ਦੀਆਂ ਤਹਿਰੀਰਾਂ ਅਸੀਂ ਵੇਖਦੇ ਹਾਂ, ਤੇ ਉਹ ਤਹਿਰੀਰ ਦੀ ਅੱਗੋਂ ਇੰਟਰਪ੍ਰੀਟੇਸ਼ਨ ਦੀ ਲੋੜ ਪੈਂਦੀ ਹੈ ਨਾ, ਵੀ ਉਹ ਕਹਿਣਾ ਕੀ ਚਾਹੁੰਦੇ ਨੇ। ਅਲਫਾਜ਼ ਜਿਹੜੇ ਨੇ ਜ਼ਾਹਿਰੀ ਕਈ ਵਾਰੀ ਮੁਬਹਮ ਹੋ ਸਕਦੇ ਨੇ, ਕਾਨੂੰਨ ਵਿੱਚ ਵੀ ਇਸ ਤਰ੍ਹਾਂ ਹੀ ਉਹਦਾ ਜਿਹੜਾ ਉਹ ਫਾਰਮੂਲੇਟ ਹੁੰਦਾ ਨਾ, ਉਹ ਕੀ ਉਹਨੂੰ ਕਹਿੰਦੇ ਤੁਸੀਂ, ਕਾਨੂੰਨ ਦਾ ਉਹ ਬਣਦਾ ਹੈ, ਤੇ ਉਹਦੇ ਵਿੱਚ ਲਫ਼ਜ਼ ਇਸ ਤਰ੍ਹਾਂ ਦੇ ਹੋ ਸਕਦੇ ਨੇ ਕਿ ਉਹਦੇ ਉਹਨਾਂ ਦੇ ਤੇ ਰਿਟ ਪਟੀਸ਼ਨ ਹੋਈ ਜਮਾਤ ਦੀ ਤਰਫੋਂ। ਜਿਸ ਵਕਤ ਸ਼ੁਰੂ ਵਿੱਚ ਇਹ ਕਾਨੂੰਨ ਆਇਆ ਤੇ ਉਹਨਾਂ ਨੇ ਖਲੀਫਤੁਲ ਮਸੀਹ ਲਿਖਣ ਤੇ ਵੀ ਪਕੜ ਕੀਤੀ, ਅਮੀਰੁਲ ਮੋਮਿਨੀਨ ਲਿਖਣ ਤੇ ਵੀ ਪਕੜ ਕੀਤੀ। ਇਹਦੇ ਤੇ ਫਿਰ ਉਹਨਾਂ ਨੇ ਵਫਾਕੀ ਸ਼ਹਿਰੀ ਅਦਾਲਤ 'ਚ ਗਏ। ਉਹਨਾਂ ਕਿਹਾ ਜੀ ਕਾਨੂੰਨ ਇਹ ਨਹੀਂ ਕਹਿੰਦਾ ਕਿ ਤੁਸੀਂ ਖਲੀਫਤੁਲ ਮਸੀਹ ਨਹੀਂ ਲਿਖ ਸਕਦੇ, ਕਾਨੂੰਨ ਇਹ ਕਹਿੰਦਾ ਕਿ ਤੁਸੀਂ ਅਜ਼ਾਨ ਨਹੀਂ ਦੇ ਸਕਦੇ, ਕਾਨੂੰਨ ਇਹ ਕਹਿੰਦਾ ਤੁਸੀਂ ਮਸਜਿਦ ਨੂੰ ਮਸਜਿਦ ਨਹੀਂ ਕਰ ਸਕਦੇ, ਮਸਜਿਦ ਲਿਖ ਨਹੀਂ ਸਕਦੇ। ਕਾਨੂੰਨ ਇਹ ਨਹੀਂ ਕਹਿੰਦਾ ਕਿ ਤੁਸੀਂ ਮਸਜਿਦ ਦੇ ਬਾਹਰ ਕਲਮਾ ਨਹੀਂ ਲਿਖ ਸਕਦੇ। ਇਸ ਕਰਕੇ ਅਹਿਮਦੀ ਮਸਜਿਦਾਂ ਦੇ ਬਾਹਰ ਉਹਨਾਂ ਨੇ ਕਲਮਾ ਲਿਖਿਆ ਜਾ ਬਜਾ, ਔਰ ਕਲਮਿਆਂ ਦੇ ਕੇਸ ਵੀ ਹੋਏ। ਇਹ ਠੀਕ ਹੈ ਗੱਲ, ਲੇਕਿਨ ਅਜ਼ਾਨ ਦੇ ਮੁਤਲਕ ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਈ ਜਗ੍ਹਾ ਸਿਆਲਕੋਟ, ਆਜ਼ਾਦ ਕਸ਼ਮੀਰ, ਰਾਵਲਪਿੰਡੀ, ਕਰਾਚੀ, ਹੈਦਰਾਬਾਦ, ਕਈ ਜਗ੍ਹਾ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਮੈਂ ਇਹਨੂੰ ਵਿਟਨੈਸ ਕੀਤਾ ਕਿ ਪਹਿਲਾਂ ਅਜ਼ਾਨ ਦੇ ਨਮਾਜ਼ਾਂ ਹੁੰਦੀਆਂ। ਫਿਰ एक और भी बात है ना हुसैनी साहब,
कि जिधर जमात ने कोई लूप होल फाइंड किया है कि इसके थ्रू ये कर लें, उस लूप होल को उन्होंने बंद कर दिया है। अगर कानूनी रिटन फॉर्म में नहीं है तो फिर बदमाशी गुंडागर्दी से की है कि इसने मुसलमान कह दिया है, बकरानी हलाल करदा पिया, ਇਹਦੇ ਘਰੋਂ ਬਾਹਰ खून पिया निकलता पिया है। अगर बकरा हलाल करना है तो ईद के 3 दिन जब गुजर जाए तो उसके बाद करो। जुम्मा पढ़ना है तो जुम्मे का वक्त गुजर जाए, जुम्मे का वक्त गुजर जाए तो जुम्मा पढ़ो, उस वक्त सख्त पहरा रखो, जो भी है, यानी कि असर का वक्त। गवर्नमेंट ਉਹਦੇ ਚ ਥੋੜੀ ਜਿਹੀ ਖਾਮੋਸ਼ ਹੈ। ਉਹ ਗਵਰਨਮੈਂਟ ਖੁਸਰਿਆਂ ਦੀ ਗਵਰਨਮੈਂਟ ਦੋ ਚੀਜ਼ਾਂ ਹੁੰਦੀਆਂ ਨੇ ਕਿ ਕਾਨੂੰਨ ਦੇ ਵਿੱਚ। ਹੁਸੈਨ ਸਾਹਿਬ ਤੁਹਾਡੇ ਸਿਗਨਲ ਦਾ ਕੋਈ ਮਸਲਾ, ਆਵਾਜ਼ ਤੁਹਾਡੇ ਰੁਕ ਰਹੀ। उधर गवर्नमेंट भी कोई है, उधर पाकिस्तान का प्राइम मिनिस्टर अंदर दिया हुआ, वो ਤੁਹਾਡੇ ने कुछ ਸਿਗਨਲ ਦਾ ਕੋਈ ਇਸ਼ੂ ਹੈ, ਆਵਾਜ਼ ਨਹੀਂ ਤੁਹਾਡੀ ਆ ਰਹੀ ਹੁਸੈਨ ਸਾਹਿਬ। अच्छा जी, ਇਹ ਸਮਝਣ ਵਾਲੀ ਗੱਲ ਹੈ। ਮੈਂ ਜ਼ਰਾ ਇਹ ਲੱਭਾਂਗਾ ਫਿਰ ਮੈਂ ਦੱਸਾਂਗਾ, ਮੈਨੂੰ ਇਸ ਲਈ ਪਤਾ ਨਹੀਂ, ਬਸ ਮੇਰੇ ਮਾਂ-ਬਾਪ ਮੰਨਦੇ ਸਨ, ਮੈਂ ਮੰਨ ਗਿਆ, ਇਹ ਚੱਕਰ ਹੈ। ਕਹਿੰਦੇ ਹੋ ਕਿ ਉਹ ਜ਼ਿਲੀ ਬਰੂਜ਼ੀ ਨੇ, ਗੈਰ ਟਿੱਕੀ ਨੇ, ਨਾਲੇ ਕਹਿੰਦੇ ਹੋ ਕਿ ਉਹ ਨਬੀ ਤੇ ਰਸੂਲ ਨੇ, ਲਾਨ ਫਰੇ ਕੋ ਬੈਨ ਵਾਲੀ ਆਇਤ ਲੈਵਨ ਦੇ ਉੱਤੇ, ਇਹਦਾ ਵਜ਼ਾਹਤ ਕਰ ਦਿਓ। ਨਹੀਂ, ਮੈਨੂੰ ਨਹੀਂ ਵਜ਼ਾਹਤ ਆਉਂਦੀ, ਮੈਂ ਕੋਈ ਪੜ੍ਹਿਆ ਲਿਖਿਆ ਬੰਦਾ ਕੋਈ। ਔਰ ਨਵਾਂ ਕੱਟਾ ਖੋਲਣ ਨਾਲੋਂ ਜਿਹੜੀ ਅੱਗੇ ਗੱਲ ਪਈ ਹੁੰਦੀ ਤਾਰਕ ਜਵੇਦ ਸਾਹਿਬ, ਉਹ ਮਾੜੀ ਹੈ। ਇਹ ਗੱਲਾਂ ਨੇ ਪੜ੍ਹਿਆ ਲਿਖਿਆ ਦੀਆਂ ਗੱਲਾਂ, ਜਾਂ ਉਹ ਗੱਲ ਸਮਝ ਆਵਣ ਦਿਓ ਬਈ ਇਹ ਅਬਹਾਮ ਕਿਉਂ ਪੈਦਾ ਹੋਇਆ ਹੈ ਕਿ ਜਦੋਂ ਇਹ ਕਾਨੂੰਨ ਬਣਿਆ ਤੇ ਕਾਨੂੰਨ ਦਾ ਜਿਹੜਾ ਮਤਲਬ ਸੀ ਉਹ ਤੇ ਇੰਨਾ ਹੀ ਸੀ ਕਿ ਬਈ ਅਜ਼ਾਨ ਹੁੰਦੀ ਹੈ ਲਾਊਡ ਸਪੀਕਰਾਂ 'ਚ ਤੇ ਤੁਸੀਂ ਅਜ਼ਾਨ ਨਹੀਂ ਦੇ ਸਕਦਾ, ਮਤਲਬ ਇਹ ਵੇ ਕਿ ਬਈ ਤੁਹਾਡੀ ਬਾਹਰ ਆਵਾਜ਼ ਨਹੀਂ ਆਉਣੀ ਚਾਹੀਦੀ। ਲੇਕਿਨ ਅਗਰ ਅੰਦਰ ਚਾਰ ਦੀਵਾਰੀ ਦੇ ਰੋਕਿਆ ਜਾਂਦਾ ਜਾਂ ਉਹਦਾ ਮਤਲਬ ਇਹ ਹੁੰਦਾ ਤੇ ਫਿਰ ਉਹਦਾ ਮਤਲਬ ਇਹ ਵੀ ਹੋਣਾ ਚਾਹੀਦਾ ਕਿ ਅਜ਼ਾਨ ਨਹੀਂ ਦੇ ਸਕਦੇ ਤੇ ਫਿਰ ਨਮਾਜ਼ ਵੀ ਨਹੀਂ ਪੜ੍ਹ ਸਕਦੇ, ਜਿਹੜਾ ਤੁਸੀਂ ਕਰਦੇ ਉਹ ਵੀ ਨਹੀਂ ਕਰ ਸਕਦੇ। ਮੈਂ ਨਹੀਂ ਸਮਝਦਾ ਨਮਾਜ਼ ਉਹਨਾਂ ਨੇ ਜਿਹੜਾ ਕਾਨੂੰਨ ਵਿੱਚ ਦਰਜ ਕੀਤਾ ਨਾ, ਜਿਹੜਾ ਆਰਡੀਨੈਂਸ ਵਿੱਚ ਆਇਆ, ਉਹਦੇ 4 ਚੀਜ਼ਾਂ ਆਈਆਂ ਕਿ ਮਸਜਿਦ ਦੇ ਉੱਤੇ ਮਸਜਿਦ ਨਹੀਂ ਲਿਖ ਸਕਦੇ, ਮਸਜਿਦ ਨੂੰ ਮਸਜਿਦ ਨਹੀਂ ਕਹਿ ਸਕਦੇ। ਇਹ ਗੱਲਾਂ ਅਗਰ ਤੇ ਕਹਿੰਦੇ ਨੇ ਕਿ ਕਰ ਹੀ ਨਹੀਂ ਸਕਦੇ ਤੇ ਫਿਰ ਜ਼ੋਰ ਦੀ ਨਮਾਜ਼ ਵੀ ਵਿੱਚ ਆ ਜਾਂਦੀ ਤੇ ਅਸਰ ਵੀ ਆ ਜਾਂਦੀ ਤੇ ਸਜਦਾ ਵੀ ਆ ਜਾਂਦਾ ਤੇ ਅੱਲਾਹ ਤਆਲਾ ਕਹਿਣਾ ਵੀ ਆ ਜਾਂਦਾ ਤੇ ਮੁਹੰਮਦ ਰਸੂਲ ਕਹਿਣਾ ਵੀ ਆ ਜਾਂਦਾ, ਸਿੱਖਲਾ ਆ ਜਾਣੀ। ਇਸ ਕਰਕੇ ਉਹਨਾਂ ਨੇ ਬਾਕੀ ਤੋਂ ਨਹੀਂ ਰੋਕਿਆ, ਲੇਕਿਨ ਜਿਹੜੀਆਂ ਚੀਜ਼ਾਂ ਰੋਕੀਆਂ ਉਹਦੇ ਚ ਆਜ਼ਾਦ ਇਸ ਕਰਕੇ ਜਮਾਤ ਉਸੇ ਸਰਕੂਲੇਟ ਕਰ ਦਿੱਤਾ ਸਾਰੇ ਪਾਕਿਸਤਾਨ ਚ ਦਿਓ। ਤੁਹਾਡਾ ਕਿੰਨਾ ਕੁ ਸਫ਼ਰ ਰਹਿ ਗਿਆ ਤੁਹਾਡੇ ਸਿਗਨਲ ਪਿੰਡ ਦੇ ਵਿੱਚ ਹੋ ਗਈ? ਸਿਗਨਲ ਤੁਹਾਡੇ ਨਾਲ ਡਿਸਟਰਬ ਕਰ ਰਿਹਾ। ਕੋਸ਼ਿਸ਼ ਕਰ ਕੇ ਸ਼ਾਇਦ ਇਹਦੇ ਚ ਹੁਣ ਨਹੀਂ, ਅੱਗੇ ਵਾਲਾ ਹਿਸਾਬ ਹੈ, ਮਾਠੀ ਆਵਾਜ਼ ਟੁੱਟ ਕੇ ਆ ਰਹੀ ਹੁਸੈਨ ਸਭ, ਰੁਕ ਕੇ ਆ ਰਹੀ। ਮੈਂ ਤੇ ਆਈ ਸਮਝਿਆ ਕਿ ਸਿਰਫ ਹਿਫਜ਼ੇ ਮਾਤ ਕਦਮ ਹੈ, ਇਹ ਸਿਰਫ ਇਹਨਾਂ ਨੇ ਹਿਫਜ਼ੇ ਮਾਤ ਕਦਮ ਤੌਰ ਤੇ ਉਹਨੂੰ ਬੰਦ ਕਰਤਾ, ਵਰਨਾ ਕਾਨੂੰਨ ਇਹ ਨਹੀਂ ਚਾਹੁੰਦਾ, ਇਹਨਾਂ ਤਕਾਜ਼ਾ ਨਹੀਂ ਕਰਦਾ। ਇਹੋ ਹੀ ਕਾਨੂੰਨ ਹੈ। ਕਰ ਲੈਣ ਹੁੰਦੀ ਜਾਂ ਨਹੀਂ, ਬਸ ਇੰਨੀ ਗੱਲ ਸਾਰੀ ਪਤਾ ਕਰਨ ਬੜੇ ਫੋਨ ਕਰ ਲੈਣ। ਅੱਛਾ ਸ਼ੇਖ ਸਾਹਿਬ, ਤੁਸੀਂ ਪਿਆਂਦੇ ਹੋ ਬੈਅਤ ਨਹੀਂ ਕੀਤੀ, ਪਾਸ਼ਾ ਸਾਹਿਬ ਨੂੰ ਪੁੱਛਿਆ ਤੁਹਾਡੇ 'ਚ ਵੀ ਬੈਅਤ ਹੁੰਦੀ ਹੈ ਬਕਾਇਦਾ, ਤੇ ਜੋ ਇਹ ਗੱਲ ਸ਼ੇਖ ਸਾਹਿਬ ਕੋਲੋਂ ਵੀ ਵੈਰੀਫਾਈ ਕਰ ਲੈਣੇ। ਸ਼ੇਖ ਸਾਹਿਬ ਤੁਹਾਡੇ ਅਜ਼ਾਨ ਹੁੰਦੀ ਹੈ कि नहीं? सैनी साहब जुम्मे की आप कह सकते हैं कि हो जाती है, लेकिन मसला ये है कि हमारा जो एरिया है ना उसके इर्द गिर्द गैर अहमदी मुसलमानों की काफ़ी मस्जिदें हैं, और अब वहाँ पे जब जैसे कि 5 वक्त अजान होती है तो टाइम हर किसी को पता है कि इतने बजे नमाज है, यानी हमारी जो मस्जिद है उसमें, तो हम उसी अजान को फॉलो करके, हमारे लिए वो अजान कोई डिफरेंस नहीं रखती कि भाई ये उनकी है तो हमारे, हम नहीं ये कहते हैं सूरां दी अजान है, साढ़े वास्ते अल्लाह दी अजान है वो अगर होती है हम उसी को फॉलो करके नमाज पढ़ लेते हैं।
इनकी ਲੇਕਿਨ जो ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਅਜ਼ਾਨ ਦਿੰਦੇ ਹੋ ਕਿ ਨਹੀਂ ਦਿੰਦੇ, ਉਹ ਹੈ ਅਸਲ ਗੱਲ। ਸਵਾਲ ਕੋਈ ਹੈ ਤੇ ਆਪਣੀ ਜਵਾਬ ਅਲੱਗ ਅਜ਼ਾਨ ਦਿੰਦੇ ਹੋ ਜਾਂ ਉਹਨੇ बात नहीं ਹੈ? हुसैनी साहब, नहीं बात नहीं तो ये है, लेकिन हफीज शेख साहब, आपकी जो सबसे बड़ी मस्जिद थी वो तो रामगली में थी ना, जो कि एमडीए बिल्डिंग की मस्जिद थी, अब एमडीए बिल्डिंग की। वो तो खत्म हो गई, गिरी है, मैं होके आया, उसकी छतें वगैरह गिर गई हैं, कुछ भी नहीं है वहां पे। नहीं कुछ तो ये तो नहीं है कि नहीं है, लेकिन वो गिरी क्या, ये नहीं है कि गिर गई है तो उसको वो किया नहीं जा रहा। ये मुशर्रफ के दौर में उसके ऊपर इन्होंने, जो मुसलमान हैं, उन्होंने कहा था कि भाई ये हमारी प्रॉपर्टी है, हमारी जमीन है, इसके ऊपर इन्होंने कब्जा कर लिया, इस किस्म के कोई डॉक्यूमेंट्स बना के केस कर दिया था। उसके बाद ये हुआ था कि वो उस वक्त मस्जिद का रेनोवेशन का काम था, तो वो ये हुआ था कि फिर अदालत ने उसको ताहुक्म सानी उन्होंने बता दिया कि जी ना अब इसकी कोई मरम्मत होगी, ना इधर कोई नमाज पढ़ी जाएगी, ना जब तक कोई अदालत फैसला नहीं कर देती। मैं 6 महीने पहले गया था। मैं वही बता रहा हूँ कि वो उसको नहीं कर सकते हैं। आपका जो मुकदमा चल रहा है ना, वो मुस्लिम हाई स्कूल नंबर 1 का भी चल रहा है ना? हाँ जी, वो भी एमपीओ का था जी और बिल्कुल। उसकी क्लास रूम से मैंने खड़े होके देखा है कि वो मस्जिद की छत तो खत्म हो गई है, सिर्फ मेरा ख्याल है मनारे हैं या कुछ इस तरह है। आपकी बात दुरुस्त है, मैं वही बता रहा हूँ ना कि अब उसकी उसके अंदर- इजाजत नहीं है ना। वो अब एक किस्म की समझ लें कि गवर्नमेंट ने कह दिया इसको कोई भी हाथ नहीं लगाएगा, ना एमसी ना कोई, जब तक फैसला, और उसका फैसला होना ही नहीं। हाँ, अब हम कर भी नहीं बिल्कुल। सकते ना कि हम उसकी मरम्मत करें कि जी हम मरम्मत कर लें, हमारी मस्जिद है, इजाजत नहीं है। बिल्कुल ऐसी बात है, हाँ, मुरम्मत करने की इजाजत नहीं है, बिल्कुल ये ठीक है। कोई भी मस्जिद अगर गिर जाए उसकी मुरम्मत की जाओ, कहते डिगी है तो डिगी रहने, कुछ वो आप ढा देंगे ने, वो कहते नहीं यार मस्जिद ज़रार है, इन्हू ढा दियो ताकि नमाजें और अजान जो है ना जल्दी जल्दी खत्म किया जाए, इस्लाम की साफ लपेटो फटाफट। अब ये जो अभी खानी साहब बात कर रहे थे कि जी मस्जिद नहीं लिखना, ये नहीं करना, ठीक है नहीं लिखा जाता, लेकिन जो कानून नहीं बने हुए वो भी तो हमें उसकी भी तो सजा दी जाती है। अब हमारा जैसा मरकज है उसका नाम है दारुस्सलाम, शुरू से है, ये नहीं है कि जी 74 के बाद रखा, 86 के बाद इन्होंने जानबूझ के रखा। जब से वो जगह बनी उसका नाम दारुस्सलाम था, वो आके इन्होंने मिटवा दिया, जी मिटाओ इसको, क्यों लिखा हुआ है दारुस्सलाम? क्या कानून में ये लिखा हुआ है कि आपने दारुस्सलाम नहीं लिखना उधर? ਉਹ ਤੇ ਲੈਲਪੁਰ ਦਾ ਵੀ ਨਾਂ ਚੇਂਜ ਕਰਤਾ ਹੈ, ਹੋਰ ਵੀ ਕਈ नहीं वो जबरदस्ती नहीं है। ਰਾਮਗੜ੍ਹ ਦਾ रब्बे ਨਾਂ भी रब्बे का नाम लेके चनाब नगर करवाया गया ना। आपकी एक मस्जिद थी नर्सरी कराची शाहराह फैसल पर, उसमें लिखा हुआ था मस्जिद अहमदिया अंजुमन इशात इस्लाम लाहौर। जी जब ऑर्डिनेंस आया तो मैंने देखा उन्होंने वो पूरा मिटा दिया था। हाँ तो फिर मिटाना फिर क्या करें? हैं? मिटाना पड़ता है। हाँ क्या करें? वो एक गली होती थी रामगली के पास के, वो सारी अहमदियों की थी ना, पूरी प्रॉपर्टी भी और रहते भी थे। उन्होंने उधर देगे शेगे पका के सारा कुछ सब्ज पटके पुटके बन के और उसका नाम तब्दील किया, प्रॉपर शहर में तख्तियां लगी हैं, मोहम्मदिया स्ट्रीट कर दिया उसको अहमदिया से। अहमदिया जो है आपने देखा होगा बास्टिक साहब, आप तो गए जाते रहे हैं, आपने देखा होगा कि पहले ब्रांथद रोड पे बाहर उधर मेन रोड के ऊपर फ्रंट के ऊपर लिखा होता था इतना बड़ा अहमदिया बिल्डिंग। ओ यादगार बिल्कुल लिखा होता था। अहमदिया बिल्डिंग, यानी ये छुपा के नहीं, सामने लिखा होता था। जी जी बिल्कुल बिल्कुल था। एमडीए बिल्डिंग तो मिटा दिया है पर जो लिखा था। जी मिटा दिया, सारी बात है, सारा कुछ मिटा है। उस पे क्या लिखा है? अब पिछले साल जो वाकयात हुए हैं उसमें जुमा पढ़ने के जुर्म में ये जो हमारे वड़ाई साहब अपने हैं मौलवी साहब वड़ाई साहब, इनके गांव से गिरफ्तारियां हुई हैं जुमा पढ़ने के जुर्म में। और ये उधर गया हुआ था ना, साया बुलाया था वापस। है जी, ये उधर ही था नवीद हाँ, ये बच निकलने में जुमा पढ़ने वालों में जुर्म में शामिल थे, लेकिन ये बच निकलने में उसी दिन फ्लाइट थी, आ गए, बाकी सारे बुक हो गए थे। तो अहले हदीसों के साथ इनका पैक्ट हुआ कि वो बगैर गालियां दिए इनको मुसलमान कर लेंगे। और उन्होंने देखें शेखें चढ़ा दी, लेकिन लबैक वालों ने वो अहले हदीसों का किया हुआ काम खो के ले गए, देखें उल्टा दी और जाके उनसे गालियां दिलवा के उनको मुसलमान। सुभान अल्लाह, क्या बात। एक पटियार साहब थानेदार हैं वहाँ, एक पटियार साहब हैं थानेदार, वो अपना ना वीलॉग कर रहे थे, तो कल परसों उन्होंने बताया कि भाई मेरा तल्लक उस गांव से है, उस इलाके सरगोदा का कोई गांव है, तो वहां पर कहते हैं कि भाई
सुन्नी थोड़े हैं, अहमदी ज्यादा हैं। या तो मैंने वो उनको थानेदार साहब को फोन किया, मैसेज किया, मैंने कहा भाई आप थानेदार हो के तो आपको इतना भी नहीं पता है कि भाई ऐसे नहीं बात करते, आपने वीलॉग में ये बात गलत कर दिया कि ये सुन्नी और अहमदी नहीं होता, मुसलमान और अहमदी होता है। हाँ कि मुसलमान थोड़े हैं, अहमदी ज्यादा हैं। तो कहते हैं वो थानेदार साहब कहते हैं हाँ बात तो आपकी ठीक है, कानूनी तौर पर तो ऐसे मुझे बात करनी चाहिए थी। मैंने कहा चलो आइंदा एहतियात करो, बस हो जाता ना। इस तरह नहीं करते। ਜੇ ਉਹਨੇ ਆਖਿਆ ਵੀ ਸਨ ਲੱਗੀ ਤੁਹਾਡੇ ਘਰ ਬੜਾ ਅਫਸੋਸ ਹੋਇਆ ਤੇ ਉਹਨੇ ਆਖਿਆ ਵੀ ਨੁਕਸਾਨ ਸਾਰਾ ਸਾਡਾ ਆ, ਤੁਸੀਂ ਆਪਣਾ ਤਲਫਜ਼ ਦਰੁਸਤ ਰੱਖੋ, ਲਫ਼ਜ਼ ਸਨ ਨਹੀਂ ਹੈ ਸਵਨ ਨੇ। ਨੁਕਸਾਨ ਤੇ ਜਿਹੜਾ ਹੋਣਾ ਸਾਡਾ ਹੋ ਗਿਆ ਨਾ। हाँ ਤੇ ਗੁਜ਼ਾਰਿਸ਼ ਇਹ ਹੈ ਕਿ ਹੁਸੈਨੀ ਸਾਹਿਬ ਜੁਮਾ ਪੜਨ ਤੇ ਜਾਂ ਇਹਨਾਂ ਦੀ ਚਾਰ ਦੀਵਾਰੀ ਦੇ ਅੰਦਰ ਇਬਾਦਤ ਕਰਨ ਤੇ ਕੋਈ ਕਾਨੂੰਨ ਹਰਕਤ 'ਚ ਨਹੀਂ ਆਉਂਦਾ। ਹਾਂ ਇਲੀਗਲ ਗੈਰ ਕਾਨੂੰਨੀ ਤੌਰ ਤੇ ਕੋਈ ਬਦਮਾਸ਼ੀ ਕਰੇ, ਧੱਕਾ ਕਰੇ, ਜ਼ਿਆਦਤੀ ਕਰੇ, ਉਹ ਇਹਨਾਂ ਨੂੰ ਆ ਕੇ ਉਹ ਕਿਸੇ ਮੁਸਲਮਾਨ ਨੂੰ ਵੀ ਘਰ ਆ ਕੇ ਵੜ ਕੇ ਕਿਸੇ ਨਾਲ ਕੋਈ ਜ਼ਿਆਦਤੀ ਜ਼ੁਲਮ ਕਰ ਸਕਦਾ ਹੈ, ਬਦਮਾਸ਼ ਹੈ ਜਿਹੜਾ। ਲੇਕਿਨ ਜਿਹੜਾ ਕਾਨੂੰਨ, ਇਸ ਗੱਲ ਕਾਨੂੰਨ ਦੀ ਪੇ ਕਰਨੇ ਆ, ਕਾਨੂੰਨ ਤੇ ਇਹਨਾਂ ਨਹੀਂ ਮਨਾ ਕਰਦਾ ਕਿ ਤੁਸੀਂ ਆਪਣੀ ਇਬਾਦਤਗਾਹ ਦੇ ਅੰਦਰ कानून ਚਾਰ का ਦੀਵਾਰੀ पाकिस्तान च ये हाल है कि नहीं, बहुत एक कानून होते है। सबसे बड़ी बात यह हुसैनी साहब, जी पाकिस्तान में मैंने आज तक कभी भी कोई बदमाश देखे ही नहीं है। ना नहीं बदमाशी नहीं होती होंगी। बहुत ही वो शरीफ देखे ना कि एक गली में 6 तो मस्जिदें हैं और सारी मस्जिदें भरी होती हैं, नमाजी नमाजी हर पासे। मैं कहता नूर, और नमाज के बाद या शेख अब्दुल कादिर शाहनिल्ला, तो अपना दुआएं और अपना नातें। तो वहां पे कोई किसी के साथ बस ये बात है कि जो कादियानी काफिर जिंदीक है, कानून बनाया, उनको कानून बनना चाहिए। वो बंदा नहीं, कल पुर्तगाल वाला एक स्टूडेंट है, कहता है देखें ये कनाडा में कानून मानते हैं, अमेरिका में कानून मानते हैं, वहां पे तो बड़े भीगी बिल्ली की तरह कानून को पासदारी करते हैं, पाकिस्तान में क्यों नहीं मानते ये कानून? तो मैंने कहा इमाम हुसैन ने क्यों नहीं यजीद का कानून मान लिया था? उनको भी मान लेना चाहिए था, बैत कर लेते। ये भी बहुत जरूरी था। नबी करीम को भी कानून मान लेना चाहिए था कुफारे मक्का का। भाई कानून तो कानून है, जिसने बनाया है, पावरफुल ने कानून बनाया है। यजीद जो था वो देखे कि बादशाह था, अपने वक्त का खलीफा भी था और बादशाह भी था, पता नहीं कितने लाख मुरब्बा मील का वो बादशाह था, जो उसके बाप ने जीती थी वो सारी ममलिकत जंग लड़ लड़ के, और उसको बना दिया। तो मानना चाहिए था कि भाई ठीक है, कोई कुछ नहीं है। सोनी साहब लिख रहे हैं कि कानून सिर्फ इतना ही है, ये यू कांट प्रिटेंड योर सेल्फ एज अ मुस्लिम। आप मुसलमानों की तरह अपने आप को प्रिटेंड नहीं कर सकते। बाकी घर के अंदर चार दीवारी के अंदर आप जो पढ़ना चाहें पढ़ें, लिखना चाहें लिखें, बोलना। आमिर नज़ीर साहब, आप बार बार ये कहते हैं कि घर की चार दीवारी के अंदर, मैं जिधर रहता हूँ लाहौर में जो मरकज है हमारा, वो टोटली तकरीबन 150 कनाल के करीब रकबा है और टोटली वॉल गेटेड है। जैसे वो फसील नहीं होती, इस तरह चारों तरफ से और उसका एक गेट है, उससे आप अंदर आते हैं। अब वो हमारा घर ही हो गया ना, हमने उसकी दीवार भी बनाई हुई है चारों तरफ से, बाहर से आपको कुछ अंदर नजर नहीं आता कुछ भी। अब अगर हम अंदर कुर्बानी कर रहे हैं तो हमें आके क्यों पकड़ रहे हैं? हम क्या बाहर सड़कों पे कर रहे हैं, मुसलमानों के सामने लटा लटा के कलमे पढ़ के ज़िबा कर रहे हैं? क्यों हमें? अब आप पता क्या करते हैं, आपसे मुराद आपके लोग ड्रोन उड़ाते हैं, ड्रोन उड़ा के अंदर जाके वो फिर वीडियो बनाते हैं और लोगों को दिखाते हैं देखो ये अंदर कुर्बानी कर रहे हैं। मैं बताता हूँ आपको शेख साहब जी, देखिए बात यह है कि जो वड़ाई साहब ने भी बात सुनाई, मैंने सुनी तो नहीं लेकिन हुसैनी साहब की जुबानी सुनी है। लोग बात करते हुए बात में एग्जेजरेशन करते हैं, सच नहीं बोलते। अगर पूरी बात दयानतदारी से बंदे को करने की तौफीक हो ना, तो सीधी बात है कि अगर कोई बंदा किसी की चार दीवारी के अंदर वो कोई हमला करता है, ड्रोन मारता है या ड्रोन से कोई देखता है, पहली बात है कि वैसे ही छत से या ड्रोन से आपके घर के अंदर की खवातीन की या बच्चों की या घर की पिक्चर नहीं बना सकते। पाकिस्तान का कानून हरकत में आता है, कोई भी बंदा। अब असल चीज ये है कि लॉ एंड ऑर्डर की सिचुएशन तो मुल्क में कमजोर है ही ना, बेहतरीन है।
یکم رمضان کو میں گیا تو 6 بندے اختر گجر نے ڈنگے والے نے قتل کر دیے. سانی صاحب پتہ ہے پچھلے سے پچھلے رمضان میں. جی تو وہ اس میں کوئی ہے بھائی یہ احمدی تھا یا یہ مسلمان تھا، قتل کیے ہیں لا اینڈ آرڈر کی سچویشن خراب ہونے کی وجہ سے. وہ کھاریاں سے ڈنگے کی طرف آ رہے ہیں، روڈ کے اوپر جناب مار کے تھڑا مار کے انہوں نے گاڑی کے اوپر ایسے پون کے رکھ دی بندے 6. تو جو لا اینڈ آرڈر کی صورتحال ہے نا وہ ہے خراب. وہاں پر ایسے ہو سکتا ہے کہ کوئی بندہ کسی کے ساتھ بدماشی کرے، زیادتی کرے، ظلم کرے، لیکن یہ رانا راشد صاحب کا ذرا مائک اور کر رہے بہت زیادہ. لیکن اگر اصولی بات اور قانونی بات کی جائے تو قانون اتنی تو پروٹیکشن دیتا ہے. ہاں اس کے لیے قانون کے دروازے پر جا کر دوبارہ دستک دینی پڑتی ہے کہ بھئی یہ میرا رائٹ تھا، اس بندے نے مجھ سے یہ میرا رائٹ بھی چھین لیا. یہ دیکھیں قانون میں اتنی مجھے تو اجازت دی ہوئی ہے. یہ اس کیوں کی نہیں مثال یہ ہے کہ ہمارے ایک دوست تھے. ٹھہرے حسینی صاحب، اس کی مثال اسی طرح ہی ہے کہ وہ جو ڈنگے والے نے قتل کر دیا، بلاجی قتل ہو گیا، بلا ٹرکا والے نے کر دیا، ان کے اوپر جو کیس بنتا ہے اور ڈیفینس ہوتا ہے نا وہ یہ ہوتا ہے جی سائیکولوجیکل پرابلم ہو گئی، ان کی ضمانتیں بھی ہو جاتی ہیں. ہمیں کوئی گھر میں بیٹھا بھی مار دینا وہ یہ کہتا ہے کہ جی علامہ صاحب نے سانو ویڈیو بھیجی ہے نگال کڈی حضور نو. یہ دیکھو نا، آپ کو روز یہاں پہ تھریٹ نہیں ملتی، پاکستان میں بھیج دیتی ہے تیری آڈیو تے ویڈیو. تو ابھی میں جو پاکستان جاؤں ایویں لنگدا ہوا تے کسی نال میری ایویں لڑائی ہو جائے تو مینوں مار دیو کہ دیکھو جی آپ عدالت وچ آڈیو پیش کر علامہ صاحب نے بھیجی ہے، تو بڑا شاتم رسول ہے ملک کیسر نے تو بھیجی ہے پرانا. وہ گل ختم ہو جائے گی کہ اس کا آپس کا کوئی ذاتی جھگڑا تھا، اس کا کوئی رشتہ دار ہے. کہ نہیں، یہ تو شاتم رسول ہے، یہ جائز بات تھی. ابھی کتنے وہ جو ایک بندہ تھا جو احمدی کہلاتا تھا لیکن وہ پاگل تھا، وہ جو عدالت میں پشاور میں پیش ہوا ہے، اس کو عدالت میں کسی نے کھڑے کھڑے گولی مار دی، اس کو غازی علم دین کا لقب دے دیا حالانکہ وہ پاگل تھا. اب یہ بھی آپ ایگزیجریشن کر رہے ہیں. میں طاہر نسیم کو بھی جانتا ہوں ذاتی طور پر، میری اس سے بات ہوتی رہی ہے، اور جس لڑکے نے اس کو قتل کیا ہے اس کی بھی ہم نے باقاعدہ ویڈیو دیکھی ہے، اور وہ بتا رہا ہے کہ اس نے نبی علیہ الصلوۃ والسلام کے بارے میں جو میرے ساتھ فون پر بکواسی کی ہے. آپ میرا بازو چھوڑو، پولیس والے نے اس کا نا بازو مروڑا ہوا تھا. وہ فیصل لڑکا کہہ رہا تھا میرا بازو چھوڑو، میں اس کا سر کاٹنا چاہتا ہوں. بعد میں مجھے جو مرضی کہہ دینا، اس نے بڑی گستاخیاں کی ہیں. اصل بات یہ ہے کہ طاہر نسیم ہو یا یہ لڑکا جو اسد شاہ یہاں پر قتل ہوا تھا انگلینڈ میں، ایک کے شیخ صاحب نے اس کو کہا بھئی آپ کہتے ہیں کہ آپ نبی ہیں، تو آپ کے ساتھی تو کہتے ہیں کہ آپ کے کوئی پتہ نہیں دماغ کو مسئلہ ہو گیا ہے، یا جس طرح یہ ایم ایس آر چیمہ کے بارے میں آپ کہتے ہیں. اس نے آگے سے جواب دیا کہ سارے نبیوں کو ایسے ہی لوگ کہتے تھے. اب یہ وہ باتیں ہیں جس سے لوگ کوئی لڑکا ہائپر ہوا، اس نے مار دی چھری. تو ایسے ہی طاہر نسیم نے بھی کوئی اسی طرح کی اس لڑکے کے ساتھ فون پر باتیں کی تھیں، تو اس لیے وہ لڑکے نے ہائپر ہو کے مارا ہے. طاہر نسیم مینٹل نہیں تھا، طاہر نسیم بالکل نارمل آدمی تھا. ابھی میرے کانوں میں اس کی آواز اور اس کے الفاظ گونج رہے ہیں. میں نے اس کو پوچھا واٹس ایپ پر یا اسکائپ پر بات ہوئی، میں نے کہا بھئی آپ کا دعویٰ مرزا صاحب کا دعویٰ سیم ہے، آپ بھی کہتے ہیں کہ آپ مسیح موعود ہیں، اور اس نے کہا تھا آئیڈینٹیکل ہے عامر صاحب، میرا دعویٰ وہی ہے جو مرزا صاحب کا تھا، آئیڈینٹیکل دعویٰ ہے میرا. اب وہ بندہ بات چیز سے پتہ لگتا ہے کہ وہ بندہ مینٹل نہیں ہے، ٹھیک ٹھاک بندہ ہے، لیکن وہ دعویٰ کرتا ہے نبوت کا یا الہام کا، وہی کا. تو آگے یہ واقعہ ایسے یہ جو وڈائج صاحب والی بات ہے، یہ بھی میں کہہ رہا ہوں کہ انہوں نے ایگزیجریشن کی ہے. انگلینڈ جو امن نذیر صاحب انگلینڈ سے مار دیتا سی، یہ نال انگلینڈ دے اوپر نہیں، سکاٹ لینڈ. بڑی گل ہے. قرآن کریم دے وچ ذکر آਉਂدا وے کہ انبیاء دا قتل ہویا وے، تے سکاٹ لینڈ دے وچ بھی ایک نبی دا قتل ہویا ہے. بالکل گل سب سے مزیدار بات یہ کی ہے کہ لوگ اس بات پہ اشتعال پہ آ جاتے ہیں کہ جب ان کو کہا جائے نا کہ بھی یہ سارے نبیوں کے ساتھ یہ ہوتا ہے، وہ کہتے ہیں کیوں تم نے یہ بات کی ہے.
ہیں؟ یہ کتنی اشتعال انگیز بات ہے کہ سارے نبیوں کی مخالفت بھی ہوتی ہے، ان کو گالیاں بھی نکالی جاتی ہیں، ان کو تکلیف بھی دی جاتی ہے، ان کو سب جھوٹا کہتے ہیں۔ یہ کہو یعنی کہ کوئی نہ کوئی وجہ نکال لینی چاہیے، اور نکال لیتے ہیں۔ جیسے یہاں پہ نہیں ہوتا، آپ کوئی بات کرے رسول اللہ کو تو نے گالی نکال دی ہے، امہات المومنین کو گالی نکال دیتی ہے، آپ وہ خود نکالتے رہے جتنی مرضی، وہ کوئی بات نہیں، وہ تو کیونکہ جی ہم ان کو جھوٹا مانتے ہیں۔ اور جیسے ہی آپ اس کا جواب دیں گے، ساتھ ہی کیا ہوگا جی، رسول اللہ کو گالی نکال دی ہے، پاکستان میں ویڈیو پھیلا دیا، پاکستان کے میدانوں میں، ناردرن ایریا کے پہاڑوں پہ اور کراچی کے سمندروں میں۔ پہلی تو بات یہ ہے کہ جس طرح میں نے پہلے حسین صاحب کو بات سنائی ہے، پھر میرا بچہ آ گیا تھا، میں بزی ہو گیا تھا، کبھی بھی ایسے نہیں ہوا، کبھی بھی ایسے نہیں ہو سکتا، ممکن ہی نہیں ہے کہ آپ میری کوئی ایسی ویڈیو پیش کریں کہ آپ کے بندے نے پہل نہ کی ہو اور میں نے اس کو کوئی زیادتی ظلم اس طرح کا کیا ہو، کوئی گالم گلوچ کیا ہو، نہ آپ کے ساتھ نہ آپ کے کسی بھائی کے ساتھ۔ جب آپ پہل کرتے ہیں، اب نذیر بلال صاحب آئے، وہ اپنے بھائی کو دعوت اللہ کا کام کر رہے تھے، ابھی یہ 2 گھنٹے 3 گھنٹے پہلے کی بات ہے، تو وہ کہہ رہے تھے، وہ پلامان سن پاڑا ہوا آدمی گجراں والے کا، وہ پوچھ رہا تھا کہ یار میں احمدی ہوں، ہم مرزا صاحب کو مطلب کیا مانتے ہیں، امام مہدی مانتے ہیں، ہم تو امام مہدی جانتے تھے۔ تو نذیر صاحب اس کو یہ بتا رہے تھے، ہاں سوری، وہ نماز کا پوچھ رہے تھے، وہ کہہ رہے تھے کہ سعودی عرب امام کعبہ کے پیچھے نماز ہم کیوں نہیں پڑھ سکتے؟ تو نذیر بلال صاحب اس کو بتا رہے تھے کہ رسول کریم صلی اللہ علیہ وسلم نے فرمایا ہے کہ یہ 72 جہنمی ہیں، ہم ناجی ہیں، ہم نے جنت میں جانا ہے، یہ تو جہنمی ہے سارے، تو ان کے پیچھے نماز، تو تمہارا دماغ خراب ہے، تم احمدی خود کو کہتے ہو، جو امام وقت کو نہیں مانتا اس جہنمی کے پیچھے نماز پڑھنا چاہتے ہو تمہارا دماغ خراب۔ ایسی انہوں نے اس کو دعوت و تبلیغ زور سے کی نذیر بلال صاحب داعی اللہ خصوصی نے، کہ وہ بندہ بہت ہی ڈس ہارٹ ہوا، بہت ہی پریشان ہوا کہ یہ بندہ احمدی ہو کے تو مجھے کس طرح سے دعوت دے رہا ہے، کس طرح سے سمجھا رہا ہے۔ تو مسئلہ یہ ہے کہ آپ کے بندے تو خود اپنے لوگوں کو جب السلام علیکم، کیا حال ہے؟ تبلیغ ان کو آئی ہوتی ہے تو اس طرح سے کرتے ہیں ہمارے ساتھ، تو آپ کے بندے آ کے پہل کرتے ہی ہیں۔ اگر کوئی بندہ ایسی ویڈیو میری، ایک فکرہ رانا صاحب، ایک فکرہ رہ گیا، کیا خیال ہے آپ کا؟ ایک فکرہ رانا صاحب بول لینے تھے۔ نہیں، 2 بولنے بتا دیں بس۔ کیا میرا نہیں خیال انہوں نے اس طرح کہا ہوگا نذیر صاحب نے، اگر اس طرح نہ کہا ہوگا تو میں، اگر اس طرح نہ کہا ہوگا میں معافی مانگوں گا، ریکارڈنگ ہوئی پڑی ہے ساری، صبح میں آپ کو سنوا دوں گا۔ بات یہ ہے کہ یہ جو ہے نا تکاشائی، اگر آپ کے بندے نے کسی بھی براڈ پر آ کے میرے ساتھ نہ کی ہو، حسینی صاحب کا تو میں پہلے کہہ رہا خصوصی رسپیکٹ ہے، میں اپنی براڈ پر بھی یا کسی کی براڈ پر بھی کوشش کرتا ہوں کہ یار ہماری طرف پرسوں آپ لگے ہوئے تھے، میری بات سنیں نا، پرسوں آپ نے بنا کسی وجہ کے بغیر پرووک کیے ہوئے کتنا کچھ کیا ہے یار۔ ہم آپس میں رانا صاحب بات کرتے ہوئے مرزا صاحب کو جو سمجھتے ہیں وہ کہتے رہتے ہیں، سارا دن کہتے ہیں، نہیں، ایک سانس میں 20 بار کہتے ہیں۔ وہ جب فوجیوں کے خلاف کو بول رہا تھا بندہ آ کے، تو آپ بیچ میں ہمیں ابھی رگڑا لگا۔ ہاں، وہ فوجی جس نے آ کے فوج کو گالیاں گلیاں دی تھی نا، اس کو اصل میں، میری بات سنیں، ہوا یہ رانا صاحب، حسینی صاحب بھی گل سن لو، ایک بندہ ہے اجنبی بالکل نیا، پہلی دفعہ بات ہو رہی ہے، وہ پاک فوج کو گالیاں دینے لگ پڑا، تو میں اس کو پوچھنے لگا کہ تو ہے کون ہے؟ کہتا ہے جی ہمیں عمران خان نے بتا دیا ہے پاکستان کا اصل دشمن، ہمارا اصل دشمن کون ہے؟ میں نے کہا بٹ صاحب کون ہے آپ کا اصل دشمن؟ کہتا ہے جی پاک فوج۔ میں نے کہا بھائی پاک فوج ہے، آپ کون ہیں، آپ کا کیا تعارف ہے، آپ کہاں سے آئے ہیں، کیا نام ہے، کیمرہ آن کرو اس طرح کا۔ میں نے کہا، کہتا تو کیمرہ آن کر، میں نے کیمرہ آن کر دیا گاڑی چلاتے چلاتے۔ اچھا، اتنی دیر میں یہ رانا راشد صاحب نیچے سے دوڑے اوپر چڑھے، تو یہ اس کو چھڑانے لگے کہ نہ جاتی کار اس بندے نالے ٹھیک پہ آندہ ہے، انج پہ کردا انج پہ۔ میں نے کہا رانا صاحب آپ اس سے پہلے مرزا صاحب کو کہہ چکے تھے باتیں۔ رانا صاحب اس کے بعد جتنا میں جھوٹ بولوں گا نا، آپ میرے منہ پہ مار دیجیے گا، مجھے بات کر لینے دیں۔ رانا صاحب مجھے بات کر لینے دیں، اگر میری بات غلط ہوگی، اس میں جھوٹ ہوگا، آپ وہ ریکارڈنگ بھیج دیجیے گا، میں اگر ایسی کوئی بات ہوگی میں معذرت کروں گا۔ بات یہ ہے کہ رانا صاحب نے آ کے ایک دفعہ بیچ میں بولنا شروع کیا، میں نے رانا صاحب کو روکا، دوسری دفعہ میں نے کہا رانا صاحب آپ پیچھے ہٹ جائیں، مجھے اس بندے سے پوچھنے دیں یہ راہ کا ایجنٹ ہے یا یہ بلوچستان کا ہے یا افغانستان کا ہے
یہ کون ہے کون نہیں ہے، یہ اس کا تعارف کیا ہے؟ رانا صاحب جناب میری جان آلریڈی مرزا صاحب کا نام نہیں لے چکے تھے، بدتمیزی میں نہیں کر بتاتا ہوں چکے نا تھے؟ اب آپ نے کہا کہ ہم جی غدار آپ ہیں، کا مرزا رانا صاحب قادیانی کی پیداوار یہ وہ یار سن تو لیں رانا صاحب، میں بتانے لگا ہوں. جب آپ کی میں نے اتنی تگ و دو دیکھی نا کہ آپ ایک بندہ چھڑانا چاہتے ہیں مجھ سے، مجھے یقین ہو گیا کہ یہ بندہ قادیانی ہے، عامر جس کے صاحب لیے رانا بھول صاحب گئے ہیں، اتنا میں اوپر گیا ہی تب تھا جب آپ نے یہ سب کر چکے تھے، میں اسی لیے نہیں. اوپر یہ گیا غلط بات ہے، یہ غلط بات آپ کر رہے ہیں. تھا، آپ بھول گئے ہیں. آپ مجھے 100% شیور ہے کہ آپ پہلے بیچ میں ٹپکے ہیں، اور اس کے میں بعد نے میں نے ریکارڈنگ اس کر کو رکھی یہ ہے، میں سمجھ کر ہی تو بھیجوں میں گا. نے کہنا شروع کیا ہے کہ جب رانا صاحب ہی چھڑانے آ گئے، یہ بندہ ان کا اپنا ہی ہے کوئی. نہیں ہمارا بندہ نہیں تھا وہ تو اس نے بعد میں بتایا، میں نے سمجھ لیا بعد میں غلط فہمی ہو گئی تھی. جب لٹمس ٹیسٹ لیا اور اس نے مرزا صاحب کو سلواتے سے نہیں، مجھے پتا لگ گیا یہ اچھا پھر دیکھیں آپ کی کتنی بڑی، اب مجھے یاد آ گئی بات، کتنی بڑی آپ کی یہ ہے، میں اب کیا کہوں. آپ نے کہا تو مسلمان ہو، پڑھتے ہو کلمہ، تو مرزا صاحب پہ لعنت بھیجو، آپ نے بھجوائی باقاعدہ. یہ آپ نے غلطی کی. یار یہ اس وقت کی بات ہے رانا صاحب مطلب جب یہ آپ کے اسلام میں آپ نے کہا یہ طریقہ ہے آپ کا. یار رانا صاحب میری بات سنیں، آج بھی جس ہاں کو ہم اب نے تم سچے کلمہ مسلمان ہو، آپ نے یہ کہا پھر. سنیں، یہ آج بھی ریکارڈنگ ہے شاہد میرے پاس. صاحب کو میری بات سنیں، آج شاہد صاحب نے اسلام قبول کیا ہے نا، وہ سعودی عرب والے، تو ان کو بھی میں نے یہی کلمہ پڑھوایا ہے کہ پہلے تو آپ شہادت دیں اللہ کی، توحید کی، نبی علیہ الصلوۃ والسلام کی، نبوت اور رسالت کی، اور اس کے بعد جو کفر ہے آپ کے اندر جو پایا جاتا ہے اس کو نکالیں. آپ مرزا صاحب کو اگر نبی مانتے تھے نہیں مانتے تھے، وہ تو پہلے ہی نہیں مانتے تھے، سچی بات ہے، لیکن میں نے کہا کہ یہ گواہی دیں کہ نبی علیہ الصلوۃ والسلام آخری نبی ہیں، ان کے بعد جو جو نبوت کا دعویٰ کرتا ہے نبی پاک نے فرمایا وہ جھوٹا ہے، کذاب ہے، دجال. انہوں نے کہا بالکل ٹھیک ہے. وہ تو لانتے لونتے، تو یہ تو حصہ ہے نا اس کا کہ اگر وہ نبی پاک کے بعد کسی کو نبی کو مانتا ہے یا نبوت کا اس کے ذہن میں کوئی تصور ہے تو وہ کفر اس کے اندر سے نکالنا چاہیے. نبی پاک صلی اللہ علیہ وسلم اپنے دور میں مشرکین مکہ سے ان کا جو کفر ہے وہ نکلوایا کرتے تھے کہ شہادت دو کہ اللہ کے علاوہ کوئی معبود نہیں، یہ معبود جو تم نے بنائے ہوئے ہیں لات، عزیٰ، منات، یہ باطلہ ہیں، معبودان باطلہ ہیں، یہ صحیح نہیں ہے. معبود حقیقی، معبود برحق اللہ تعالیٰ کی ذات ہے. لا الہ الا اللہ کی گواہی دو، اشہد ان لا الہ الا اللہ وحدہ لا شریک لہ واشہد ان محمدًا عبدہ ورسولہ، بعد میں اپنی گواہی لیتے. ایسے ہی ہم جب کسی کو مسلمان کرتے ہیں تو ہم اس سے یہی گواہی لیتے ہیں بھئی اگر آپ مرزا صاحب کو مانتے ہیں تو ان کو 4 حرف بھیجیں اور اسلام قبول کر لیں. یہ کون سی حدیث ہے جو یہ آپ کہہ رہے تھے کہ حضور صلی اللہ علیہ وسلم کے بعد کوئی بھی دعویٰ کرے گا وہ جھوٹا ہے، وہ کذاب ہے، یہ کون سی حدیث ہے؟ قریباً 30 کذابون دجالون کلہم یزعم انہم. تو اس میں تو 30 کا لفظ ہے. 30 جھوٹے ہیں جی، 30 تو مرزا صاحب تو 21 میں ہے نا، مرزا صاحب کو نمبر 21. یار آپ نے کہا تھا کہ جو بھی دعویٰ کرے گا وہ جھوٹا ہے. 31واں بندہ ٹھیک ہوگا نا، 31واں جو ہے. پہلی تو بات یہ ہے ایک بندہ بولے، دونوں بیک وقت مائک کھولیں گے تو مجھے سمجھنے میں سننے میں دشواری ہوگی. نہیں استاد اچھا ہو تو زیادہ شاگرد سوال کرتے ہیں. ہاں 2 کانوں سے میں 2 چلے میں آپ کوشش کرتا ہوں دائیں کان سے آپ کی بات سنوں، بائیں کان سے خود سے کریے. نہیں آپ میرا چھوٹا سا جواب دے دیں. یہ 30 جھوٹے ہوں گے، 31واں بندہ ٹھیک ہوگا. دوبارہ الفاظ سنیں. قریباً 30 کذابون دجالون، اس کا کیا مطلب ہے؟ تقریباً 30. ہاں تو تقریباً 30 کا مطلب ہے چلے ٹھیک ہے، 60 ہو جائیں، 60 بندے جھوٹے اگر آ جائیں دنیا میں اگر تو 61واں ٹھیک ہوگا. اگر تو آئیں گے تو تب کہ بھائی ابھی تو مرزا صاحب کا 21واں نمبر ہے. اچھا ہاں وہ منشی عبد الکریم سیالکوٹی آپ تیاری کر جب رہے ہیں فوت کہ ہوئے نا، سارے جھوٹے ختم ہو جائیں نمبر تو پھر سچے کو مان لیں. آپ تیاری کر رہے ہیں. جب منشی عبد الکریم سیالکوٹی صاحب فوت ہو گئے ہیں تو بعد میں مرزا صاحب کو خواب میں ملے ہیں نا، تو مرزا صاحب نے ان کو کہا دعا کرو ہمارے سلسلے کے لیے کوئی، تو وہ کہتے 21، یہ کہتے دعا کرو، وہ کہتے 21 کہتے 21 کہہ کے چلے گئے ہیں. وہ انہوں نے بتایا مرزا صاحب کو کہ آپ کا اس کی بنیاد ہے کی مطلب یہ ہے بنیاد ان کے 21 نمبر ہونے کی. نہیں 20 کی فہرست البدر میں چھپی ہوئی ہے اس کا. 20 جھوٹے مدعیان کی فہرست البدر اخبار میں
आया है मेरे पास है, वो खोलूं मैं अलबदर अखबार दिखाऊं? हाँ वो भी खोले हैं, लेकिन बात ये है कि दूसरी 100 से ज्यादा की भी छपी हुई है। नहीं, वो दूसरों की तो गिनती नहीं ना, उनको तो आती है। इन्होंने जो खुद मानी है, जो खुद लिखी है, हम तो उसको मानते हैं ना। मतलब हम आप तो इनके ऊपर एतबार करते हैं, इन मुसलमानों पर पर एतबार करता हूँ। बंदे सच्चे खरे हैं, जितनी गिनती बताते हैं उतने ही होते हैं। गिनती उनकी ठीक है। साढ़े मुसलमान थे, ਉਹਨੂੰ ਮੁਖਤਾਰ ਸਕਫੀ ਨੂੰ ਵੀ ਆਖ ਸਕਦੇ ਨੇ ਦਾਵਾ ਨਬੂਵਤ, ਉਹਨੇ ਕੀਤਾ ਹੀ ਕੋਈ ਨਹੀਂ ਰੇ। ਸਾਡੇ ਮੁਸਲਮਾਨਾਂ ਤੇ ਛੋੜ ਬਾਤਾਂ ਦੇ अजीब मजाक बनवाते हैं आप अपना। ਲੈ ਇਹਦੇ ਚ ਕਿਹੜੀ ਮਜ਼ਾਕ ਵਾਲੀ ਗੱਲ ਹੈ? ਮੈਂ ਤਾਂ ਪਹਿਲਾਂ ਤੁਸੀਂ ਗੱਲ ਸੱਚੀ ਕੀਤੀ। 20 ਤੁਸੀਂ ਝੂਠੇ ਮਦਈਆਂ ਨਬੂਵਤ ਦੀ ਲਿਸਟ ਅਲ ਬਦਰ ਅਖਬਾਰ ਛਾਪੀ ਤੇ ਮੁਨਸ਼ੀ ਅਬਦੁਲ ਕਰੀਮ ਸਿਆਲਕੋਟੀ ਸਾਹਿਬ ਨੇ ਖਾਬ ਚ ਮਿਰਜ਼ਾ ਸਾਹਿਬ ਨੂੰ ਬਾਰ-ਬਾਰ 21 ਹੀ ਆਖਿਆ। ਉਹ ਕਹਿੰਦੇ ਨੇ ਬਈ ਇਹ ਬੇਰਬਤ ਕਲਾਮ ਤੁਸੀਂ ਪੇਸ਼ ਕਰ ਰਹੇ ਹੋ। ਮੈਂ ਤੁਹਾਨੂੰ ਕਹਿ ਰਿਹਾ ਦੁਆ ਕਰੋ, ਤੁਸੀਂ ਕਹਿੰਦੇ 21। ये देखें, जो आपने उनसे कलमा पढ़वाया है कि जो हुजूर सल्लल्लाहु अलैहि वसल्लम के बाद जो भी आएगा वो झूठा और कज़ाब होगा, ये कहाँ से कलमा पढ़ाया आपने? ना कोई हदीस है आपके पास, ना कुछ है। ऐसे नॉन सीरियस एटीट्यूड है आपका इस्लाम के साथ। ऐसे ही उसने इस्लाम कबूल कर लिया। हमारा इस्लाम गलत था, आपके वाला सही था, तो उसने आप वाला छोड़ के हमारे वाला कबूल कर लिया। हंसने वाली क्या बात है? गलत ही हो गया कम थोड़े साहब। शायद साहब अगर आए तो वो ले ले, नीचे से आए हैं, नीचे करें कि मैं तो जान वाला हो गया मेरा टाइम। अपना मजाक ही बनवाते हैं वैसे आप। नहीं, वो कलमा गलत है जो उन्होंने पढ़ा है। नबी अलैहिस्सलाम जब किसी को कलमा पढ़ाते थे ना, तो मुशरिकीन मक्का के दिल में जो कुफर छुपा हुआ होता था, उनको कहते थे कि इसको निकालो, इस कुफर के खिलाफ हक की गवाही दो, ईमान की गवाही दो। ये जो लात उज़्ज़ा मनात वगैरह तुम्हारे इलाह हैं, इन सब की पहले ला करो, ला इलाहा, फिर पढ़ो इल्लल्लाह। तो ऐसे ही हम भी चाहिए तो ये था कि मैं पहले लानत डलवाता फिर कलमा शहादत पढ़ा, लेकिन मैंने पहले कलमा शहादत पढ़वाया है उनसे, फिर उसके बाद कहा है कि भाई जो बाद में नबी पाक के नबूवत के दावेदार हैं उनको। ठीक है, बड़ा काम कर दिया जी। ठीक है, मुबारक हो, मुबारक हो। बहुत बहुत मेहरबानी, खैर मुबारक। आप भी मुबारक का मौका दें। अल्लाह ताला आप सबको भाई इस गड़े से निकाले, मेरी तो दुआ। ठीक है, आमीन आमीन। ठीक है सैनी साहब, इंशाल्लाह जिंदा रहे तो फिर कल गल करेंगे। 10:30 हो गए ने यार, जिंदा सोबत। बाकी तो कल मैं ਤੁਹਾਨੂੰ इंशाल्लाह 20 ਦੀ ਫਹਿਰਿਸਤ ਵਹਾ ਦਿਆਂਗਾ। ठीक है। ਤੇ 21 ਵਾਲਾ ਖਾਬ ਵੀ ਤੁਹਾਨੂੰ ਵਹਾ ਦਿਆਂਗਾ। ਉਹ ਦੋਵੇਂ ਗੱਲਾਂ ਮੇਰੇ ਮੋਬਾਈਲ 'ਚ ਨਹੀਂ ਕਿਰੇ ਸੇਵ ਹੋਈਆਂ ਪਈਆਂ ਨੇ। ਉਹ ਮੁਸਲਮਾ ਤੋਂ ਲੈ ਕੇ ਤੇ ਇੱਕ ਆਖਰੀ ਮਹੱਲੇ ਲਾ, ਉਹਦਾ ਨਾਂ ਸੀ ਲਾ। ਉਹ ਕਹਿੰਦਾ ਸੀ ਕਿ ਲਾ ਨਬੀ ਆਬਾਦੀ, ਨਬੀ ਪਾਕ ਨੇ ਫਰਮਾਇਆ ਲਾ ਨਬੀ ਆਬਾਦੀ, ਤੇ ਮੇਰਾ ਨਾਂ ਹੈ ਲਾ। ਤੇ ਨਬੀ ਪਾਕ ਫਰਮਾ ਕੇ ਗਏ ਨੇ ਕਿ ਮੇਰੇ ਬਾਅਦ ਇੱਕ ਨਬੀ ਆਵੇਗਾ, ਉਹਦਾ ਨਾਂ ਆਵੇਗਾ ਲਾ, ਲਾ ਨਬੀ ਆਬਾਦੀ। ਮੇਰੇ ਬਾਅਦ ਨਬੀ ਆਏਗਾ, ਉਹਦਾ ਨਾਂ ਆਵੇਗਾ ਲਾ। ਇਹ ਉਹ ਕਰਦਾ ਸੀ। ਜਿੰਨੇ ਵੀ ਇਹ ਝੂਠੇ ਮਦਈਆਂ ਨੇ ਨਬੂਵਤ ਨੇ ਨਾ, ਸਾਰੇ ਆਪਣੇ ਆਪਣੇ ਤਰੀਕੇ ਨਾਲ ਆਪਣੀ ਆਪਣੀ ਜਲੇਬੀ ਬਣਾ ਕੇ ਦਿੱਤੀ ਹੈ ਕਿ ਇਸ ਖਿੜਕੀ 'ਚ ਦਾਖਲ ਹੋਣਾ ਹੈ ਤੇ ਉਸ ਬੂਹੇ ਵਾਲੇ ਰਾਹ ਨਿਕਲਣਾ ਹੈ, ਤੇ ਉੱਥੋਂ ਉਹ ਚਾਦਰ ਪਾਣੀ ਹੈ ਤੇ ਉੱਥੋਂ ਪਾਣੀ ਪੀਣਾ, ਘੁੱਟ ਭਰਨਾ ਹੈ। ਇੰਜ ਕਰਕੇ ਤੁਸੀਂ ਨਬੀ ਬਣਨਾ। ਸਾਰਿਆਂ ਨੇ ਇੰਜ ਬਣਾਇਆ। नहीं मैं हुसैनी साहब दमिश्क चला, उस मीनारे दे कोल बहन लगा। मैं जाके ਤੁਹਾਡੀ ਗੱਲ ਮੰਨ ਲਈ, ਜਿੱਥੇ ਨਬੀਉल्लाह ਨਾਜ਼ਿਲ ਹੋਣਾ ਨਾ, ਮੈਂ ਤੇ ਉੱਥੇ ਚੱਲਾ। ਉਹਦੀ ਪੂਰੀ ਹੋ ਗਈ ਏ, ਉਹਦੀ ਪੂਰੀ ਹੋ ਗਈ ਜਦੋਂ 1924 ਚ ਗਏ ਨੇ ਨਾ ਬਸ਼ੀਰੁद्दीन महमूद अहमद ਸਾਹਿਬ। ਮੈਂ ਨਹੀਂ ਜਾਣਦਾ ਕਿ ਕਿਸ ਕੋ ਮੈਂ ਉੱਥੇ ਚੱਲਾ, ਤਾਂ ਮੈਂ ਗਲਤ ਗੱਲ ਕੀਤੀ। ਉੱਥੇ ਨਹੀਂ ਨਾਜ਼ਿਲ ਹੋਣਾ ਉਹਨਾਂ। ਤੇ ਜਿਹੜੀ ਅੱਗੇ ਹਦੀਸ ਜਿਹਦੇ ਤੇ ਦਿਨ ਚੜ ਆਇਆ, ਉਹ ਗਲਤ ਗੱਲ ਲਿਖੀ ਅਲ ਫਜ਼ਲ ਅਖਬਾਰ। ਮੈਂ ਕਿਹਾ ਤੁਸੀਂ ਦੱਸੋ ਕਿ ਉੱਥੇ ਦਮਿਸ਼ਕ ਦੇ ਮਨਾਰੇ ਦੇ ਕਰੀਬ ਹਜ਼ਰਤ ਈਸਾ ਅਲੈਹਿਸਲਾਮ ਦਾ ਨਜ਼ੂਲ ਨਹੀਂ ਹੋਣਾ। ਮੈਂ ਕਿਹਾ ਵੀ ਜਿਹੜਾ ਨਜ਼ੂਲ ਹੋ ਗਿਆ, ਜਿਹਦੇ ਤੇ ਬਸ਼ੀਰੁद्दीन महमूद अहमद ਸਾਹਿਬ ਜਿਸ ਜਹਾਜ਼ ਤੋਂ ਜਾ ਕੇ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਕਿੱਥੋਂ ਯਾਰ। ਮੈਂ ਦੱਸਣਾ, ਮੈਂ ਵਹਾਨਾ ਨਾ, ਮੇਰੀ ਗੱਲ ਸੁਣ। ਮੈਂ ਤੁਹਾਡੀ ਖਿਦਮਤ ਤੇ ਕਾਹ ਵਾਸਤੇ ਮਾਮੂਰ ਆ। ਮੈਂ ਕੱਢ ਕੇ ਵਹਾ ਦੇਣਾ ਹੁਣ ਅਖਬਾਰ ਅਲ ਫਜ਼ਲ। ਮੈਂ ਮਾਮੂਰ, ਮੈਂ ਤਾਂ ਅੱਜ ਆਇਆ ਦੁਨੀਆ 'ਚ। ਮੈਂ ਚੰਦ ਤੇ ਗਿਆ ਸਾਂ, ਅੱਜ ਸਿੱਧਾ ਆਇਆ। ਮੈਨੂੰ ਪਤਾ ਹੀ ਨਹੀਂ ਕਿੰਨਾ ਦੇ ਨਾਲ ਲੈ ਰਹੇ ਹੋ। ਜਾਣ ਲੱਗਿਆ ਗੁੱਸਾ ਨਾ ਚੜਾਇਆ ਕਰੋ। ਮੈਂ ਪਿਆਨਾ ਤੇ ਉੱਥੇ ਉਹਨਾਂ ਨੇ ਦੱਸਿਆ ਕਿ ਬਸ਼ੀਰੁद्दीन महमूद अहमद ਸਾਹਿਬ ਦਾ ਜਹਾਜ਼ ਜਿਸ ਵਿੱਚ ਜਾ ਕੇ ਲੱਥਾ ਨਾ, ਉੱਥੇ ਅਲਾਮਾ ਸਾਹਿਬ ਨੂੰ ਫੋਬੀਆ ਹੋ ਗਿਆ। कोई हदीस का जिक्र करो, कोई आयत का जिक्र करो। अलामा साहब रूहानी खजान ते अनवारुल उलूम चो बाहर नहीं निकल सकते।
ਤੇ ਮੈਂ ਤੇ ਇਹ ਹੀ ਪੜਿਆ ਹੈ ਕਿ ਜਿਹੜਾ ਮੁਖਾਲਫ ਨੂੰ ਦਲੀਲ ਦੇਣੀ ਹੋਵੇ ਤੇ ਉਹਦੀਆਂ ਕਿਤਾਬਾਂ ਸਾਰੀਆਂ ਯਾਦ ਕਰੀਦੀਆਂ ਨੇ। ਸਾਡੇ ਕਈ ਮੌਲਵੀ ਨੇ ਉਹ ਬਾਈ ਮੁਖਾਲਫ ਤੇ ਤੁਹਾਡੇ ਹੱਕ 'ਚ ਚਲਾ ਗਿਆ, ਮੁਖਾਲਫ ਰਿਹਾ ਹੀ ਨਹੀਂ। ਮੈਂ ਕਹਿ ਰਿਹਾ ਮੈਂ ਉੱਥੇ ਦਮਿਸ਼ਕ ਦੇ ਮਨਾਰੇ ਦੇ ਕਰੀਬ ਜਾ ਕੇ ਬਹਿਣ ਲੱਗਾ ਜਿੱਥੇ ਉਹ ਨਾ ਜਾ ਕੇ ਬਵੇ ਇਸਲਾਮ ਨੇ ਨਾਜ਼ਲ ਹੋਣਾ ਹੈ। ਉਹ ਨਾ ਜਾ ਕੇ ਬਵੇ, ਉਹਦੇ ਤੇ ਦਿਨ ਚੜਾਇਆ ਜਦੋਂ ਬਸ਼ੀਰਤ ਇਹ ਵਾਲਾ ਪੈਗਾਮ ਤੁਸੀਂ ਆਮ ਮੁਸਲਮਾਨਾਂ ਨੂੰ ਦੇ ਰਹੇ ਹੋ। ਕਿਉਂ ਕੱਢਣਾ ਚਾਹੁੰਦੇ ਹੋ ਲਾਮਾ ਸਾਹਿਬ ਨੂੰ? ਅੱਛੀ ਗੱਲ ਹੈ ਕਿ ਇਹ ਆਂਦੇ ਨੇ ਮੇਰੇ ਕੇ ਕੁਰਾਨ ਦੀਆਂ ਆਇਤਾਂ ਪੜ੍ਹੋ, ਸਾਡੇ ਮੌਲਵੀ ਹੋਰ ਨੇ ਉਹਨਾਂ ਕੋਲ ਜਾ ਕੇ ਪੜ੍ਹਾ ਲਓ। ਤਾਂ ਮੈਂ ਤੇ ਆ ਯਾਦ ਕੀਤੀਆਂ ਕਿਤਾਬਾਂ ਤੁਹਾਡੀਆਂ। ਤੁਹਾਡੇ ਨਾਲ ਮੈਂ ਮੁਖਾਤਬ ਨਹੀਂ, ਤੁਸੀਂ ਆਪਣੀ ਟੋਪੀ ਦਾ ਰੁਖ ਜਿਹੜਾ ਦੂਜੇ ਪਾਸੇ, ਤੁਸੀਂ ਆਪਣੇ ਨੱਕ ਦਾ ਰੁਖ ਕਿਸੇ ਹੋਰ ਪਾਸੇ ਕਰ ਲਓ। ਮੈਂ ਤਾਂ ਅਸੀਂ ਤੁਹਾਡੇ ਨਾਲ ਤਾਂ ਗੱਲ ਹੀ ਨਹੀਂ ਕਰ ਰਹੇ, ਮੈਂ ਅਲਾਮਾ ਸਾਹਿਬ ਨਾਲ ਗੱਲ ਕਰ ਰਿਹਾ। ਮੈਂ ਵੀ ਤੁਹਾਡਾ ਨਾਂ ਤੇ ਮੁਖਾਤਬ ਕੀਤਾ, ਤੁਸੀਂ ਐਵੇਂ ਆਪਣੇ ਆਪ ਨੂੰ ਅਹਿਮੀਅਤ ਦੇ ਰਹੇ। ਦੋਵੇਂ ਬੁੱਢੇ ਹੋ ਗਏ ਨੇ, ਸਠਿਆ ਗਏ। ਜਿਹੜਾ ਬੰਦਾ ਟੱਕੇ ਦੀ ਅਹਿਮੀਅਤ ਨਹੀਂ, ਉਹਦੀ ਆਪਣੀ ਅਹਿਮੀਅਤ ਸਮਝ ਰਿਹਾ ਆਪਣੀ। ਤੀਸਰਾ ਵਿੱਚ ਬੋਲਦਾ ਨਹੀਂ ਹੁੰਦਾ, ਦੋ ਬੰਦੇ ਗੱਲ ਕਰ ਰਹੇ ਹੋ ਨਾ ਤੇ ਅਖਲਾਕ। ਤੀਸਰਾ ਬੋਲਿਆ ਹੈ ਮੁਹੰਮਦ ਅਹਿਮਦ। ਅੱਛਾ ਹੁਸੈਨੀ ਸਾਹਿਬ, ਤੁਹਾਡੇ ਕੋਲ ਖਬਰ ਹੈ ਕਿ ਮਲਕ ਸਾਹਿਬ ਨੇ ਵੀ ਅਹਿਮਦੀਅਤ ਤੋਂ ਬਰਾਤ ਦਾ ਐਲਾਨ ਕਰਤਾ है? मलक साहब तो नहीं कुछ और एक मिनट मैंने परसों ही उनकी मलक बात साहब सुनी हर खाने तो बाद बिल्कुल जमात में शामिल है, बिल्कुल जमात में शामिल है। जमात ਨੂੰ ਛੋੜਿਆ, ਹੁਣ ਉਹਨਾਂ ਅਹਿਮਦੀਅਤ ਨੂੰ ਛੋੜਿਆ। ਉਦੋਂ नहीं बिल्कुल नहीं छोड़ा, ਸੀ मेरी कल गल हुई परसों। ਨਹੀਂ ਉਹ ਮਿਰਜ਼ਾ ਸਾਹਿਬ ਨੂੰ ਮੰਨਦੇ ਨੇ, ਮੇਰੀ ਗੱਲ ਸੁਣ ਲਓ। ਮਿਰਜ਼ਾ ਸਾਹਿਬ ਨੂੰ ਮੰਨਦੇ ਨੇ, ਕਹਿੰਦੇ ਨੇ ਮੈਂ ਕੁਰਾਨ ਦੀ ਰੂਹ ਨਾਲ ਮਿਰਜ਼ਾ ਸਾਹਿਬ ਨੂੰ ਮੰਨਣਾ ਵਾ। ਨਹੀਂ, ਮਿਰਜ਼ਾ ਸਾਹਿਬ ਨੂੰ ਮੰਨਦੇ ਕੀ ਨੇ? ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਇਲਹਾਮ ਸੀ ਨਾ, ਉਹਨਾਂ ਦੇ ਨਫਸਾਨੀ ਖਾਹਿਸ਼ਾਤ ਸੀ। ਇਹੋ ਜਿਹਾ ਮਿਹਰਬਾਨੀ ਕਰੇ ਸਾਡੇ ਤੇ। ਨਹੀਂ, ਉਹ ਇੱਕ ਤਵੀਲ, ਉਹ ਕਹਿੰਦੇ ਨੇ ਕਿ ਇਹਦੇ ਇਲਾਵਾ ਹੋਰ ਮਿਰਜ਼ਾ ਸਾਹਿਬ ਦੀਆਂ ਜਿਹੜੀਆਂ ਅੱਛਾ ਤੇ ਕਹਿੰਦੇ ਨੇ ਕਿ ਜਿਹੜਾ ਟਰੁੱਥ ਸਿਕਰ ਕਰਦਾ ਹੈ, ਬਿਕਰਮ व ਸੈਯਬੁਨ ਦੀ ਟਰੁੱਥ ਸਿਕਰ ਪਿਆ ਕਰਦਾ ਸੀ, ਬਿਕਰਮ व ਤੈਯਬੁਨ, ਤੈਯਬ ਦਾ ਮੈਨਾਂ ਪਾਕ ਹੁੰਦਾ ਹੈ। ਤੇ ਉਹਨਾਂ ਕਿਹਾ ਇਹੋ ਜਿਹੀਆਂ ਜਿਹੜੀਆਂ ਤਫਸੀਰਾਂ ਨੇ, ਇਹਦੇ ਨਾਲ ਉਹ ਇਹ ਬਿਹਤਰ ਜਿਹੜੀ ਮੈਂ ਪਿਆ ਕਰਨਾ ਵੀ ਮਿਰਜ਼ਾ ਸਾਹਿਬ ਦਿਮਾਗ ਦੇ ਵਿੱਚ ਉਹਨਾਂ ਦੀ ਗੱਲ ਚੱਲਦੀ ਸੀ ਤੇ ਉਹ ਉਹਨੂੰ ਆਂਦੇ ਸਨ ਇਲਾਮ ਹੋ ਗਿਆ। ਮਲਕ ਇਵਾਨ ਵੀ ਇਹੀ ਕਹਿੰਦੇ ਨੇ ਤੇ ਮਿਰਜ਼ਾਈ ਕਹਿੰਦੇ ਨੇ ਨਹੀਂ ਅਸੀਂ ਇਹਨੂੰ ਰੱਖਣਾ ਹੈ ਜਮਾਤ ਚ। ਮੁਖਲਿਸ ਉਹ ਚਾਹ ਭਾਈ, ਤੂੰ ਮਿਰਜ਼ਾ ਸਾਹਿਬ ਦੇ ਮੁਤਲਕ ਨਾ ਤੂੰ ਕਦੀ ਕੁਝ ਪੜਿਆ, ਨਾ ਕੋਈ रूहानी खजान पढ़िया। कहता मैं शोशे पे यकीन रखता हूँ, पढ़िया मैं कुछ नहीं। जाहिल ਨੂੰ ਤੁਸੀਂ ਮਿਰਜ਼ਾਈਆਂ ਨੇ ਮਿਲਾ ਕੇ ਕੀ ਕਰਨਾ? ਉਹ ਜਿਹੜਾ ਨਹੀਂ ਨਸਰੁੱਲਾ ਬਣਾਇਆ ਨਿਕਲਦੀ ਹੈ ਜਦੋਂ ਕਹਿੰਦੇ ਤੁਸੀਂ ਕਹੋ ਵੀ ਜਾ ਭਾਈ तेरी नहीं अंकल डीसी थोड़ी देर खामोश रहे ना, आमिर नजीर साहब ने गालियां निकालनी है, बेचारों को नींद नहीं आएगी। मलक साहब ਨੂੰ ਕਹੋ, ਮਲਕ ਸਾਹਿਬ ਛੱਡੋ, ਤੁਹਾਨੂੰ ਮਿਰਜ਼ਾ ਸਾਹਿਬ ਦਾ ਕੋਈ ਕੁਝ ਵੀ ਨਹੀਂ ਪਤਾ। ਮਿਰਜ਼ਾ ਸਾਹਿਬ ਦੇ ਇਲਹਾਮਾਤ ਨੂੰ ਜਿਹੜਾ ਸ਼ਖਸ ਕਹੇ ਕਿ ਉਹਨਾਂ ਦੀ ਦਿਮਾਗ ਦਾ ਖਲਲ ਸੀ, ਐਸੇ ਸ਼ਖਸ ਨੂੰ ਕੀ ਮਗਲਾ ਕੇ ਕਰਨਾ ਤੁਸੀਂ? ਉਹਨਾਂ ਨੇ ਨਿਕਾਲਨੀ ਗਾਲੀਆਂ। ਤੁਹਾਨੂੰ ਇਹ ਕਿ ਬਸ ਸਾਡੀ ਤਾਦਾਦ ਨਾ ਘਟ ਜਾਏ ਕਿਤੇ, ਭਾਵੇਂ ਚਵਲ ਜੇ ਲੋਕੀ ਹੋਣ। ये ऐसे लोगों की क्या जरूरत है? नहीं, हम तो चवल निकाल रहे हैं, चवल निकाल रहे हैं हम, बस चवल बार बार चवल निकाल रहे हैं। सब तो चवल ਜਿਹੜਾ ਉਹਨੂੰ ਤੁਸੀਂ ਸਰਦਾਰ ਬਣਾ ਕੇ ਬੈਠੇ ਹੋ, ਜਿਹੜਾ ਕਹਿੰਦਾ ਕਾਲੇ ਦੁਪੱਟੇ ਵਾਲੀ ਖੜੀ ਹੋ ਜਾ, ਲਾਲ ਦੁਪੱਟੇ वाली खड़ी हो। ਤੁਸੀਂ ਤਾਂ ਚਵਲ ਨੂੰ ਸਰਦਾਰ ਬਣਾਇਆ अपना। ये ना करें, ऐसा ना करें, फितना ना फैलाएं प्लीज। अच्छे से बात हो रही है तो आपको प्लीज मैं आपसे रिक्वेस्ट करूँ आखिरी बार, अच्छे से बात हो रही है राणा साहब, बड़े अच्छे ये ना करें। बहुत खूबसूरत बात। नहीं मैं इसको कह रहा हूँ जो कह रहे हैं राणा साहब। हुसैनी साहब इन्होंने देखे काबरीन की तौहीन की है हमारी पहले। आपके काबरीन की तौहीन की है? वो इस काबिल है कि उनकी तौहीन की जाए? आपको खाम उनका काबर बनाया हुआ है। गुलाम नबी की गंदी उतार के नीचे फेंके। वो बयान हकीकत है तो नहीं करते, वो बयान वाला काबर बनाया तुसी उन्हें। वो बयान हकीकत करते हैं, चौहान साहब बयान हकीकत। तो गुलाम नबी ने गंदी औलाद पैदा कर दी, तो क्या वो सब शितम नहीं होता राणा साहब। जो गंदे पैरोकार पैदा किए थे उन्होंने क्या करना चाहिए? कुछ नहीं करके फिर भी कोई फायदा नहीं पहुंचा। हुसैनी साहब ये अगर हमें बुलाते हैं, इज्जत देना चाहते हैं तो ये बदतमीज बुड्ढे को ना लिया करें। हुसैनी साहब ने तो हमें भी बुला लेते हैं, इसको भी देखिए अपना आमिर साहब कब्र में है, लेकिन इसको कोई ना शर्म है ना किसने ना इसको कोई जंबा साहब की, ना इसको जंबा साहब की इज्जत का ख्याल है। ये पता नहीं जंबा साहब ने क्यों इसको अमीर बना लिया, इसको बांधे जाते हैं, पर फिर भी वो चंदा हर वक्त ये बकवास ही करता रहता है, जहाँ भी जाता है मरने वाला है, पर खिलाफत ਨੂੰ ਇੰਜ ਚਿਮੜਿਆ ਹੋਇਆ ਕਿ ਜਿਵੇਂ ਇਹਦੀ ਜਾਨ ਹੀ ਨਿਕਲ ਜਾਣੀ ਖਿਲਾਫਤ ਦੇ ਬਗੈਰ। ये दर्द ਦਾ ਵਿਕਾਸ ਵਿੱਚ दर्द ज़ह ਹੋ ਰਿਹਾ, ਉਹਨੂੰ ਖਿਲਾਫਤ
खामोश रहे जरा। मिर्जा अमर नजीर साहब आप बताएं किसने पहल की अब इस वक्त, बताएं क्या हुआ? इंसाफ से वाली खड़ी हो जा, लाल दुपट्टे वाली खड़ी हो जा। किसने पहल की है अब काबरीन किसने पर पहल बात की है? लाल दुपट्टे वाली ने, काले दुपट्टे वाली ने। नहीं, वो चौहान साहब कहते हैं कि मैं सबो शितम नहीं ओ करता। भाई, मैं अलामा साहब को क्या पूछते हो? अलामा साहब का तो वो दाया बाया है, अलामा साहब बताएंगे। अलामा साहब तो सारा दिन उसको लेके बैठे होते हैं। हम अहमदी क्यों है? वो देखिए, हमें इत्माम हुज्जत तो कर रहे हैं। खलीफा कहते हैं हमने कुछ ना कुछ तो होना था। राना साहब, एक होती है बयान हकीकत, एक होती है सबो शितम। अजाला लीव कर जाए मेरे ख्याल में, अहमदी सारे लीव कर जाए। कैसी अजाला हमने मिर्जा साहब ने लिखा है कि बयान हकीकत ये होती है। इन दोनों को बैठे रहने दो, तीनों को इधर। हुसैनी साहब यार ना जाओ, तुसी नाराज हो के ना जाओ। जब हुसैनी साहब चाय पी के आ जाएंगे ना तो हम वापस आते हैं, आप दोनों हुसैनी साहब का कारोबार नहीं, आपने खुद ही ये कहा है सिद्धू सियालकोटी जी कि मिर्जा मसरूर साहब की टांगे कब्र में हैं, पर वो बात नहीं चले आती। गालियां शुरू, गालियों का टांगे प्रोग्राम कब्र में है तो मेरा कसूर है उसकी टांगे कब्र में? आप टांगे कब्र से गालियों का निकाल प्रोग्राम के शुरू होने लगा अपने है। मोढों पे गालियों रख को ले पैर सारे नहीं मुद्दे। आती। मैं इजाजत चाहता हूँ, लोग इनकी गालियों का मुजाहरा करें। मोढे पे रख ले। शुक्रिया। मैंने आपको मना किया है, ना डालें उसकी कब्र में। खुद पंगा लेंदे ने ते फिर भी मेरी उम्र ਤੇ ਤੁਹਾਨੂੰ ਹੈ, ਉਹ ਆਪਣੇ ਬਾਬੇ ਜਿਹੜਾ ਰੋਟੀਆਂ ਚੈੱਕ ਵਾਲੇ ਬਾਬੇ ਦੀ ਤੁਹਾਨੂੰ ਉਮਰ ਨਹੀਂ ਨਜ਼ਰ ਆਉਂਦੀ? ਮਰਨ ਜੋਗਾ ਨਹੀਂ ਹੈਗਾ, ਉਹ ਡਿੱਗਦਾ ਫਿਰਦਾ ਉਹ। उसकी आप सोचे। अजीब गल है कि फिक्र ना करें। मैं नहीं देखा कि चौहान साहब ने पहल की हो सकता की होवे, मैं ना सुन सकिया। मैं ये वेखिया कि पंगा लेंदे ने सिद्धू ने बदतमीजी की है। सिद्धू ने आख्या कि बुढ़ा सठिया गया ते इंज ते पता नहीं की नजायज लफ्ज बोल रहे। भी बुढ़ा जे सठिया गया है तो फिर मिर्जा मसूर मेरे तो 2 साल ਵੱਡਾ है, वो ज्यादा सठियाया होगा फिर ते। असल ਦੇ ਵਿੱਚ ਨਾ ਇਹ ਜਿਸ ਤਰ੍ਹਾਂ ਮੈਂ ਚੌਧਰੀ ਇਫਤਖਾਰ ਵਾਲੀ ਗੱਲ ਨਹੀਂ ਅੱਗੇ ਸੁਣਾਈ, ਉਹ ਚੌਧਰੀ ਤਜ਼ਾਜ਼ ਹਸਨ ਉਹਨੇ ਆਖਿਆ ਵੀ ਇਹ ਡੈਸਪਰੇਟ ਪੀਪਲ ਨੇ, ਇਹਨਾਂ ਦੀ ਡੈਸਪਰੇਸ਼ਨ ਤੋਂ ਬਚ ਕੇ ਰਵੇ। ਇਹ ਡੈਸਪਰੇਟ ਨੇ ਤੇ ਇਹਨਾਂ ਦੀ ਡੈਸਪਰੇਸ਼ਨ ਜਿਹੜੀ ਹਰ ਗੁਜ਼ਰਨ ਵਾਲੇ ਦਿਨ ਨਾਲ ਵੱਧਦੀ ਜਾ ਰਹੀ ਹੈ। ਬਿਲਕੁਲ ਉਹਦੀ ਵਜ੍ਹਾ ਇਹ ਵੇ ਕਿ ਹਾਲਾਤ ਜਿਹੜੇ ਨੇ ਉਹ ਦਿਨ ਬ ਦਿਨ ਟਿਕਟਾਕ ਦੇ ਉੱਤੇ ਨਾ ਟਾਈਟ ਹੁੰਦੇ ਜਾ ਰਹੇ ਨੇ ਇਹਨਾਂ ਵਾਸਤੇ। ਦਿਗਰਗੂੰ ਹੋ ਰਹੇ ਨੇ, ਦਿਗਰਗੂੰ। ਹਾਂਜੀ ਹਾਂਜੀ। ਇਹ ਮੈਨੂੰ ਵੀ ਕਹਿੰਦੇ ਸਨ ਟੋਨੀ ਸਾਹਿਬ ਤੇ ਉਹ ਦੂਜਾ ਕੋਈ ਬੰਦਾ ਮੇਰੇ ਬਾਰੇ ਵੀ ਗੱਲ ਕਰਦੇ ਸਨ ਕਿ ਬਈ ਇਹ ਪਹਿਲਾਂ ਐਡਾ ਸਖਤ ਜ਼ਬਾਨ ਨਹੀਂ ਸੀ ਬੋਲਦਾ, ਲੇਕਿਨ ਕਿਆ ਤਾਰਕ ਚੌਹਾਨ ਸਾਹਿਬ ਟੋਨੀ ਸਾਹਿਬ ਨੂੰ ਕਦੇ ਵੇਖਿਆ ਸਾ ਜੇ WhatsApp ਦੇ ਉੱਤੇ ਇਹ ਲਫ਼ਜ਼ ਲਿਖਦਿਆਂ ਤੇ ਬੋਲਦਿਆਂ, ਇਹ ਗੋਬਰੀ ਕੀੜਾ ਤੇ ਕੁੱਤਾ, ਕਿੰਨੇ ਗਲੀਜ਼ ਅਲਫਾਜ਼ ਉਹ ਬੋਲਦਾ ਹੈ। ਭਾਈ ਇਹ ਤੁਸੀਂ ਹਰ ਗੁਜ਼ਰਨ ਵਾਲੇ ਦਿਨ ਨਾਲ ਟੈਂਪਰੇਚਰ ਤੁਸੀਂ ਵਧਾਇਆ ਹੈ। ਤੁਸਾਂ ਉਧਰੋਂ ਇਜ਼ਾਫਾ ਕਰਦੇ ਆਮਦਿਆਂ ਤੁਸੀਂ ਬਿਸਮਿਲ੍ਲਾ ਹੀ ਕਰਦੇ ਹੋ ਤੇ ਦੂਜਿਆਂ ਨੂੰ ਆਂਦੇ ਤੁਸੀਂ ਯਹੂਦੀ ਹੋ, ਤੁਸੀਂ ਈਸਾਈ ਹੋ, ਤੁਸੀਂ ਜਨਾਬ ਫਲਾਣੇ ਹੋ, ਨਬੀਆਂ ਦੇ ਮੁਨਕਰ। ਅੱਜ ਉਹ ਨਜ਼ੀਰ ਬਲਾਲ ਨੇ ਇੰਨੀ ਉਸ ਬੰਦੇ ਨੂੰ ਤਬਲੀਗ ਕੀਤੀ ਹੈ, ਜ਼ੋਰਦਾਰ ਤਬਲੀਗ। ਉਹ ਬੰਦੇ ਨੇ ਆਖਿਆ ਭਾਈ ਮੈਂ ਦਿਲ ਚ ਉਸੇ ਵੇਲੇ ਲਾਨਤ ਪਾ ਹੜੀ ਸੀ। ਐਸੀ ਤਬਲੀਗ ਤੇ ਲਾਨਤ ਹੀ ਪਾਣੀ। ਤੇ ਜਿਹੜੀ ਤਬਲੀਗ ਇਹਨਾਂ ਨੂੰ ਅਸਲ ਚ ਇਹਦੇ ਚ ਮੇਰੇ ਖਿਆਲ ਚ ਚੌਹਾਨ ਸਾਹਿਬ ਤੁਸੀਂ ਮੰਨੋ ਜਾਂ ਨਾ ਮੰਨੋ, ਇਸ ਜੁਰਮ ਵਿੱਚ ਮੁਲਵਸ ਇਹਨਾਂ ਦਾ ਉਹ ਸਰਬਰਾਹ ਹੈ ਜਿਨੇ ਹਰ ਨਾੜੀ ਨੂੰ ਕੁੰਦ ਜ਼ਹਿਨ ਨੂੰ ਆਖਿਆ ਕਿ ਤੂੰ ਜਾ ਸੋਸ਼ਲ ਮੀਡੀਆ ਤੇ ਚੜ ਜਾ ਕੇ ਤਬਲੀਗ। ਭਾਈ ਤਬਲੀਗ ਇੱਕ ਹੁਨਰ ਹੈ। ਪਾਕਿਸਤਾਨ ਦੇ ਵਿੱਚ ਚੌਹਾਨ ਸਾਹਿਬ ਮੈਂ ਹੁੰਦਾ ਸੀ, ਜਿਹੜਾ ਬੰਦਾ ਮੈਟ੍ਰਿਕ ਕਰਕੇ ਟੀਚਰ ਲੱਗਣਾ ਚਾਹੁੰਦਾ ਸੀ ਉਹਦੇ ਵਾਸਤੇ ਕੋਰਸ ਬਣਿਆ ਸੀ PTC, ਜਿਹੜਾ FA ਕਰਕੇ ਲੱਗਣਾ ਚਾਹੁੰਦੇ ਉਹਦੇ ਵਾਸਤੇ ਬਣਿਆ ਸੀ CT, ਜਿਹੜਾ BA ਤੋਂ ਬਾਅਦ ਕਰਨਾ ਚਾਹੁੰਦੇ ਉਹਦੇ ਵਾਸਤੇ B.Ed, MA ਤੋਂ ਬਾਅਦ M.Ed। ਯਾਨੀ ਟੀਚਿੰਗ ਇੱਕ ਕੋਰਸ ਹੈ, ਬਕਾਇਦਾ ਤੁਹਾਨੂੰ ਕੋਰਸ ਕਰਵਾਇਆ ਜਾਂਦਾ ਹੈ ਕਿ ਤੁਸੀਂ ਲੋਕਾਂ ਨੂੰ ਕਿਸ ਤਰ੍ਹਾਂ ਟੀਚ ਕਰਨਾ ਹੈ। ਇੱਥੇ ਹੁਣ ਨਜ਼ੀਰ ਬਲਾਲ ਨੂੰ ਕਿਹਾ ਜਾਂਦਾ ਜਾ ਕੇ ਟੀਚ ਕਰ ਤਾਰਕ ਚੌਹਾਨ। ਉਹ ਸਿੱਧਾ ਨੇਜ਼ੇ ਚ ਵਾਜਾ ਜਾ ਕੇ ਸੂਰ ਵਾਂਗੂ। ਜੀ ਹਾਂ, ਜਿਵੇਂ ਹਜ਼ਰਤ ਮੁਸਲਿਮ ਮੌਦ ਨੇ ਫਰਮਾਇਆ ਸੀ। ਹੁਣ ਇਹ ਜਿਹੜਾ ਇਰਫਾਨ ਜੱਟ ਹੈ, ਮੈਨੂੰ ਦੱਸੋ ਕੀ ਕਿੱਡਾ ਕੁ ਵੱਡਾ ਟੀਚਰ ਹੈ? ਬਿਲਕੁਲ। ਕੀ ਉਹ ਟੀਚ ਕਰੇਗਾ ਕਿਸੇ ਨੂੰ? ਤੇ ਅਸਲ ਜ਼ਿੰਮੇਦਾਰ ਉਹ ਬੰਦਾ ਹੈ ਜਿਹਨੇ ਅਨਾੜੀਆਂ ਕੋਲੋਂ ਇਹ ਕੰਮ ਕਰਵਾਉਣ ਲੱਗਿਆ ਕਿ ਜਾਓ ਤੁਸੀਂ ਤਬਲੀਗ ਕਰੋ। ਵੇਖੋ ਕਹਿੰਦੇ ਨੇ ਨੋਹਾਂ ਕੋਲੋਂ ਚੋਰ ਨਹੀਂ ਮਰਵਾਈ ਦੇ, ਅਨਾੜੀਆਂ ਕੋਲੋਂ ਤੇ ਟੀਚਿੰਗ ਨਹੀਂ ਨਾ ਕਰਵਾਈ ਦੀ। ਅੱਲਾ ਦੇ ਬੰਦੇ ਟੀਚਿੰਗ ਇੱਕ ਬੜੀ ਅੱਛੀ ਕਹਾਵਤ ਹੈ ਕਿ ਨੋਹਾਂ ਕੋਲੋਂ ਚੋਰ ਨਹੀਂ ਮਰਵਾਈ। ਆਹੋ, ਤੁਸੀਂ ਐਕਸਪਰਟ ਬੰਦੇ ਘੱਲੋ ਜਿਹੜੇ ਟੀਚਿੰਗ ਨੂੰ ਜਾਣਦੇ ਨੇ, ਤਬਲੀਗ ਦੇ ਫਨ ਨੂੰ ਜਾਣਦੇ ਨੇ, ਜਾਂ ਉਹਨਾਂ ਨੂੰ ਇਹ ਪਤਾ ਹੈ ਕਿ ਟੀਚਿੰਗ ਜਦੋਂ ਕਰਨੀ ਹੈ ਤੇ ਅਗਲੇ ਦੀ ਮਿਜ਼ਾਜ ਨੂੰ, ਨਫਸੀਆਤ ਨੂੰ ਵੇਖ ਕੇ ਕਰਨੀ ਹੈ। ਹੁਣ ਅੱਜ ਉਹ ਬੰਦਾ ਸੀ ਬਿਲਕੁਲ ਉਹ ਸਿੱਧਾ ਸਾਦਾ ਸੀ ਤੇ ਮੈਂ ਉਹਦੇ ਮੁਤਾਬਕ ਗੱਲ ਕਰਦਾ ਸੀ, ਲੇਕਿਨ ਦੂਜੇ ਜਿੰਨੇ ਬੰਦੇ ਗੱਲ ਕਰਦੇ ਸੀ ਉਹ ਕੋਈ ਇਲਮੀ ਪੜ੍ਹੀ ਲਿਖੀ ਕਰਦੇ ਸੀ ਤੇ ਮੈਂ ਉਹਨਾਂ ਨੂੰ ਰੋਕਦਾ ਸੀ ਵੀ ਨਾ ਉਹਦੇ ਨਾਲ ਇਹੋ ਜਿਹੀ ਗੱਲ ਕਰੋ, ਬੰਦਾ ਸਿੱਧਾ ਸਾਦਾ ਭਲਾ ਮਾਨਸ।
ਉਹਦੇ ਨਾਲ ਐਡੀਆਂ ਗਹਿਰੀਆਂ ਗੱਲਾਂ ਕਿਤਾਬੀ ਗੱਲਾਂ ਨਾ ਕਰੋ। ਨਹੀਂ, ਲੇਕਿਨ ਜਿਸ ਤਰ੍ਹਾਂ ਦੇ ਬੰਦੇ ਤੁਸੀਂ ਕਹਿ ਰਹੇ ਹੋ ਹੋਣੇ ਚਾਹੀਦੇ ਨੇ, ਉਹ ਕਿੱਥੋਂ ਲਿਆਣ ਮਿਰਜ਼ਾਈ ਵਿਚਾਰੇ? ਮਿਰਜ਼ਾ ਮਹਿਮੂਦ ਸਾਹਿਬ ਤੇ ਮੁਰੱਬੀਆਂ ਨੂੰ ਕਹਿ ਰਹੇ ਨੇ ਕਿ ਇਹਨਾਂ ਦੇ ਕੋਈ ਵੁਸਤ ਖਿਆਲ ਹੀ ਨਹੀਂ, ਦਿਮਾਗ ਇਹਨਾਂ ਦੇ ਬੰਦ ਨੇ। ਹਰ ਤਰ੍ਹਾਂ ਤੋਂ ਮੈਂ ਇਹਨਾਂ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਦਿਮਾਗ, लेकिन चारों तरफ से बंद पाया उसको। ਜੇ ਜਾਮਿਆ ਅਹਿਮਦੀਆ ਚ ਇਹ ਹਾਲ ਹੈ, ਇਹ ਜਿਹੜੇ ਨਜ਼ੀਰ ਬਲਾਲ ਹੋ ਰਹੀ ਨੇ, ਇਹ ਤੇ ਜਾਮਿਆ ਅਹਿਮਦੀਆ ਵੀ ਨਹੀਂ ਗਏ ਤੇ ਬਰੋਬਰ ਇਹਨਾਂ ਤੇ ਸ਼ੇਖੂਪੁਰਾ ਜਿਹੜਾ ਉਹ ਰਿੰਗ ਰੋਡ ਫੜੇ। ਯਾਨੀ ਮੈਂ ਹੈਰਾਨ ਹੁੰਨਾ, ਹਰ ਮਿਰਜ਼ਾਈ ਜਦੋਂ ਉਹਦੇ ਨਾਲ ਗੱਲ ਕਰਨ ਨਾ, ਉਹ ਪ੍ਰੋਪੇਗੈਂਡਾ ਸ਼ੁਰੂ ਕਰ ਦਿੰਦਾ ਹੈ। ਵੀ ਪ੍ਰੋਪੇਗੈਂਡੇ ਨਾਲ ਕਦੀ ਤੁਸੀਂ ਕਿਸੇ ਨੂੰ कायल कर सकते हो? हमने ये कर लिया, हमने वो कर लिया, जमीन आसमान दे कलाबे मिलान गए, कीता कुता कुछ भी नहीं, लेकिन जाहिर इंज करनगे, हर कोई हसेगा उन्हां दी गल सुन के किसी गल ना कर रहे। ਅੱਛਾ, ਜਿਸ ਵੇਲੇ ਸਾਰੇ ਪਾਸੋਂ ਲਾਜਵਾਬ ਹੋ ਜਾਂਦੇ ਨੇ ਤੇ ਨਜ਼ੀਰ ਬਲਾਲ ਆਂਦਾ ਹੈ, ਉਹ ਡੰਕਾ ਕਿਹਦਾ ਵੱਜ ਰਿਹਾ ਇਸ ਵੇਲੇ? ਉਹ ਦੇਖੋ ਇਸ ਵੇਲੇ ਦੁਨੀਆ ਦੇ ਇਸ ਵੇਲੇ ਨਿਦਾ ਤਾਂ ਵੱਜ ਰਿਹਾ ਕਿੰਨੇ ਮੁਲਕਾਂ 'ਚ ਅਸੀਂ ਫੈਲ ਗਏ। वो अमीर फैसल कहने लगा थी, कहता है यहाँ तो हर रक्शे में वो इंटरव्यू चल रहा है निदा का। डंका बज रहा है। ਕੀ ਬੰਦਾ ਇਹਨਾਂ ਨੂੰ ਆਕੇ, ਇਸ ਕੌਮ ਦਾ ਅੱਲਾ ਹੀ ਵਾਰ, ਪਤਾ ਹੀ ਨਹੀਂ ਲੱਗਦਾ ਕਿਸ ਚੀਜ਼ ਦਾ ਡੰਕਾ ਵੱਜ ਰਿਹਾ। ਹੁਸੈਨੀ ਸਾਹਿਬ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਆਪਣਾ ਦੂਜਾ ਪੈਨਲ ਚੁੱਕ ਲਓ ਤੇ ਉਹਨਾਂ ਨੂੰ ਆਖੋ ਸਾਰੀ ਰਾਤ, ਅੱਜ ਸਾਰੀ ਰਾਤ ਬੈਣ ਪਾਓ, ਸਾਰੀ ਰਾਤ ਸੋਸੇ ਕਰੋ ਮਾਤਨ ਜਿਹੜਾ ਕਰ ਸਕਦੇ। ਅੱਲਾ ਭਾਈ ਇਹਨਾਂ ਦੇ ਹਾਲ ਤੇ ਰਹਿਮ ਕਰੇ। ਅੱਛਾ ਜੀ, ਚੌਹਾਨ ਸਾਹਿਬ ਮੇਰੇ ਕੋਲ ਲੇਟ ਹੋ ਗਿਆ। जी, अस्सलाम वालेकुम।